ਪੰਜਾਬ ਉਸ ਦਿਨ ਤੋਂ ਖਤਮ ਹੋ ਗਿਆ ਸੀਗਾ ਜਿੱਦਣ ਸਾਡੇ ਇਹ ਜਿਹੜੇ 5 ਦਰਿਆ ਸੀ ਇਹ ਸਾਡੇ ਤੋਂ ਪਾਸੇ ਚਲੇ ਗਏ। ਜੇਲਮ, ਚਨਾਬ ਤੇ ਰਾਵੀ, ਦੋ ਰਹਿ ਗਏ ਸਾਡੇ ਕੋਲ, ਠੀਕ ਹੈ ਨਾ। ਔਰ ਉਹ ਜਿਹੜੇ ਦਰਿਆ ਉਹ ਦਰਿਆ ਤਾਂ ਜ਼ਹਿਰ ਦੇ ਦਰਿਆ ਵਗ ਰਹੇ, ਉਹ ਪਾਣੀ ਤਾਂ ਹੈ ਨਹੀਂ ਉਹਨਾਂ 'ਚ। ਇਹ ਵੀ ਸਾਡੇ ਲਈ ਦੋ ਦਰਿਆ ਜਿਹੜੇ ਰਹਿ ਗਏ ਸਾਡੇ ਫਾਇਦੇ ਲਈ ਘੱਟ ਹੈ, ਸਾਡੇ ਨੁਕਸਾਨ ਲਈ ਜ਼ਿਆਦਾ ਹੈ। ਇੱਕ ਟਾਈਮ ਤੇ ਇੱਥੇ ਪਾਣੀ ਆਉਂਦਾ ਜਿਹੜਾ ਸਾਨੂੰ ਮਾਰਦਾ, ਔਰ ਉਸ ਤੋਂ ਬਾਅਦ ਜ਼ਹਿਰ ਆਉਂਦਾ ਜਿਹੜਾ ਸਾਨੂੰ ਫਿਰ ਮਾਰਦਾ। ਜਿਹੜਾ ਬੱਚਾ ਮੰਨ ਲਓ ਜਿਹਨੇ ਅਜੇ ਲੁਧਿਆਣਾ ਨਹੀਂ ਦੇਖਿਆ, ਚੰਡੀਗੜ੍ਹ ਨਹੀਂ ਦੇਖਿਆ, ਉਹ ਬੱਚੇ ਦਾ ਟਾਰਗੇਟ ਕੈਨੇਡਾ ਹੈ, ਉਹ ਬੱਚੇ ਦਾ ਟਾਰਗੇਟ ਅਮਰੀਕਾ ਹੈ, ਔਰ ਇੱਕੋ ਹੀ ਟਾਰਗੇਟ ਹੈ ਕਿ ਮੈਂ ਆਈਲੈਟਸ ਕਰਨੀ ਹੈ ਤੇ ਮੈਂ ਇੱਥੋਂ ਬਾਹਰ ਜਾਣਾ ਹੈ। ਇੱਥੋਂ ਬੱਚੇ ਜਿਹੜੇ ਬੈਂਡ 8 ਬੈਂਡ ਵੀ ਲੈ ਲੈਂਦੇ ਨਾ, ਮਾफ़ ਕਰਨਾ ਤੁਸੀਂ ਉਹਨਾਂ ਬੱਚਿਆਂ ਨੂੰ ਕਿਤੇ ਬੈਠ ਕੇ ਇੰਗਲਿਸ਼ ਦੇ ਵਿੱਚ ਗੱਲ ਕਰ ਲਓ, ਕੋਈ ਜਦੋਂ ਬੰਦਾ ਗੱਲ ਕਰੂਗਾ ਤਾਂ ਉਹ ਬੱਚੇ ਐਂ ਲੱਗਣਗੇ ਵੀ 3 ਬੈਂਡ ਵੀ ਇਹਨਾਂ ਦੇ ਨਹੀਂ ਹੋਣੇ ਚਾਹੀਦੇ, ਕਿਉਂਕਿ ਬੈਂਡ ਵੀ ਤਾਂ ਲੱਖ ਰੁਪਏ ਬੈਂਡ ਵਿਕਦਾ ਨਾ। 10 ਗੁਰੂਆਂ ਨੂੰ ਅਸੀਂ ਆਪਣਾ ਪੈਰੋਕਾਰ ਮੰਨਦੇ ਸੀ, ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣਾ ਪੈਰੋਕਾਰ ਮੰਨਦੇ ਸੀਗੇ, ਤੇ ਸਾਡੀ ਮਿਆਰ ਸਾਡਾ ਆ ਹੈ। ਇਹ ਹੋ ਸਕਦਾ ਕਿਸੇ ਪੰਜਾਬੀ ਦਾ ਮਿਆਰ ਕਿ ਆਪਣੀ ਤਾਏ ਚਾਚੇ ਦੀ ਜਾਂ ਮਾਸੀ ਦੀ ਲੜਕੀ ਨਾਲ ਵਿਆਹ ਕਰਾ ਕੇ ਤੁਸੀਂ ਉੱਥੇ ਪਹੁੰਚ ਜਾਓ ਤੇ ਪੱਕੇ ਹੋ ਜਾਓ? ਬਿਲਕੁਲ। ਕੀ ਮੈਂ ਝੂਠ ਬੋਲਦਾ? ਉਹ ਆਪਣੇ ਪ੍ਰਵਾਸੀ ਖੇਤਾਂ 'ਚ ਆਉਂਦੇ ਨੇ ਕੰਮ ਕਰਨ ਲਈ, ਆਉਂਦੇ ਨੇ ਝੋਨਾ ਲਾਉਣ ਲਈ ਜਾਂ ਪਸ਼ੂਆਂ ਦਾ ਚਾਰਾ ਪਾਉਣ ਲਈ ਆਉਂਦੇ ਨੇ, ਘਰਾਂ ਦੇ ਵਿੱਚ ਕੰਮ ਕਰਦੇ ਨੇ। ਪਰ ਕਿਤੇ ਨਾ ਕਿਤੇ ਮੈਂ ਇਹਨਾਂ ਨੂੰ ਜ਼ਿੰਮੇਵਾਰ ਸਮਝਦਾ ਵੀ ਵੇਖੋ ਉਹ ਆ ਕੇ ਸਾਨੂੰ ਸਗੋਂ ਹਿੰਦੀ ਸਿਖਾ ਜਾਂਦੇ ਨੇ, ਬਲਕਿ ਸਿਖਾਉਣਾ ਤੇ ਅਸੀਂ ਉਹਨਾਂ ਨੂੰ ਪੰਜਾਬੀ ਸੀ, ਕਿਉਂਕਿ ਉਹ ਪੰਜਾਬ 'ਚ ਆਏ ਸੀ। ਉਹ ਸਾਰੇ ਟੱਬਰ ਨੂੰ ਮੈਂ ਤੇ ਕਹਿੰਦਾ ਵੀ 13-14 ਜਾਣਿਆਂ ਨੂੰ ਹਿੰਦੀ ਸਿਖਾਉਣੀ ਸੌਖੀ ਕਿ ਇੱਕ ਜਾਣੇ ਨੂੰ ਪੰਜਾਬੀ। ਉਹ ਸਾਨੂੰ ਮੱਝ ਤੋਂ ਭੈਂਸ ਕਹਿਣੀ ਸਿਖਾ ਜਾਂਦਾ ਹੈ, ਅਸੀਂ ਸਾਰਾ ਟੱਬਰ ਰਲ ਕੇ ਉਹਨੂੰ ਮੱਝ ਕਹਿਣੀ ਨਹੀਂ ਸਿਖਾ ਸਕਦੇ। ਔਰ ਅੱਜ ਸਾਡੇ ਸਿੱਖ ਧਰਮ ਦੇ ਵਿੱਚ ਗਿਣਤੀ ਵੀ ਨਹੀਂ ਕੀਤੀ ਜਾ ਸਕਦੀ ਹੈ, ਹਜ਼ਾਰਾਂ ਦੇ ਹਿਸਾਬ ਨਾਲ ਸੰਤ ਹੈ, ਹਜ਼ਾਰਾਂ ਦੇ ਹਿਸਾਬ ਨਾਲ ਜਿਹੜੇ ਲੋਕਾਂ ਨੇ ਆਪਦੇ ਡੇਰੇ ਬਣਾਏ ਹੈ, ਔਰ ਬੀਬੀਆਂ ਉਹਨਾਂ ਦੇ ਪੈਰ ਘੁੱਟਦੀਆਂ, ਦੁੱਧ ਨਾਲ ਪੈਰ ਉਹਨਾਂ ਦੇ। ਤੁਹਾਨੂੰ ਲੱਗਦਾ ਵੀ ਇਹ ਵੀ ਪੰਜਾਬੀਅਤ ਦਾ ਘਾਣ ਕਰ ਰਹੇ ਨੇ? ਉਹ ਟੋਲ ਹੁੰਦਾ ਕਿਸੇ ਪੁਲ ਵਾਸਤੇ, ਖਾਸ ਕਰਕੇ ਜ਼ਿਆਦਾ ਬ੍ਰਿਜ ਵਾਸਤੇ ਹੁੰਦਾ, ਔਰ ਜਦੋਂ ਉਹਦੇ ਪੈਸੇ ਭਰਪਾਈ ਹੋ ਜਾਂਦੀ ਹੈ ਉੱਥੋਂ ਚੁੱਕਣਾ ਪੈਂਦਾ। ਲੇਕਿਨ ਲੁਧਿਆਣੇ 'ਚ ਦੇਖੋ ਤੁਸੀਂ, ਮੈਨੂੰ ਲੱਗਦਾ ਜਦੋਂ ਦਾ ਮੈਂ ਮਤਲਬ ਪੈਦਾ ਹੋਇਆ, ਜਦੋਂ ਦਾ ਅਸੀਂ ਉਸ ਰੋਡ ਤੇ ਜਾਂਦੇ ਉਦੋਂ ਤੋਂ ਉਹਦਾ ਜਿਹੜੇ ਲੋਕੀ ਪੈਸਾ ਦਿੰਦੇ ਆ ਉਹ 1.5 ਪੌਣੇ 200 ਰੁਪਈਆ, ਟਰੱਕਾਂ ਦਾ 1000 ਜਾਂ 1800 ਰੁਪਈਆ ਵੀ ਹੈ ਨਾ, ਲੇਕਿਨ ਉਹ ਬੰਦ ਹੀ ਨਹੀਂ ਕਰ ਰਹੇ। ਜਿਵੇਂ ਤੁਸੀਂ ਸਫ਼ਰ ਬੜਾ ਕੀਤਾ ਗਾਇਕੀ ਦਾ, ਅੱਜ ਗਾਇਕੀ ਦੇ ਵਿੱਚ ਬੜੇ ਇਹੋ ਜਿਹੇ ਵਰਡ ਨੇ, ਬੜੇ ਲਫ਼ਜ਼ ਨੇ ਜਿਹੜੇ ਪੰਜਾਬੀ ਦੇ ਨਹੀਂ, ਉਹ ਇੰਗਲਿਸ਼ ਦੇ ਵਰਤੇ ਜਾ ਰਹੇ ਨੇ ਸਿੰਗਰਾਂ ਵੱਲੋਂ। ਫਿਰ ਅੱਜ ਜਿਹੜਾ ਰੈਪ ਕੀਤਾ ਜਾ ਰਿਹਾ ਇਹ ਟੋਟਲੀ ਇੰਗਲਿਸ਼ ਦੇ ਵਿੱਚ ਕੀਤਾ ਜਾ ਰਿਹਾ। ਇਹ ਕੌਣ ਜ਼ਿੰਮੇਵਾਰ ਹੈ? ਕਰਨਾਟਕਾ ਦੇ ਵਿੱਚ ਅਸੀਂ ਜਾਣਾ, ਅਸੀਂ ਤਾਂ ਲੋਕਾਂ ਦੇ ਵਿੱਚ ਰਹਿਣਾ ਹੈ, ਤੇ ਸਾਨੂੰ ਉੱਥੇ ਥੋੜ੍ਹੀ ਘਣੀ ਕਰਨਾਟਕਾ ਤਾਂ ਸਿੱਖਣੀ ਪਊਗੀ, ਫੇਰ ਹੀ ਅਸੀਂ ਉਹਨਾਂ ਲੋਕਾਂ ਦੇ ਵਿੱਚ ਸਕਾਂਗੇ। ਭਾਸ਼ਾਵਾਂ ਦਾ ਗਿਆਨ ਹੋਣਾ ਇੱਕ ਵੱਖਰੀ ਗੱਲ ਹੈ, ਪਰ ਜਿਸ ਭਾਸ਼ਾ ਦੇ ਆਧਾਰ ਤੇ ਤੁਸੀਂ ਦੁਨੀਆ ਦੇ ਵਿੱਚ ਮਕਬੂਲ ਹੁੰਦੇ ਹੋ, ਅੱਜ ਤੁਹਾਨੂੰ ਪੰਜਾਬੀ ਸਿੰਗਰ ਕਰਕੇ ਤੁਹਾਡੀ ਪਹਿਚਾਣ ਹੈ। ਤੇ ਰੋਜ਼ਮਰਾ ਦੀ ਜ਼ਿੰਦਗੀ ਦੇ ਵਿੱਚ ਆਪਣੇ ਇਹੋ ਜਿਹੇ ਸ਼ਬਦ ਨੇ ਜਿਹੜੇ ਆਪਾਂ ਇੰਗਲਿਸ਼ ਦੇ ਯੂਜ਼ ਕਰ ਰਹੇ ਹਾਂ, ਪਰ ਪਤਾ ਨਹੀਂ ਆਪਣੇ ਬੱਚਿਆਂ ਨੂੰ ਵੀ, ਜੇ ਬੱਚੇ ਪੁੱਛਣ ਵੀ ਤਾਂ ਪੰਜਾਬੀ ਦੱਸੋ, ਸਾਨੂੰ ਦੱਸਣੀ ਨਹੀਂ ਆ ਰਹੀ। ਅੱਜ ਬੇਬੇ ਬਾਪੂ ਸ਼ਬਦ ਕਿੱਥੇ ਗਏ? ਅੱਜ ਅਸੀਂ ਉਹਨਾਂ ਦੀ ਥਾਂ ਮੰਮੀ ਡੈਡੀ ਲੈ ਲਿਆ। ਗਾਂ ਸ਼ਬਦ ਚੇਂਜ ਹੁੰਦੇ ਨੇ, ਵਕੈਬ ਚੇਂਜ ਹੁੰਦੀ, ਵਕੈਬਲਰੀ, ਉਹ ਅਸੀਂ ਮੌਮ ਡੈਡ। ਹੁਣ ਪਾਕਿਸਤਾਨ ਤੇ ਜਾਂਦੇ ਅਸੀਂ, ਉੱਥੇ ਵੱਡੇ ਵੱਡੇ ਪੜ੍ਹੇ ਲਿਖੇ ਇੰਜੀਨੀਅਰ, ਐਡਵੋਕੇਟ ਵੀ ਉੱਥੇ ਅੰਮੀ ਤੇ ਅੱਬੂ ਕਹਿੰਦੇ ਨੇ। ਅਸੀਂ ਉਹਨਾਂ ਨੂੰ ਕਹਿੰਦੇ ਵੀ ਤੁਹਾਡੇ ਵਰਡ ਪਹੁੰਚੇ ਨਹੀਂ, ਕਹਿੰਦੇ ਵਰਡ ਪਹੁੰਚੇ ਨੇ ਪਰ ਅਸੀਂ ਅਡੋਪਟ ਨਹੀਂ ਕੀਤੇ। ਜੋ ਅੰਮੀ ਤੇ ਅੱਬੂ ਕਹਿਣ ਦੇ ਵਿੱਚ ਆਨੰਦ ਏ, ਉਹ ਮੌਮ ਡੈਡ ਕਹਿਣ ਦੇ ਵਿੱਚ ਨਹੀਂ। ਜਿਹੜੀਆਂ ਭੈਣਾਂ ਆਉਂਦੀਆਂ ਨੇ ਉਹ ਲਹਿੰਗਾ ਪਾ ਕੇ ਆਉਂਦੀਆਂ ਨੇ, ਚਰਖਾ ਵੀ ਆਉਂਦਾ, ਉਦੋਂ ਸੱਭਿਆਚਾਰ ਪ੍ਰੋਗਰਾਮ ਐਂ ਲੱਗਦਾ ਵੀ ਹੁਣ ਚਰਖਾ ਕੱਤਣਗੀਆਂ, ਪਰ ਇਹੋ ਜਿਹਾ ਕੱਤਦੀਆਂ ਵੀ ਅੱਖਾਂ ਬੰਦ ਹੁੰਦੀਆਂ ਵੀ ਉਹ ਵੇਖਣ ਨੂੰ ਚਿੱਤ ਨਹੀਂ ਕਰਦਾ। ਨਹੀਂ, ਉਹ ਤਾਂ ਬਿਜ਼ਨਸ ਹੈ, ਦੇਖੋ ਤਾਂ ਹਾਥੀ ਕੀ ਦਾਂਤ ਵਾਲੀ ਗੱਲ ਹੈ, ਖਾਣੇ ਕੋ ਔਰ ਦਿਖਾਣੇ ਕੋ। ਉਹਨਾਂ ਨੇ ਹੀ ਤਾਂ ਬੇੜਾ ਕਰ ਕੀਤਾ ਅਸਲ ਦੇ ਵਿੱਚ। ਜਦੋਂ ਤੁਹਾਡਾ ਸੱਭਿਆਚਾਰ, ਤੁਹਾਡੀ ਇਹ ਲਾਈਨ ਸੀ, ਤੁਹਾਡੀ ਗਾਇਕੀ ਦੀ ਲਾਈਨ ਸੀ, ਤੁਹਾਡੇ ਸੀਨੀਅਰਾਂ ਨੇ ਕਿਤੇ ਇਤਰਾਜ਼ ਨਹੀਂ ਕੀਤਾ ਵੀ ਆ ਡੀਜੇ ਦੇ ਵਿੱਚ ਜਿਹੜਾ ਗਾਉਂਦੇ ਵੀ ਕਿਤੇ ਨਾ ਕਿਤੇ ਧੱਬੇ, ਕਿਤੇ ਨਾ ਕਿਤੇ ਛਿੱਟੇ, ਇਹ ਸਾਡੀ ਗਾਇਕੀ ਸਾਡੇ ਚਰਿੱਤਰ ਤੇ ਵੀ ਪਈ। ਇੱਕ ਸਿਸਟਮ ਹੈ ਕਿ 5 ਫੁੱਟ ਤੱਕ ਜ਼ਮੀਨ ਮੇਰੀ ਹੈ, 5 ਫੁੱਟ ਤੋਂ ਬਾਅਦ ਜਿਹੜੀ ਹੈਗੀ ਆ ਉਹ ਗਵਰਨਮੈਂਟ ਦੀ ਹੈ, ਕਿਉਂਕਿ ਜਿਹੜਾ ਰੇਤਾ ਹੁੰਦਾ, ਮਾਈਨਿੰਗ ਹੁੰਦੀ ਹੈ, ਉਹ ਗਵਰਨਮੈਂਟ ਕਰ ਸਕਦੀ, ਬੰਦਾ ਨਹੀਂ ਕਰ ਸਕਦਾ। ਸੋ ਅਸੀਂ ਮਾਈਨਿੰਗ ਤੇ ਖੜੇ ਹਾਂ। ਜਿਹੜੀ ਸਾਡੀ ਜ਼ਮੀਨ ਹੈਗੀ ਨਾ, ਕਹਿੰਦਾ ਬੰਦਾ ਮੇਰੇ ਕੋਲ 10 ਕਿੱਲੇ ਹੈ, ਉਹ 10 ਕਿੱਲੇ 2 ਫੁੱਟ ਹੀ ਰਹਿ ਗਈ ਬਸ। ਉਹ ਜਦੋਂ ਸਾਡੇ ਬੱਚੇ ਆਉਣਗੇ ਭੁੱਖੇ ਮਰਨਗੇ ਨਾ, ਬਾਟਾ ਨਹੀਂ ਫੜਨਾ ਉਹਨਾਂ ਨੇ, ਫਿਰ ਕਹਿਣਾ ਚੱਕ ਲਓ ਉੱਤੋਂ। ਮੈਂ ਉਹਨੂੰ ਕਦੇ ਇਸ ਤੋਂ ਪਹਿਲਾਂ ਉਹਦਾ ਮੈਂ ਗਾਣਾ ਪੂਰਾ ਸੁਣਿਆ ਕੋਈ ਨਹੀਂ, ਮੇਰੇ ਕੰਨਾਂ 'ਚ ਪੈ ਜੇ ਗਾਣਾ ਗੱਲ ਵੱਖਰੀ ਹੈ, ਲੰਘਦੇ ਟੱਪਦੇ ਗਾਣਾ ਪੈ ਗਿਆ, ਲੇਕਿਨ ਮੈਂ ਆਪਦੇ ਮੋਬਾਈਲ ਤੋਂ ਜਾਂ ਆਪਣੇ ਘਰ 'ਚ ਮੈਂ ਗਾਣਾ ਕਦੇ ਪਲੇਅ ਨਹੀਂ ਕੀਤਾ, ਕਿਉਂਕਿ ਮੈਨੂੰ ਪਤਾ ਉਹਦੇ ਗਾਣੇ ਪਲੇਅ ਕਰਨ ਵਾਲੇ ਨਹੀਂ ਹੈ। ਮੈਨੂੰ ਮਜ਼ਾ ਨਹੀਂ ਆਉਣਾ, ਮੈਂ ਸੁਣ ਨਹੀਂ ਸਕਦਾ।
ਊੜਾ ਐੜਾ ਈੜੀ ਸੱਸਾ ਹਾਹਾ ਪੜ ਲੈ, ਓ ਗੁਰੂਆਂ ਦੀ ਬਾਣੀ ਦਾ ਤੂੰ ਲੜ ਫੜ ਲੈ। ਹਾਂ ਨਾਨਕ ਦੀ ਬਾਣੀ ਦਾ ਤੂੰ ਲੜ ਫੜ ਲੈ। ਦੇਸ਼ ਵਿਦੇਸ਼ ਦੇ ਦਰਸ਼ਕਾਂ ਦਾ ਤੁਹਾਡੇ ਆਪਣੇ ਸੇਵਕ ਹਰਪਾਲ ਸਿੰਘ ਮਖੂ ਵੱਲੋਂ ਦਿਲ ਦੀਆਂ ਗਹਿਰਾਈਆਂ ਤੋਂ ਸਵਾਗਤ ਕੀਤਾ ਜਾਂਦਾ ਹੈ। ਦਰਸ਼ਕੋ, ਜਿਵੇਂ ਆਪ ਜੀ ਨੂੰ ਪਤਾ ਵੀ ਅਸੀਂ ਨਵੇਂ ਤੋਂ ਨਵਾਂ ਮੁੱਦਾ ਲੈ ਕੇ ਆਪ ਜੀ ਲੋਕ ਕਚਹਿਰੀ ਵਿੱਚ ਪੇਸ਼ ਹੁੰਨੇ ਆ, ਤੇ ਅੱਜ ਦਾ ਮੁੱਦਾ ਹੈ ਪੰਜਾਬ, ਪੰਜਾਬੀ ਤੇ ਪੰਜਾਬੀਅਤ। ਇਸ ਮੁੱਦੇ ਤੇ ਆਪਾਂ ਵਿਚਾਰ ਕਰਾਂਗੇ ਸਾਡੇ ਇਲਾਕੇ ਦੀ ਬੜੀ ਹੀ ਨਾਮੀ ਸ਼ਖਸੀਅਤ ਸਿੱਧੂ ਸਾਹਿਬ। ਪੰਜਾਬੀ ਗਾਇਕੀ ਦੇ ਵਿੱਚ ਉਹਨਾਂ ਨੇ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੀ ਬੜੀ ਸੇਵਾ ਕੀਤੀ ਹੈ। ਸਿੱਧੂ ਸਾਹਿਬ ਸਾਡੇ ਇੱਥੇ ਚੈਨਲ ਤੇ ਪਹੁੰਚੇ ਤੇ ਆਪ ਜੀ ਦਾ ਜੀ ਆਇਆਂ ਨੂੰ। ਥੈਂਕ ਯੂ ਜੀ, ਬਹੁਤ ਬਹੁਤ ਮਿਹਰਬਾਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ, ਪੰਜਾਬ ਦੇ ਵਿੱਚ ਪੰਜਾਬੀ ਅਲੋਪ ਹੋ ਰਹੀ ਏ। ਆਖਰੀ ਸਾਹਾਂ ਤੇ ਮੈਂ ਕਹਿ ਦੇਵਾਂ, ਪੰਜਾਬ ਦੇ ਵਿੱਚ ਅੱਜ ਪਹਿਰਾਵੇ ਦੀ ਗੱਲ ਕਰੀਏ ਤੇ ਉਹ ਸਾਡਾ ਪਹਿਰਾਵਾ ਪੰਜਾਬੀ ਨਹੀਂ ਰਿਹਾ। ਅੱਜ ਖਾਣ ਪਾਣ ਦੀ ਗੱਲ ਕਰੀਏ ਤੇ ਉਹ ਸਾਡਾ ਖਾਣ ਪਾਣ ਪੰਜਾਬੀ ਨਹੀਂ ਰਿਹਾ। ਕਿਤੇ ਨਾ ਕਿਤੇ ਤੁਹਾਨੂੰ ਲੱਗਦਾ ਵੀ ਇਹ ਅਲੋਪ ਹੋ ਰਿਹਾ ਹੈ, ਤੇ ਇਹਦੇ ਪਿੱਛੇ ਵਜ੍ਹਾ ਕੀ ਹੈ ਤੇ ਇਹਨੂੰ ਸਰਜੀਤ ਕਿਵੇਂ ਕੀਤਾ ਜਾ ਸਕਦਾ ਹੈ? ਇਹਦੇ ਬਾਰੇ ਸਾਡੇ ਦਰਸ਼ਕਾਂ ਨੂੰ ਦੱਸਣ ਦਾ ਯਤਨ ਕਰੋ। ਸਭ ਤੋਂ ਪਹਿਲਾਂ ਤਾਂ ਜਿੰਨੇ ਵੀ ਸਾਡੇ ਇਸ ਵਕਤ ਸਾਨੂੰ ਦੇਖਣ ਵਾਲੇ ਸੁਣਨ ਵਾਲੇ ਸਰੋਤੇ ਦਰਸ਼ਕ ਨੇ, ਸਾਰਿਆਂ ਨੂੰ ਮੇਰੇ ਵੱਲੋਂ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਤੇ ਤੁਹਾਡਾ ਬਹੁਤ ਧੰਨਵਾਦ, ਤੁਸੀਂ ਆਪਣੇ ਇਸ ਚੈਨਲ ਦੇ ਉੱਤੇ ਕੁਝ ਆਪਣੇ ਵਿਚਾਰ ਸਾਂਝੇ ਕਰਨ ਦਾ ਜਿਹੜਾ ਹੈਗਾ ਮੌਕਾ ਪ੍ਰਦਾਨ ਕੀਤਾ ਹੈ। ਬੜਾ ਗੰਭੀਰ ਮਸਲਾ ਹੋ ਗਿਆ ਹੈ ਜੀ। ਇਹਦੇ ਬਾਰੇ ਕੁਝ ਕਹਿਣਾ ਜਾਂ ਇਹਦੇ ਇਲਾਜ ਦੀ ਗੱਲ ਕਰਨੀ, ਉਹ ਮੈਨੂੰ ਲੱਗਦਾ ਕਿ ਉਹ ਸਟੇਜ ਹੀ ਲੰਘ ਚੁੱਕੀ ਹੈ। ਪੰਜਾਬ ਅੱਜ ਤੋਂ ਨਹੀਂ, ਕਾਫੀ ਸਮੇਂ ਤੋਂ ਤਰਾਸਦੀ ਚੋਂ ਨਿਕਲ ਰਿਹਾ ਹੈ ਜੀ। ਚਾਹੇ ਉਹ ਪਾਣੀ ਦੀ ਗੱਲ ਹੋਵੇ ਜੀ, ਚਾਹੇ ਹਵਾ ਦੀ ਗੱਲ ਹੋਵੇ। ਪੰਜ ਦਰਿਆਵਾਂ ਤੋਂ ਇਹ ਹੋਂਦ ਚ ਆਇਆ ਨਾਮ। ਬਿਲਕੁਲ, ਪੰਜ ਆਬ, ਕਿਉਂਕਿ ਜਦੋਂ ਸਾਡੇ ਪੰਜ ਆਬ ਹੀ ਖਤਮ ਹੋ ਗਏ, ਜਿਸ ਕਰਕੇ ਪੰਜਾਬ ਸੀ, ਪੰਜਾਬ ਤਾਂ ਉਦੋਂ ਹੀ ਖਤਮ ਹੋ ਗਿਆ ਸੀਗਾ। ਬਿਲਕੁਲ, ਪੰਜਾਬ ਉਸ ਦਿਨ ਤੋਂ ਖਤਮ ਹੋ ਗਿਆ ਸੀਗਾ ਜਿੱਦਣ ਸਾਡੇ ਇਹ ਜਿਹੜੇ ਪੰਜ ਦਰਿਆ ਸੀ ਇਹ ਸਾਡੇ ਤੋਂ ਪਾਸੇ ਚਲੇ ਗਏ। ਜੇਲਮ, ਚਨਾਬ ਤੇ ਰਾਵੀ, ਦੋ ਰਹਿ ਗਏ ਸਾਡੇ ਕੋਲ, ਸਤਲੁਜ ਤੇ ਬਿਆਸ। ਠੀਕ ਹੈ ਨਾ। ਔਰ ਉਹ ਜਿਹੜੇ ਦਰਿਆ ਹੈ, ਉਹ ਦਰਿਆ ਤਾਂ ਜ਼ਹਿਰ ਦੇ ਦਰਿਆ ਵਗ ਰਹੇ, ਉਹ ਪਾਣੀ ਤਾਂ ਹੈ ਨਹੀਂ ਉਹਨਾਂ 'ਚ ਜੀ। ਉਹ ਤਾਂ ਸਿਰਫ ਇੱਕ ਜਰੀਆ ਹੈ ਕਿ ਜਦੋਂ ਪਹਾੜਾਂ 'ਚ ਹਿਮਾਚਲ 'ਚ ਬਹੁਤ ਜ਼ਿਆਦਾ ਪਾਣੀ ਆ ਜੇ, ਹਿਮਾਚਲ ਡੁੱਬ ਨਾ ਜਾਵੇ, ਹਿਮਾਚਲ ਗ੍ਰਸਤ ਨਾ ਹੋ ਜੇ ਧਰਤੀ 'ਚ, ਉਹਨੂੰ ਬਚਾਉਣ ਲਈ ਇੱਕ ਰਸਤਾ ਹੈ ਬਸ ਸਿਰਫ ਜੀ। ਔਰ ਉਹ ਵੀ ਜਦੋਂ ਸਾਡੇ ਇੱਥੇ ਪਾਣੀ ਆਉਂਦਾ ਹੈ ਤੇ ਇਹ ਏਰੀਆ ਖਾਸ ਕਰਕੇ ਜਿਹੜਾ ਡਿਸਟ੍ਰਿਕਟ ਫਿਰੋਜ਼ਪੁਰ ਦਾ ਏਰੀਆ, ਕੋਈ ਜਲੰਧਰ ਦਾ ਏਰੀਆ, ਸਾਰਾ ਤਹਿਸ ਨਹਿਸ ਹੋ ਜਾਂਦਾ, ਖਤਮ ਹੋ ਜਾਂਦਾ ਹੈ। ਸੋ ਇਹ ਵੀ ਸਾਡੇ ਲਈ ਦੋ ਦਰਿਆ ਜਿਹੜੇ ਰਹਿ ਗਏ, ਸਾਡੇ ਫਾਇਦੇ ਲਈ ਘੱਟ ਹੈ, ਸਾਡੇ ਨੁਕਸਾਨ ਲਈ ਜ਼ਿਆਦਾ ਹੈ। ਇੱਕ ਟਾਈਮ ਤੇ ਇੱਥੇ ਪਾਣੀ ਆਉਂਦਾ ਜਿਹੜਾ ਸਾਨੂੰ ਮਾਰਦਾ, ਔਰ ਉਸ ਤੋਂ ਬਾਅਦ ਜ਼ਹਿਰ ਆਉਂਦਾ ਜਿਹੜਾ ਸਾਨੂੰ ਫਿਰ ਮਾਰਦਾ। ਸੋ ਪੰਜਾਬ ਤਾਂ ਬਹੁਤ ਸਾਹਾਂ ਦੇ ਉੱਤੇ ਹੈ। ਔਰ ਉਸ ਤੋਂ ਵੱਡੀ ਗੱਲ ਇਹ ਹੈ ਕਿ ਪਤਾ ਨਹੀਂ ਲੋਕ ਸਮਝਦਾਰ ਅਸੀਂ, ਪਤਾ ਨਹੀਂ ਅਸੀਂ ਗਲਤ ਹੈ ਕਿ ਅੱਜ ਪੰਜਾਬ ਦੇ ਵਿੱਚ ਪੰਜਾਬੀ ਦੀ ਤਾਂ ਕੋਈ ਗੱਲ ਹੀ ਨਹੀਂ ਕਰ ਰਿਹਾ। ਚਾਹੇ ਉਹ ਪ੍ਰਾਈਵੇਟ ਸਕੂਲ ਹੈ ਤੇ ਚਾਹੇ ਉਹ ਸਰਕਾਰੀ ਸਕੂਲ ਹੈ। ਸਰਕਾਰੀ ਸਕੂਲ ਵੀ ਤਾਂ ਚੱਲਦੇ ਆ ਜਦੋਂ ਇਹ ਕਹਿੰਦੇ ਆ ਕਿ ਇੱਥੇ ਅਸੀਂ ਇੰਗਲਿਸ਼ ਸਿਖਾਵਾਂਗੇ, ਤੁਹਾਨੂੰ ਅਸੀਂ ਇੰਗਲਿਸ਼ ਦੇ ਵਿੱਚ ਵੀ ਇੱਥੇ 90% ਜਿਹੜੇ ਨੰਬਰ ਲੈ ਕੇ ਦੇਵਾਂਗੇ, ਸਕੂਲਾਂ ਨੂੰ ਬੱਚਿਆਂ ਨੂੰ ਭੇਜੋ। ਪੰਜਾਬੀ ਕਰਕੇ ਨਹੀਂ ਉਹ ਕਹਿ ਰਹੇ, ਉਹ ਅੰਗਰੇਜ਼ੀ ਦਾ ਪ੍ਰਚਾਰ ਕਰਕੇ ਹੀ ਸਰਕਾਰੀ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਖਿੱਚਣਾ ਚਾਹੁੰਦੇ ਆ। ਔਰ ਅੱਜ ਦੀ ਡੇਟ ਦੇ ਵਿੱਚ ਬਹੁਤ ਹੀ ਦੁੱਖ ਦੀ ਗੱਲ ਹੈ ਕਿ ਹਰ ਬੱਚਾ ਬ੍ਰੇਨ, ਕੰਟਰੀ ਨੂੰ ਚਲਾਉਣ ਵਾਸਤੇ, ਸਟੇਟ ਨੂੰ ਚਲਾਉਣ ਵਾਸਤੇ ਬ੍ਰੇਨ ਚਾਹੀਦੇ ਹੁੰਦੇ ਆ। ਜਿਹੜਾ ਮੁਲਕ ਦਾ ਪ੍ਰਧਾਨ ਮੰਤਰੀ ਹੁੰਦਾ ਹੈ, ਜਿਹੜਾ ਮੁੱਖ ਮੰਤਰੀ ਹੁੰਦਾ ਹੈ, ਉਹ ਡਿਸੀਜ਼ਨ ਉਹ ਨਹੀਂ ਲੈਂਦੇ। ਲੋਕਾਂ ਨੂੰ ਸ਼ਾਇਦ ਨਾ ਪਤਾ ਹੋਵੇ, ਕੋਈ ਵੀ ਡਿਸੀਜ਼ਨ ਮੁੱਖ ਮੰਤਰੀ ਨਹੀਂ ਲੈਂਦਾ। ਉਹ ਡਿਸੀਜ਼ਨ ਜਿਹੜੇ ਹੁੰਦੇ ਆ, ਬ੍ਰੇਨ ਰੱਖੇ ਹੁੰਦੇ ਆ। ਹਰ ਕੰਟਰੀ ਨੇ ਹਜ਼ਾਰਾਂ ਦੇ ਹਿਸਾਬ ਨਾਲ ਇੱਕ ਬ੍ਰੇਨ ਰੱਖੇ ਹੁੰਦੇ ਆ, ਜਿਨ੍ਹਾਂ ਦੀ ਡਿਊਟੀ ਹੁੰਦੀ ਹੈ ਸਵੇਰ ਤੋਂ ਲੈ ਕੇ ਸ਼ਾਮ ਤੱਕ ਸੋਚਣਾ। ਤੁਸੀਂ ਸਲਾਹ ਕਰਨੀ ਹੈ, ਵਿਸ਼ੇ ਸੋਚਣੇ ਹੈ, ਮੁੱਦੇ ਚੁੱਕਣੇ ਹੈ, ਕੀ ਮੁਲਕ ਲਈ ਕੀਤਾ ਜਾਵੇ ਜੋ ਮੁਲਕ ਦਾ ਭਲਾ ਹੋ ਜੇ, ਤੇ ਕੀ ਮੁਲਕ ਲਈ ਕੀਤਾ ਜਾਵੇ ਜਿਹਦੇ ਨਾਲ ਮੁਲਕ ਦਾ ਬੇੜਾ ਗਰਕ ਹੋ ਜੇ। ਉਹ ਮੁੱਦੇ ਬ੍ਰੇਨ ਹੁੰਦੇ ਆ। ਫਿਰ ਉਹ ਬ੍ਰੇਨ ਹੌਲੀ ਹੌਲੀ ਗੱਲ ਜਿਹੜੀ ਉਹ ਪ੍ਰਧਾਨ ਮੰਤਰੀ, ਮੁੱਖ ਮੰਤਰੀ ਤੱਕ ਆਉਂਦੀ ਹੈ। ਫਿਰ ਉਹ ਕਹਿੰਦਾ ਹਾਂ ਇਹਨੂੰ ਕਰ ਦਿਓ। ਫਿਰ ਉਹ ਜਿਹੜੇ 4-5 ਬੰਦੇ ਹੁੰਦੇ ਆ, ਫਿਰ ਉਹਨੂੰ ਉਹ ਰਿਪਲਾਈ ਕਰ ਦਿੰਦੇ ਆ ਕਿ ਓਕੇ ਇਸ ਚੀਜ਼ ਨੂੰ ਲਾਗੂ ਕਰ ਦਿਓ। ਸੋ ਅੱਜ ਜਿਹੜੀ ਹੈਗੀ ਆ ਆਈਲੈਟਸ ਬਹੁਤ ਵੱਡਾ ਮੁੱਦਾ ਹੋ ਗਿਆ ਕਿ ਹਰ ਬੱਚਾ, ਜਿਹੜਾ ਬੱਚਾ ਮੰਨ ਲਓ ਜਿਹਨੇ ਅਜੇ ਲੁਧਿਆਣਾ ਨਹੀਂ ਦੇਖਿਆ, ਚੰਡੀਗੜ੍ਹ ਨਹੀਂ ਦੇਖਿਆ, ਉਹ ਬੱਚੇ ਦਾ ਟਾਰਗੇਟ ਕੈਨੇਡਾ ਹੈ।
ਬਿਲਕੁਲ ਉਹ ਬੱਚੇ ਦਾ ਟਾਰਗੇਟ ਅਮਰੀਕਾ ਹੈ ਔਰ ਇੱਕੋ ਹੀ ਟਾਰਗੇਟ ਹੈ ਕਿ ਮੈਂ ਆਈਲੈਟਸ ਕਰਨੀ ਹੈ ਤੇ ਮੈਂ ਇੱਥੋਂ ਬਾਹਰ ਜਾਣਾ ਹੈ। ਜਿਹੜੀ ਅੱਗੇ ਪੈਸਾ ਬਾਹਰੋਂ ਜੀ ਵਿੱਚੇ ਗੱਲ ਕੱਟ ਰਿਹਾ, ਜਿਹੜਾ ਬੱਚਾ ਆਈਲੈਟਸ ਕਰ ਲੈਂਦਾ ਜਾਂ ਜਿਹਦਾ ਇੰਗਲਿਸ਼ ਦਾ ਫਲੋ ਏ, ਸਾਡੇ ਸਮਾਜ ਪੜ੍ਹਿਆ ਲਿਖਿਆ ਉਹਨੂੰ ਮੰਨ ਰਿਹਾ। ਬਿਲਕੁਲ ਉਹਨੂੰ ਮੰਨਿਆ ਜਾਂਦਾ। ਕਿਉਂ? ਹਾਲਾਂਕਿ ਇਹ 4 ਮੋਡਿਊਲ ਨੇ, ਲਿਸਨਿੰਗ, ਰਾਈਟਿੰਗ, ਸਪੀਕਿੰਗ, ਇਹੋ ਹੀ ਹੈ ਨਾ, ਪੜ੍ਹਨਾ, ਸੁਣਨਾ, ਲਿਖਣਾ ਤੇ ਬੋਲਣਾ। ਔਰ ਪੰਜਾਬੀ ਨਾਲੋਂ ਟੁੱਟ ਕੇ ਅਸੀਂ ਇਹਨਾਂ ਚੀਜ਼ਾਂ ਵੱਲ ਵੱਧ ਰਹੇ ਹਾਂ, ਵੈਸਟਰਨ ਵੱਲ ਜਾਂ ਹੋਰ। ਮੈਂ ਇਹ ਨਹੀਂ ਕਹਿੰਦਾ ਵੀ ਭਾਸ਼ਾਵਾਂ ਦਾ ਗਿਆਨ ਨਹੀਂ ਹੋਣਾ ਚਾਹੀਦਾ, ਭਾਸ਼ਾਵਾਂ ਦਾ ਗਿਆਨ ਹੋਣਾ ਚਾਹੀਦਾ, ਪਰ ਜਿਸ ਭਾਸ਼ਾ ਦੇ ਵਿੱਚ ਤੁਹਾਡਾ ਜਨਮ ਹੋਇਆ ਹੈ ਕਿਤੇ ਉਹ ਨਾ ਅਲੋਪ ਹੋ ਜੇ। ਨਹੀਂ, ਉਹ ਜਿਹੜੀ ਦੇਖੋ ਜਿਹੜੀ ਆਈਲੈਟਸ ਦੀ ਗੱਲ ਹੈ ਨਾ, ਉਹ ਆਈਲੈਟਸ ਵੀ ਬੱਚਿਆਂ ਨੂੰ ਤੁਸੀਂ ਇੱਥੋਂ ਬੱਚੇ ਜਿਹੜੇ ਬੈਂਡ 8 ਬੈਂਡ ਵੀ ਲੈ ਲੈਂਦੇ ਨਾ, ਮਾਫ ਕਰਨਾ, ਤੁਸੀਂ ਉਹਨਾਂ ਬੱਚਿਆਂ ਨੂੰ ਕਿਤੇ ਬੈਠ ਕੇ ਇੰਗਲਿਸ਼ ਦੇ ਵਿੱਚ ਗੱਲ ਕਰ ਲਓ। ਕੋਈ ਜਦੋਂ ਬੰਦਾ ਗੱਲ ਕਰੂਗਾ ਤਾਂ ਉਹ ਬੱਚੇ ਐਂ ਲੱਗਣਗੇ ਵੀ 3 ਬੈਂਡ ਵੀ ਇਹਨਾਂ ਦੇ ਨਹੀਂ ਹੋਣੇ ਚਾਹੀਦੇ, ਕਿਉਂਕਿ ਬੈਂਡ ਵੀ ਤਾਂ ਲੱਖ ਰੁਪਏ ਬੈਂਡ ਵਿਕਦਾ ਨਾ। ਅੱਛਾ ਜੀ, ਲੱਖ ਰੁਪਏ ਬੈਂਡ ਆ। ਜਦੋਂ ਤੁਸੀਂ ਬੈਂਡ ਖਰੀਦਣੇ, ਜਿੰਨੇ ਮਰਜ਼ੀ ਬੈਂਡ ਖਰੀਦ ਲਓ। ਸ਼ਰੇਆਮ, ਬਿਲਕੁਲ ਸ਼ਰੇਆਮ ਠੇਕੇਦਾਰ ਬੈਠੇ ਆ, ਏਜੰਟ ਬੈਠੇ ਜਿਹੜੇ ਕਹਿੰਦੇ ਲੱਖ ਰੁਪਈਆ ਲੱਗੂਗਾ ਬੈਂਡ ਦਾ। ਇਹ ਤਾਂ ਤੁਹਾਨੂੰ ਵੀ ਪਤਾ ਹੋਣਾ ਚਾਹੀਦਾ। ਬੈਂਡ ਵੀ ਅਸੀਂ ਐਂ ਖਰੀਦਦੇ ਹਾਂ ਕਿਉਂਕਿ ਇਹ ਸਾਡਾ ਮਕਸਦ ਹੁੰਦਾ ਸਿਰਫ ਅਸੀਂ ਕੈਨੇਡਾ ਦੇ ਵਿੱਚ ਐਂਟਰ ਕਰਨਾ ਹੈ ਔਰ ਉੱਥੇ ਜਾ ਕੇ ਬੱਚਿਆਂ ਨੇ ਕਰਨਾ ਕੀ ਹੈ। 8 ਬੈਂਡ ਕਰਨ ਤੋਂ ਬਾਅਦ, ਇੰਗਲਿਸ਼ ਆਉਣ ਤੋਂ ਬਾਅਦ ਵੀ ਬੱਚੇ ਕੀ ਕਰਦੇ, ਉਹਨਾਂ ਨੇ ਜਾਂ ਤਾਂ ਟਰੱਕਿੰਗ ਦਾ ਕੰਮ ਕਰਨਾ ਹੈ, ਲੇਬਰ ਕਰਨੀ ਹੈ, ਲੇਬਰ ਹੀ ਕਰਨਗੇ ਬੱਚੇ ਉੱਥੇ ਜਾ ਕੇ ਵੀ। ਬੱਚੇ ਕੁਝ ਹੋਰ ਨਹੀਂ ਕਰਦੇ ਕਿਉਂਕਿ ਪੜ੍ਹ ਕੇ ਗਏ ਹੀ ਨਹੀਂ। ਬਿਲਕੁਲ, ਹੈ ਨਾ। ਸੋ ਇਹ ਇੱਕ ਬੜੀ ਵੱਡੀ ਤਰਾਸਦੀ ਹੈ ਕਿ ਸਾਡਾ ਜਿਹੜਾ ਪੈਸਾ ਬਾਹਰੋਂ ਇੱਥੇ ਪਹਿਲਾਂ ਆਉਂਦਾ ਸੀਗਾ, ਅੱਜ ਅਸੀਂ ਹਰ ਬੰਦਾ 2 ਕਿੱਲੇ 3 ਕਿੱਲੇ ਵੇਚ ਕੇ ਹੀ ਆਪਦੇ ਬੱਚਿਆਂ ਨੂੰ ਬਾਹਰ ਲੈ ਕੇ ਜਾ ਰਿਹਾ ਹੈ। ਔਰ ਉਸ ਤੋਂ ਬਾਅਦ ਜਿਹੜਾ ਅੱਜ ਦੀ ਡੇਟ 'ਚ ਮੁੱਦਾ ਬਹੁਤ ਵੱਡਾ ਬਣਿਆ ਲੜਕੀਆਂ ਵਾਲਾ, ਕਿ ਲੜਕੀਆਂ ਆਈਲੈਟਸ ਕਰਦੀਆਂ ਔਰ ਸਾਡੇ ਮੁੰਡੇ ਜਿਹੜੇ ਘਰੇ ਬੈਠ ਕੇ ਆਪਦਾ ਇੰਜੋਏ ਕਰਦੇ, ਉਸ ਤੋਂ ਬਾਅਦ ਲੜਕੀ ਨੂੰ ਪੈਸੇ ਦੇ ਕੇ ਬਾਹਰ ਭੇਜਦੇ ਆ। ਔਰ ਉਸ ਤੋਂ ਬਾਅਦ ਅੱਜ ਦੀ ਡੇਟ 'ਚ ਜਿਹੜਾ ਸੋਸ਼ਲ ਮੀਡੀਆ 'ਤੇ ਨੰਗੇ ਹੋਏ ਵੀ ਅਸੀਂ ਸਾਰੇ, ਅਸੀਂ ਪੂਰੇ ਨੰਗੇ ਹੋ ਗਏ। ਸ਼ਰਮ ਆਉਂਦੀ ਆ ਉਹ ਸੁਣ ਕੇ। ਜੋਗਿੰਦਰ ਬਾਸੀ ਦਾ ਪ੍ਰੋਗਰਾਮ ਹੈ, ਤੁਸੀਂ ਅਗਰ ਸੁਣ ਲਓ, ਤੁਸੀਂ 2 ਪ੍ਰੋਗਰਾਮ ਸੁਣੋਗੇ, ਤੀਜਾ ਪ੍ਰੋਗਰਾਮ ਸੁਣ ਹੀ ਨਹੀਂ ਸਕਦੇ ਤੁਸੀਂ, ਕਿਉਂਕਿ ਬੰਦੇ ਨੂੰ ਸ਼ਰਮ ਆਉਣੀ ਸ਼ੁਰੂ ਹੋ ਜਾਂਦੀ ਕਿ ਸਾਡਾ ਜਿਹੜੇ ਪੰਜਾਬੀ 10 ਗੁਰੂਆਂ ਨੂੰ ਅਸੀਂ ਆਪਣਾ ਪੈਰੋਕਾਰ ਮੰਨਦੇ ਸੀ, ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣਾ ਪੈਰੋਕਾਰ ਮੰਨਦੇ ਸੀਗੇ, ਅਤੇ ਸਾਡੀ ਮਿਆਰ ਸਾਡਾ ਆ ਹੈ। ਇਹ ਹੋ ਸਕਦਾ ਕਿਸੇ ਪੰਜਾਬੀ ਦਾ ਮਿਆਰ ਕਿ ਆਪਣੀ ਤਾਏ ਚਾਚੇ ਦੀ ਜਾਂ ਮਾਸੀ ਦੀ ਲੜਕੀ ਨਾਲ ਵਿਆਹ ਕਰਾ ਕੇ ਤੁਸੀਂ ਉੱਥੇ ਪਹੁੰਚ ਜਾਓ ਤੇ ਪੱਕੇ ਹੋ ਜਾਓ? ਬਿਲਕੁਲ ਜੀ। ਕੀ ਮੈਂ ਝੂਠ ਬੋਲਦਾ? ਨਹੀਂ, ਸੱਚ ਹੈ ਜੀ। ਹੈ ਨਾ। ਕੀ ਮਿਆਰ ਹੈਗਾ ਸਾਡਾ ਇਹ? ਨਹੀਂ। ਕਿਉਂਕਿ ਫਾਇਦਾ ਹੈ ਸਾਨੂੰ, 11 ਗੁਰੂਆਂ ਦੀ ਔਲਾਦ ਅਸੀਂ ਹੈਗੇ ਫਿਰ, ਹੈ ਨਾ। ਸੋ ਅਸੀਂ ਮਿਆਰ ਖਤਮ ਕਰ ਲਿਆ, ਸਾਡੀ ਜ਼ਮੀਰ ਵੀ ਖਤਮ ਹੋ ਗਈ ਅਤੇ ਸਾਡੀ ਜ਼ਮੀਨ ਵੀ ਖਤਮ ਹੋ ਗਈ, ਸਾਡੇ ਪੱਲੇ ਰਿਹਾ ਹੀ ਕੱਖ ਨਹੀਂ। ਇਹ ਤਾਂ ਆਉਣ ਵਾਲਾ ਪੰਜਾਬ ਕੁਝ ਸਾਲ ਹੀ ਹੈ। ਇਹ ਪੰਜਾਬ ਦੇ ਵਿੱਚ ਪੰਜਾਬੀ ਤਾਂ ਰਹਿ ਹੀ ਨਹੀਂ ਸਕਦਾ ਜਿਸ ਤਰੀਕੇ ਨਾਲ ਅਸੀਂ ਕੰਮ ਨਹੀਂ ਕਰ ਰਹੇ ਇੱਥੇ। ਬਈਏ ਤੁਸੀਂ, ਮੈਂ ਪਿਛਲੇ ਦਿਨੀ ਲੁਧਿਆਣੇ ਜਾਣ ਦਾ ਮੈਨੂੰ ਮੌਕਾ ਮਿਲਿਆ, ਕਿਸੇ ਦੋਸਤ ਨੂੰ ਮਿਲਣਾ ਸੀ। ਉਹ ਮੈਨੂੰ ਕਹਿੰਦਾ ਬੱਸ ਸਟੈਂਡ ਦੇ ਨਾਲ ਤੁਸੀਂ ਆ ਜਾਓ ਅਤੇ ਮੈਂ ਤੁਹਾਨੂੰ ਬਾਹਰ ਮਿਲਦਾ। ਔਰ ਮੈਂ ਲੁਧਿਆਣੇ ਹੀ ਰਹਿੰਦਾ ਰਿਹਾ, ਲੇਕਿਨ ਹੁਣ ਮੈਂ ਬੜੀ ਦੇਰ ਬਾਅਦ ਲੁਧਿਆਣੇ ਉਸ ਸਾਈਡ 'ਤੇ ਗਿਆ। ਉਹਨੇ ਮੈਨੂੰ ਇੱਕ ਬੱਸ ਸਟੈਂਡ ਦੇ ਨਾਲ ਹੀ ਇੱਕ ਹੋਰ ਬੱਸ ਸਟੈਂਡ ਬਣਿਆ, ਹੈ ਤਾਂ ਮਾਰਕੀਟ ਹੈ ਲੇਕਿਨ ਉਹ ਬੱਸ ਸਟੈਂਡ ਆ, ਬੜਾ ਵੱਡਾ ਬੱਸ ਸਟੈਂਡ ਬਣ ਗਿਆ। ਉੱਥੇ ਜਾ ਕੇ ਬੈਠੇ ਅਤੇ ਮੈਂ ਦੇਖਿਆ ਉੱਥੇ ਬਾਹਲਾ ਨਹੀਂ ਤਾਂ ਕੋਈ 25-30 ਹਜ਼ਾਰ ਰੁਪਈਆ ਉੱਥੇ ਭੱਜਿਆ ਤੁਰਿਆ ਫਿਰਦਾ। ਅਤੇ ਇੱਕ ਮਤਲਬ ਜਦੋਂ ਆਉਂਦੇ ਐਂ ਲੱਗਦਾ ਵੀ 200-300 ਆ ਗਿਆ। ਅਤੇ ਮੈਂ ਕਿਹਾ ਵੀ ਇਹ ਕੀ ਗੱਲ ਹੈ? ਕਹਿੰਦੇ ਜੀ ਜਿੰਨੀਆਂ ਬੱਸਾਂ ਹੈ ਇਹ ਸਾਰੀਆਂ ਬੱਸਾਂ ਯੂਪੀ, ਬਿਹਾਰ, ਲਖਨਊ, ਇਹ ਸਾਰੀ ਇੱਧਰ ਬੱਸਾਂ ਜਾ ਰਹੀਆਂ। ਔਰ ਫਿਰ ਉਹਨੇ ਬੰਦੇ ਨੇ ਜਦੋਂ ਗੱਲਾਂ ਦੱਸੀਆਂ, ਕਹਿੰਦਾ ਇੱਕ ਬੱਸ 'ਚ 180 ਪੌਣੇ 200 ਬੰਦਾ ਇੱਕ ਬੱਸ ਦੇ ਵਿੱਚ ਜਾ ਰਿਹਾ, ਭਰ ਕੇ ਤੁੰਨ ਕੇ ਜਾ ਰਿਹਾ। ਲੁਧਿਆਣਾ ਗੜ ਬਣ ਗਿਆ। ਲੁਧਿਆਣੇ ਤੋਂ 1500-1800 ਰੁਪਈਆ ਇੱਕ ਬੰਦਾ ਟਿਕਟ ਦੇ ਰਿਹਾ। ਅੱਛਾ ਜੀ। ਔਰ ਬੱਸ ਉੱਥੇ ਘੱਟੋ ਘੱਟ ਖੜੀ ਹੈ 100-150। ਔਰ ਉਹ ਜ਼ਿਆਦਾਤਰ ਐਂ ਕਹਿ ਲਓ ਤੁਸੀਂ ਕਿ ਉਹ ਬੱਸਾਂ ਜਿਹੜੀਆਂ 2 ਨੰਬਰ 'ਚ ਹੀ ਜਾ ਰਹੀਆਂ, ਉਹਦਾ ਕੋਈ ਲੇਖਾ ਜੋਖਾ ਨਹੀਂ ਹੈ। ਕਿਉਂਕਿ ਜੇ ਲੇਖਾ ਜੋਖਾ ਹੋਵੇ ਤਾਂ ਇੱਕ ਬੱਸ ਦੇ ਵਿੱਚ ਮੈਨੂੰ ਲੱਗਦਾ 40-45 ਜਾਂ 53 ਸ਼ਾਇਦ ਸੀਟਾਂ ਹੁੰਦੀਆਂ। ਬਿਲਕੁਲ। ਉਸ ਤੋਂ ਬਾਅਦ ਤੁਸੀਂ ਬਿਠਾ ਨਹੀਂ ਸਕਦੇ। ਅਗਰ ਐਕਸੀਡੈਂਟ ਹੋ ਗਿਆ, ਉਹਦੇ 'ਚ ਪ੍ਰੋਬਲਮ ਆ ਗਈ ਤੇ ਉਹ ਸਮਝ ਲਓ ਵੀ ਉਹ ਸਾਰਾ ਕੁਝ ਗਲਤ ਹੋ ਗਿਆ। ਪ੍ਰਵਾਸੀਆਂ ਤੋਂ ਗੱਲ ਚੱਲੀ ਹੈ ਵੀ ਵੇਖੋ, ਆਪਣੇ ਪ੍ਰਵਾਸੀ ਖੇਤਾਂ 'ਚ ਆਉਂਦੇ ਨੇ ਕੰਮ ਕਰਨ ਲਈ, ਆਉਂਦੇ ਨੇ ਝੋਨਾ ਲਾਉਣ ਲਈ ਜਾਂ ਪਸ਼ੂਆਂ ਦਾ ਚਾਰਾ ਪਾਉਣ ਲਈ ਆਉਂਦੇ ਨੇ, ਘਰਾਂ ਦੇ ਵਿੱਚ ਕੰਮ ਕਰਦੇ ਨੇ। ਪਰ ਕਿਤੇ ਨਾ ਕਿਤੇ ਮੈਂ ਇਹਨਾਂ ਨੂੰ ਜ਼ਿੰਮੇਵਾਰ ਸਮਝਦਾ ਵੀ ਵੇਖੋ, ਉਹ ਆ ਕੇ ਸਾਨੂੰ ਸਗੋਂ ਹਿੰਦੀ ਸਿਖਾ ਜਾਂਦੇ ਨੇ, ਬਲਕਿ ਸਿਖਾਉਣਾ ਤੇ ਅਸੀਂ ਉਹਨਾਂ ਨੂੰ ਪੰਜਾਬੀ ਸੀ, ਕਿਉਂਕਿ ਉਹ ਪੰਜਾਬ 'ਚ ਆਏ ਸੀ। ਉਹ ਸਾਰੇ ਟੱਬਰ ਨੂੰ ਮੈਂ ਤੇ ਕਹਿੰਦਾ ਵੀ 13-14 ਜਾਣਿਆਂ ਨੂੰ ਹਿੰਦੀ ਸਿਖਾਉਣੀ ਸੌਖੀ ਕਿ ਇੱਕ ਜਾਣੇ ਨੂੰ ਪੰਜਾਬੀ। ਉਹ ਸਾਨੂੰ ਮੱਝ ਤੋਂ ਭੈਂਸ ਕਹਿਣੀ ਸਿਖਾ ਜਾਂਦਾ ਹੈ, ਅਸੀਂ ਸਾਰਾ ਟੱਬਰ ਰਲ ਕੇ ਉਹਨੂੰ ਮੱਝ ਕਹਿਣੀ ਨਹੀਂ ਸਿਖਾ ਸਕਦੇ। ਉਹ ਹੀ ਹੈ ਨਾ, ਅਸੀਂ ਅਸਲ ਦੇ ਵਿੱਚ ਬਹੁਤ ਲਾਈਲੱਗ ਲੋਕ ਹੈ। ਅਸੀਂ ਬਹੁਤ ਲਾਈਲੱਗ ਲੋਕ ਹੈ। ਅਸੀਂ ਦੇਖੋ, ਸਾਡੇ ਫਸਾਦ ਜਿਹੜੇ ਹੈ ਸਾਡੇ ਮੁਲਕ ਦੇ ਵਿੱਚ, ਜਿਹੜੇ ਹੁਣ ਤੱਕ ਫਸਾਦ ਹੋਏ ਹੈ, ਉਹ ਹੁੰਦੇ ਕਿਉਂ ਆ? ਇੱਕ ਮੁੱਦਾ ਉੱਠਦਾ ਹੈ, ਇੱਕ ਬੰਦਾ ਉੱਠਦਾ ਹੈ, ਉਹ ਤੁਹਾਨੂੰ ਲੋਕਾਂ ਨੂੰ ਆਪਣੇ ਮਗਰ ਲਾਉਂਦਾ ਹੈ। ਉਹ ਕੋਈ ਵੀ ਮਤਲਬ ਆਪਾਂ ਰਾਹੀ ਕਹਿ ਸਕਦੇ ਹਾਂ, ਕੋਈ ਵੀ ਇੱਕ ਰਾਹਗੀਰ ਕਹਿ ਸਕਦੇ ਹਾਂ, ਔਰ ਅੱਧੇ ਲੋਕ ਉਹਦੇ ਹੱਕ 'ਚ ਹੋ ਜਾਂਦੇ ਆ, ਅੱਧੇ ਉਹਦੇ ਵਿਰੁੱਧ 'ਚ ਹੋ ਜਾਂਦੇ ਆ, ਔਰ ਉਸ ਤੋਂ ਬਾਅਦ ਉਹ ਹਿੰਸਾ ਭੜਕਦੀ ਹੈ। ਕਿੰਨੇ ਮਰਹਲੇ ਇੱਦਾਂ ਦੇ ਆਏ ਹੈ, ਕਿੰਨਾ ਕੁਛ ਸਾਡੇ ਪੰਜਾਬ ਦੇ ਵਿੱਚ ਗਲਤ ਹੋਇਆ ਹੈ, ਜੋ ਕਿ ਅਗਰ ਕੋਈ ਸੱਚਾ ਹੁੰਦਾ ਤਾਂ ਸਾਰੀ ਦੁਨੀਆ ਉਹਦੇ ਨਾਲ ਲੱਗੇ, ਫਿਰ ਤਾਂ ਅਸੀਂ ਉਸ ਨੂੰ ਜਿੱਤ ਵੀ ਪ੍ਰਾਪਤ ਕਰਾਂਗੇ। ਪਰ ਹੁੰਦਾ ਕੀ ਹੈ ਕਿ ਅੱਧੇ ਲੋਕ ਉਹਦੇ ਹੱਕ 'ਚ ਆ ਅਤੇ ਅੱਧੇ ਲੋਕ ਉਹਦੇ ਵਿਰੁੱਧ ਹੈ ਨਾ। ਕਿੰਨੇ ਡੇਰੇ ਆ ਗਏ,
ਕਿੰਨੀ ਮਤਲਬ ਧਰਮ ਨਵੇਂ ਉੱਠ ਖੜੇ, ਜਦ ਕਿ ਸਿੱਖ ਧਰਮ ਜਿਹੜਾ ਆਪਣੇ ਆਪ ਦੇ ਵਿੱਚ ਮੈਂ ਮੰਨਦਾ ਕਿ ਇਸ ਤੋਂ ਵੱਡਾ ਧਰਮ ਦੁਨੀਆ ਮੰਨਦੀ ਹੈ, ਗੋਰੇ ਵੀ ਮੰਨਦੇ ਆ ਕਿ ਸਿੱਖ ਧਰਮ ਨਾਲੋਂ ਪਵਿੱਤਰ ਧਰਮ ਕੋਈ ਨਹੀਂ ਹੈ ਜੀ। ਜਿੱਥੇ ਕਿਸੇ ਚੀਜ਼ ਦੀ ਪੂਜਾ ਨਹੀਂ ਹੁੰਦੀ, ਕਿ ਸਿਰਫ ਸ਼ਬਦ ਦੀ ਪੂਜਾ ਹੁੰਦੀ ਹੈ, ਉੱਥੇ ਕੋਈ ਗੁਰੂ ਨਹੀਂ ਬੈਠਾ, ਬਿਲਕੁਲ ਹੈ ਨਾ। ਲੇਕਿਨ ਅੱਜ ਅਸੀਂ ਪੂਜਾ ਗੁਰਬਾਣੀ ਦੀ ਨਹੀਂ ਕਰ ਰਹੇ, ਗੁਰੂ ਗ੍ਰੰਥ ਸਾਹਿਬ ਦੀ ਪੂਜਾ ਨਹੀਂ ਕਰ ਰਹੇ, ਅਸੀਂ ਸ਼ਬਦ ਦੀ ਪੂਜਾ ਨਹੀਂ ਕਰਦੇ। ਅਸੀਂ ਕੀ ਕਰਦੇ, ਉਹਦੇ ਨਾਲ ਇੱਕ ਮਤਲਬ ਬਹੁਤ ਸੋਹਣਾ ਜਿਹੜਾ ਪਲੰਗ ਬਿਠਾ ਕੇ ਗੁਰੂ ਬਿਠਾਉਣੇ, ਅਸੀਂ ਲੋਕੀ ਉਹਨੂੰ ਡੇਤਾਰੀ, ਅਸੀਂ ਉਹਨੂੰ ਮੱਥਾ ਟੇਕਦੇ ਹਾਂ। ਔਰ ਅੱਜ ਸਾਡੇ ਸਿੱਖ ਧਰਮ ਦੇ ਵਿੱਚ ਗਿਣਤੀ ਵੀ ਨਹੀਂ ਕੀਤੀ ਜਾ ਸਕਦੀ ਹੈ, ਹਜ਼ਾਰਾਂ ਦੇ ਹਿਸਾਬ ਨਾਲ ਸੰਤ ਹੈ, ਹਜ਼ਾਰਾਂ ਦੇ ਹਿਸਾਬ ਨਾਲ ਜਿਹੜੇ ਲੋਕਾਂ ਨੇ ਆਪਦੇ ਡੇਰੇ ਬਣਾਏ ਆ, ਔਰ ਬੀਬੀਆਂ ਉਹਨਾਂ ਦੇ ਪੈਰ ਘੁੱਟਦੀਆਂ, ਦੁੱਧ ਨਾਲ ਪੈਰ ਉਹਨਾਂ ਦੇ। ਤੁਹਾਨੂੰ ਲੱਗਦਾ ਵੀ ਇਹ ਵੀ ਪੰਜਾਬੀਅਤ ਦਾ ਘਾਣ ਕਰ ਰਹੇ ਨੇ? ਬਿਲਕੁਲ ਬਿਲਕੁਲ ਜੀ, ਇਹ ਮੈਂ ਤਾਂ ਇਹ ਗੱਲ ਕਹੂੰਗਾ ਜੀ, ਦੇਖੋ ਇਹਦੇ 'ਚ ਸਰਕਾਰਾਂ ਦਾ ਬਹੁਤ ਵੱਡਾ ਯੋਗਦਾਨ ਹੈ। ਇਹ ਜਿਹੜੇ ਜਿੰਨੇ ਵੀ ਡੇਰੇ ਹੈ, ਜਿੰਨੇ ਵੀ ਇਹਦੇ 'ਚ ਜਿੰਨੇ ਵੀ ਇਹ ਸੰਤ ਬਣਾਏ ਹੋਏ ਆ, ਜਿਹੜੇ ਕੋਈ ਸਿਗਰਟਾਂ ਪੀਂਦੇ ਆ, ਕੋਈ ਚਿਲਮਾਂ ਪੀਂਦੇ ਆ, ਉੱਥੇ ਨਸ਼ੇ ਚੱਲਦੇ ਆ, ਅਤੇ ਕੀ ਉੱਥੇ ਮਤਲਬ ਇੱਕ ਘਰ ਦੇ ਵਿੱਚ ਜੇ 2 ਦਾਰੂ ਦੀਆਂ ਬੋਤਲਾਂ ਪਈਆਂ, ਉੱਥੇ ਜੇ ਰੇਡ ਪੈ ਸਕਦੀ ਹੈ ਅਤੇ ਉੱਥੇ ਰੇਡ ਨਹੀਂ ਪੈ ਸਕਦੀ, ਕਦੇ ਨਹੀਂ ਪਈ, ਨਾ ਹੀ ਪੈ ਸਕਦੀ ਹੈ। ਕਾਰਨ ਇਹ ਕਿ ਉਹ ਸਭ ਜਿਹੜਾ ਸਪਾਂਸਰਡ ਚੀਜ਼ਾਂ ਹੈਗੀਆਂ ਤਾਂ ਕਿ ਸਿੱਖ ਧਰਮ ਨੂੰ ਤੋੜਿਆ ਜਾਵੇ, ਸਿੱਖ ਧਰਮ ਨੂੰ ਦੋਫਾੜ ਕੀਤਾ ਜਾਵੇ, ਜੋ ਕਿ ਹੋ ਚੁੱਕਿਆ। ਔਰ ਅਸੀਂ ਤੋਂ ਭੜਕ ਗਏ। ਜੇ ਸਰਕਾਰਾਂ ਡੇਰੇ ਪੈਦਾ ਕਰ ਰਹੀਆਂ ਤੇ ਸਰਕਾਰਾਂ ਇਹ ਪੰਜਾਬੀ ਬੋਲੀ ਨੂੰ ਵੀ ਨਾਸ ਕਰ ਰਹੀਆਂ। ਜੇ ਤੁਸੀਂ ਆਪਾਂ ਗੱਲ ਸ਼ੁਰੂਆਤ 'ਚ ਕੀਤੀ ਸੀ ਇੰਗਲਿਸ਼ ਮੀਡੀਅਮ ਸਕੂਲਾਂ ਦੀ, ਉਹਨਾਂ ਨੂੰ ਐਫੀਲੀਏਸ਼ਨ ਕੌਣ ਦਿੰਦਾ? ਸਰਕਾਰ ਦਿੰਦੀ ਹੈ। ਦੇਖੋ ਉਹਦੇ 'ਚ ਉਹੀ ਆਪਾਂ ਗੱਲ ਕਰ ਰਹੇ ਹਾਂ ਕਿ ਸਰਕਾਰ ਨੂੰ ਤਾਂ ਰੈਵਨਿਊ ਚਾਹੀਦਾ ਜੀ। ਸਰਕਾਰ ਨੂੰ ਤੁਸੀਂ ਪ੍ਰਪੋਜ਼ਲ ਦੇ ਦਿਓ ਕਿ ਤੁਹਾਨੂੰ ਅਸੀਂ ਇੰਨੇ ਕਰੋੜ ਰੁਪਈਆ ਦਿੰਦੇ ਹਾਂ। ਸਰਕਾਰ ਨੂੰ ਕੀ ਜ਼ਰੂਰਤ ਹੈ ਕਿ ਉਹ ਮਿੰਨਤਾਂ ਕਰੇ ਲੋਕਾਂ ਦੀਆਂ, ਉਹ ਅਫਸਰ ਬਣਾਵੇ, ਉਹਦੇ 'ਚ ਪੈਸਾ ਖਰਚੇ, ਉਹ ਕਹਿੰਦੀ ਓਕੇ ਸਾਨੂੰ ਦਿਓ। ਹੁਣ ਜਿਹੜਾ ਟੋਲ ਸਿਸਟਮ ਹੈ, ਫੋਰਨ 'ਚ ਤੁਸੀਂ ਵੀ ਜਾਂਦੇ ਹੋ, ਮੈਂ ਵੀ ਫੋਰਨ 'ਚ ਜਾਂਦਾ, ਤੁਸੀਂ ਯੂਕੇ ਦੇ ਵਿੱਚ ਜਾਓ, ਉੱਥੇ ਟੋਲ ਟੈਕਸ ਜ਼ਰੂਰੀ ਨਹੀਂ ਹੈ। ਉਹਨਾਂ ਨੇ ਰੋਡ 'ਤੇ ਕਿਸੇ ਤੇ ਯੂਕੇ ਦੇ ਕਿਸੇ ਰੋਡ 'ਤੇ ਟੋਲ ਟੈਕਸ ਨਹੀਂ ਹੈ। ਪ੍ਰਾਈਵੇਟ ਰੋਡ ਬਣੇ ਹੈ, ਉਹਦੇ 'ਤੇ ਲਿਖਿਆ ਹੈ ਕਿ ਇਹ ਟੋਲ ਟੈਕਸ ਪੇਡ ਹੈ। ਅਗਰ ਤੁਸੀਂ ਜਾਣਾ ਤਾਂ ਉੱਧਰ ਦੀ ਚਲੇ ਜਾਓ ਜੇ ਤੁਹਾਨੂੰ ਬਹੁਤ ਜਲਦੀ ਹੈ, ਜਾਂ ਤੁਸੀਂ ਚਾਹੁੰਦੇ ਆ ਕਿ ਜੇ ਉੱਧਰ ਰਸ਼ ਹੋਇਆ ਮੇਰਾ ਅੱਧਾ ਘੰਟਾ ਲੱਗੂਗਾ ਅਤੇ ਮੈਂ 2 ਪਾਉਂਡ ਦੇ ਦੇਵਾਂ, ਫਿਰ ਤੁਸੀਂ ਜਾ ਸਕਦੇ ਹੋ। ਨਹੀਂ ਤਾਂ ਤੁਹਾਨੂੰ ਰੋਡ ਉਹਨਾਂ ਨੇ ਸਾਰੇ ਜਿਹੜੇ ਆ ਵਿਦਆਊਟ ਦਿੱਤੇ ਆ। ਅਗਰ ਉੱਥੇ ਦੇ ਸਕਦੇ ਆ ਤਾਂ ਇੰਡੀਆ ਦੇ ਵਿੱਚ ਕਿਉਂ ਨਹੀਂ ਦੇ ਸਕਦੇ? ਇੱਥੇ ਤੇ ਸਗੋਂ ਦੋਹਰਾ ਟੈਕਸ ਦੇਣਾ ਪੈਂਦਾ। ਪਹਿਲਾਂ ਗੱਡੀ ਆਪਾਂ ਏਜੰਸੀ ਤੋਂ ਬਾਹਰ ਕੱਢਦੇ ਤੇ ਆਪਾਂ ਰੋਡ ਟੈਕਸ ਦਿੰਦੇ ਆ, ਅਜੇ ਰੋਡ ਤੇ ਆਪਾਂ ਚੜ੍ਹਦੇ ਹੀ ਤੇ ਫਿਰ ਰੋਡ ਟੈਕਸ ਥਾਂ ਥਾਂ ਤੇ ਟੋਲ ਪਲਾਜ਼ੇ ਬਣੇ ਨੇ। ਮੈਂ ਉਹੀ ਗੱਲ ਕਰ ਰਿਹਾ ਸੀ ਕਿ ਕੋਈ ਗਵਰਨਮੈਂਟ ਨੇ ਕੀ ਕੀਤਾ ਹੈ ਕਿ ਗਵਰਨਮੈਂਟ ਨੇ ਉਸ ਕੰਪਨੀਆਂ ਤੋਂ ਪੈਸਾ ਲੈ ਲਿਆ, ਯਕਮੁਕਤ ਜਿਹਨੂੰ ਕਹਿ ਦਿੰਦੇ ਆਪਾਂ, ਇੱਕੋ ਵਾਰੀ ਪੈਸਾ ਲੈ ਲਿਆ ਇੰਨੇ 1000 ਕਰੋੜ। ਉਸ ਤੋਂ ਬਾਅਦ ਕਹਿੰਦੇ ਤੁਸੀਂ ਇਕੱਠੀ ਪੂਰੀ ਕਰੀ ਚੱਲੋ। ਔਰ ਉਦੋਂ ਬਾਅਦ ਜਿਹੜੇ ਕਾਨੂੰਨ ਹੁੰਦੇ ਆ ਕਿ ਕੋਈ ਟੋਲ ਜਿਹੜਾ ਹੁੰਦਾ ਉਹ ਸਾਰੀ ਉਮਰ ਲਈ ਨਹੀਂ ਹੁੰਦਾ, ਉਹ ਟੋਲ ਹੁੰਦਾ ਕਿਸੇ ਪੁਲ ਵਾਸਤੇ, ਖਾਸ ਕਰਕੇ ਜ਼ਿਆਦਾ ਬ੍ਰਿਜ ਵਾਸਤੇ ਹੁੰਦਾ। ਔਰ ਜਦੋਂ ਉਹਦੇ ਪੈਸੇ ਭਰਪਾਈ ਹੋ ਜਾਂਦੀ ਹੈ ਉੱਥੋਂ ਚੁੱਕਣਾ ਪੈਂਦਾ। ਲੇਕਿਨ ਲੁਧਿਆਣੇ 'ਚ ਦੇਖੋ ਤੁਸੀਂ, ਮੈਨੂੰ ਲੱਗਦਾ ਜਦੋਂ ਦਾ ਮੈਂ ਮਤਲਬ ਪੈਦਾ ਹੋਇਆ, ਜਦੋਂ ਦਾ ਅਸੀਂ ਉਸ ਰੋਡ 'ਤੇ ਜਾਂਦੇ, ਉਦੋਂ ਤੋਂ ਉਹਦਾ ਜਿਹੜੇ ਲੋਕੀ ਪੈਸਾ ਦਿੰਦੇ ਆ ਉਹ 1.5 ਪੌਣੇ 200 ਰੁਪਈਆ, ਟਰੱਕਾਂ ਦਾ 1000 ਜਾਂ 1800 ਰੁਪਈਆ ਵੀ ਹੈ, ਬਿਲਕੁਲ ਹੈ ਨਾ। ਲੇਕਿਨ ਉਹ ਬੰਦ ਹੀ ਨਹੀਂ ਕਰ ਰਹੇ। ਬਸ ਉਹ ਫਿਰ ਰਿਪੇਅਰ ਕਰਨ ਦੇ ਚੱਕਰ 'ਚ ਫਿਰ ਐਕਸਟੈਂਡ ਕਰਵਾ ਲੈਂਦੇ। ਔਰ ਰੋਡ ਹਜੇ ਤੱਕ ਵੀ ਕੰਪਲੀਟ ਨਹੀਂ ਹੈ। ਉਸ ਤੋਂ ਵੱਡੀ ਗੱਲ ਇਹ ਹੈਗੀ ਹੈ ਕਿ ਰੋਡ ਕੋਈ ਵੀ ਅੰਮ੍ਰਿਤਸਰ ਤੋਂ ਲੈ ਕੇ ਜੇ ਆਪਾਂ ਕਹਿ ਦਈਏ ਵੀ ਦਿੱਲੀ ਤੱਕ ਰੋਡ ਕੋਈ ਤੁਸੀਂ ਕਹਿ ਸਕਦੇ ਕੰਪਲੀਟ ਹੈ? ਕੋਈ ਵੀ ਰੋਡ ਕੰਪਲੀਟ ਨਹੀਂ ਹੈ ਹਲੇ ਤੱਕ ਵੀ। ਜੇ 10 ਕਿਲੋਮੀਟਰ ਉੱਪਰ ਜਾਂਦੀ ਤੇ 10 ਕਿਲੋਮੀਟਰ ਥੱਲੇ ਵੀ ਲੈ ਕੇ ਜਾਂਦੇ ਆ। ਉਹਨਾਂ ਦੇ ਪੁਲ ਦੇਖੋ, ਪੁਲਾਂ ਦੀ ਤੁਸੀਂ ਹਾਲਤ ਦੇਖੋ, ਬੈਠਣ ਵਾਲੇ ਹੋਏ ਪਏ ਸਾਰੇ, ਟਕ ਟਕ ਗੱਡੀਆਂ ਵੱਜਦੀਆਂ। ਜੇ ਕੰਪਲੀਟ ਨਹੀਂ ਤੇ ਫਿਰ ਟੈਕਸ ਲੈ ਕਿਉਂ ਰਹੇ ਨੇ? ਫਿਰ ਇਹ ਜਨਤਾ ਹੀ ਨਹੀਂ, ਪਬਲਿਕ ਹੀ ਨਹੀਂ ਬੋਲ ਰਹੀ। ਦੇਖੋ ਬਿਲਕੁਲ ਪਬਲਿਕ ਨਹੀਂ ਬੋਲਦੀ, ਹੁਣ ਤੱਕ ਪਬਲਿਕ ਨਹੀਂ ਬੋਲੀ, ਲੇਕਿਨ ਹੁਣ ਪਬਲਿਕ ਬੋਲੀ ਹੈ। ਤੇ ਜਦੋਂ ਵੀ ਵਿਦਰੋਹ ਕੋਈ ਹੋਇਆ ਹੈ, ਉਹ ਹੁਣ ਤੱਕ ਜਿੰਨੇ ਵੀ ਮਤਲਬ ਵਿਦਰੋਹ ਹੋਏ ਸਾਰੇ ਪੰਜਾਬ 'ਚ ਹੋਏ, ਪੰਜਾਬੀਆਂ ਨੇ ਕੀਤੇ ਆ। ਔਰ ਹੁਣ ਪੰਜਾਬੀ ਮੈਨੂੰ ਲੱਗਦਾ ਵੀ ਇਕੱਠੇ ਹੋਏ ਆ ਤੇ ਰੱਬ ਦੇ ਅੱਗੇ ਅਰਦਾਸ ਕਰੀਏ ਸਾਰੇ ਰਲ ਕੇ ਕਿ ਅਸੀਂ ਇਕੱਠੇ ਹੁੰਨੇ ਆ, ਲੇਕਿਨ ਐਂਡ ਤੇ ਜਾ ਕੇ ਜਦੋਂ ਸਾਨੂੰ ਕੁਝ ਮਿਲਣ ਲੱਗਦਾ ਉਦੋਂ ਝੋਲੀਆਂ ਸਾਡੀਆਂ 10-15 ਹੋ ਜਾਂਦੀਆਂ। ਤੇ ਪ੍ਰਮਾਤਮਾ ਅੱਗੇ ਅਰਦਾਸ ਕਰੀਏ ਕਿ ਹੁਣ ਜਦੋਂ ਸਾਨੂੰ ਕੁਝ ਮਿਲੂਗਾ ਤੇ ਸਾਡੀਆਂ ਝੋਲੀਆਂ 10 ਨਾ ਹੋਣ, ਸਾਡੀ ਝੋਲੀ ਉਦੋਂ ਇੱਕ ਹੋਵੇ, ਤਾਂ ਕਿ ਸਾਡੇ ਸਾਰਿਆਂ ਦੇ ਪੱਲੇ ਕੁਛ ਨਾ ਕੁਛ ਪੈ ਜੇ। ਅੱਜ ਸਾਡੇ ਪੰਜਾਬੀਆਂ, ਤੁਸੀਂ ਵਖਰੇਵੇਂ ਦੀ ਗੱਲ ਕੀਤੀ ਵੀ ਅਸੀਂ ਬਸ ਧੜੇ ਵੱਖੋ ਵੱਖਰੀਆਂ ਝੋਲੀਆਂ ਹੋ ਜਾਂਦੀਆਂ ਨੇ, ਵੱਖੋ ਵੱਖਰੇ ਹੋ ਜਾਂਦੇ ਨੇ। ਅੱਜ ਸਾਡਾ ਪਹਿਰਾਵਾ ਵੀ ਇੱਕ ਨਹੀਂ ਰਿਹਾ, ਅੱਜ ਸਾਡਾ ਖਾਣ ਪਾਣ ਵੀ ਇੱਕ ਨਹੀਂ ਰਿਹਾ। ਅਸੀਂ ਕਹਿੰਦੇ ਅਸੀਂ ਪੰਜਾਬ ਦੇ ਵਾਸੀ ਹਾਂ, ਪਰ ਅੱਜ ਸਾਡਾ ਕਿਤੋਂ ਵੀ ਝਲਕ ਨਹੀਂ ਪੈਂਦੀ। ਨਾ ਸਾਡੀ ਬੋਲੀ ਦੇ ਵਿੱਚੋਂ ਅਸੀਂ ਇੰਗਲਿਸ਼ ਨੂੰ ਤਰਜੀਹ ਦਿੰਦੇ ਹਾਂ ਵੀ ਅਸੀਂ ਵੇਖਣ ਵਾਲੇ ਨੂੰ ਐਵੇਂ ਲੱਗੇ ਵੀ ਅਸੀਂ ਬੜੇ ਪੜ੍ਹੇ ਲਿਖੇ ਹਾਂ। ਸਾਡੇ ਬੋਲਾਂ ਦੇ ਵਿੱਚ ਸਾਡੇ, ਜਿਵੇਂ ਤੁਸੀਂ ਸਫ਼ਰ ਬੜਾ ਕੀਤਾ ਗਾਇਕੀ ਦਾ, ਅੱਜ ਗਾਇਕੀ ਦੇ ਵਿੱਚ ਬੜੇ ਇਹੋ ਜਿਹੇ ਵਰਡ ਨੇ, ਬੜੇ ਲਫ਼ਜ਼ ਨੇ ਜਿਹੜੇ ਪੰਜਾਬੀ ਦੇ ਨਹੀਂ, ਉਹ ਇੰਗਲਿਸ਼ ਦੇ ਵਰਤੇ ਜਾ ਰਹੇ ਨੇ ਸਿੰਗਰਾਂ ਵੱਲੋਂ। ਫਿਰ ਅੱਜ ਜਿਹੜਾ ਰੈਪ ਕੀਤਾ ਜਾ ਰਿਹਾ ਇਹ ਟੋਟਲੀ ਇੰਗਲਿਸ਼ ਦੇ ਵਿੱਚ ਕੀਤਾ ਜਾ ਰਿਹਾ। ਇਹ ਕੌਣ ਜ਼ਿੰਮੇਵਾਰ ਹੈ? ਦੇਖੋ ਇਸ ਤਰ੍ਹਾਂ ਹੁੰਦਾ ਵੀ ਇਹਦੇ 'ਚ 2 ਚੀਜ਼ਾਂ ਹੁੰਦੀਆਂ। ਇੱਕ ਤਾਂ ਇਹ ਹੋ ਗਿਆ ਕਿ ਸੰਗੀਤ ਜਿਹੜਾ ਹੈ, ਇੱਕ ਟਾਈਮ ਹੁੰਦਾ ਸੀਗਾ ਜਦੋਂ ਸੰਗੀਤ ਅੰਬਾਲੇ ਤੱਕ ਚੱਲਦਾ ਸੀ ਪੰਜਾਬੀ। ਅੰਬਾਲੇ ਤੋਂ ਅੱਗੇ ਮੈਂ ਇਹ ਸਮਾਂ ਦੇਖਿਆ। ਮੈਨੂੰ ਯਾਦ ਹੈ ਇਹ ਗੱਲ ਕੋਈ 81 ਦੀ ਹੈ। ਮੁਹੰਮਦ ਸਦੀਕ ਸਾਹਿਬ ਉਹਨਾਂ ਦਾ ਪ੍ਰੋਗਰਾਮ ਸੀਗਾ ਅਤੇ ਅੰਬਾਲੇ ਦੇ ਵਿੱਚ ਉਹਨਾਂ ਨੂੰ ਬੁੱਕ ਕਰ ਲਿਆ ਕਿਸੇ ਨੇ ਜੀ।
ਜਦੋਂ ਅੰਬਾਲੇ 'ਚ ਬੁੱਕ ਕਰ ਲਿਆ, ਪ੍ਰੋਗਰਾਮ ਤੇ ਚਲੇ ਗਏ, ਤੇ ਉੱਥੇ ਜਾ ਕੇ ਹੁਣ ਸਦੀਕ ਸਾਹਿਬ ਤਾਂ ਪੰਜਾਬੀ ਗਾਣੇ ਗਾਉਂਦੇ ਸੀਗੇ, ਲੋਕਾਂ 'ਚ ਇਹੀ ਸੀ ਵੀ ਪੰਜਾਬੀ ਗਾਣੇ ਗਾਉਂਦੇ ਆ, ਬੱਗੀ ਤਿੱਤਰੀ ਕਮਾਦੋਂ ਨਿਕਲੀ, ਤੇ ਉਹ ਸਾਰੇ ਹਿੰਦੂ ਜੈਂਟਲਮੈਨ ਸੀਗੇ ਔਰ ਜ਼ਿਆਦਾਤਰ ਉੱਥੇ ਹਰਿਆਣਵੀ ਸੀਗੇ। ਤੇ ਜਦੋਂ 2-3 ਗਾਣੇ ਗਾਏ, ਉਹ ਕਹਿੰਦੇ ਬਿਠਾਓ ਇਹਨਾਂ ਨੂੰ, ਉਹਨਾਂ ਦੇ ਪੱਲੇ ਹੀ ਕੁਛ ਨਾ ਪਵੇ। ਉੱਥੇ ਲੜਾਈ ਝਗੜਾ ਹੋ ਗਿਆ, ਵੀ ਪ੍ਰਬੰਧਕਾਂ ਨੂੰ ਕਹਿਣ ਲੱਗੇ ਵੀ ਕਿਹੜੇ ਨੂੰ ਲੈ ਕੇ ਆਏ ਤੁਸੀਂ, ਹਿੰਦੀ ਗਾਣੇ ਸੁਣਾਓ, ਹੈ ਨਾ। ਕੀ ਹੈ ਕਿ ਸਦੀਕ ਸਾਹਿਬ ਬੜੇ ਟੈਲੈਂਟਡ ਆਦਮੀ ਸੀਗੇ ਔਰ ਰਣਜੀਤ ਕੌਰ ਹਿੰਦੀ ਗਾਣਾ ਗਾ ਲੈਂਦੇ ਸੀਗੇ, ਮੈਂ ਹਿੰਦੀ ਹੀ ਗਾਉਂਦਾ ਸੀਗਾ। ਸੋ ਮੈਂ ਉਹਨਾਂ ਨੂੰ ਕਿਹਾ ਜੀ ਮੈਂ ਗਾਣਾ ਗਾਉਣਾ ਹੈ, ਤੁਸੀਂ ਥੋੜ੍ਹਾ ਜਿਹਾ ਬੈਠ ਜਾਓ, ਮੈਨੂੰ ਦਿਓ, ਤੁਸੀਂ ਗਾਣਾ ਗਾਓ। ਮੈਂ 1-2 ਗਾਣੇ ਵਾਜਾ ਫੜ ਕੇ ਮੈਂ ਹਿੰਦੀ ਗਾਣੇ ਗਾਏ। ਉਹ ਜਦੋਂ ਹਿੰਦੀ ਗਾਣੇ ਗਾਏ, ਉਹ ਲੋਕ ਥੋੜ੍ਹੇ ਜਿਹੇ ਟਿਕ ਗਏ। ਉਸ ਤੋਂ ਬਾਅਦ ਰਣਜੀਤ ਕੌਰ ਆ ਗਈ, ਰਣਜੀਤ ਕੌਰ ਨੇ ਆਪਦਾ ਹਿੰਦੀ ਗਾਣਾ ਸੁਣਾਤਾ, ਪੈਮਾਨੇ ਸੇ ਪੀ ਜਾਂ ਹੈ ਨਾ, ਇੱਦਾਂ ਕਰਕੇ ਉਹਨਾਂ ਨੇ, ਫਿਰ ਸਦੀਕ ਸਾਹਿਬ ਨੇ ਗਾਣੇ ਗਾਏ। ਜਾਣੀ ਕਿ ਇਹ ਗੱਲ 81 ਦੀ ਹੈ, ਜਦੋਂ ਅੰਬਾਲੇ ਦੇ ਵਿੱਚ ਸਾਨੂੰ ਉਹਨਾਂ ਨੇ ਕਿਹਾ ਕਿ ਭਾਈ ਕੋਈ ਹਿੰਦੀ ਗਾਣੇ ਸੁਣਾਓ, ਤੁਸੀਂ ਪੰਜਾਬੀ ਗਾਣਾ ਨਹੀਂ ਸੁਣਦੇ। ਅੱਜ ਜਿਹੜਾ ਮਿਊਜ਼ਿਕ ਹੈ ਪੰਜਾਬੀ, ਉਹ ਆਸਟ੍ਰੇਲੀਆ ਦੇ ਵਿੱਚ ਵੀ ਹੈ, ਦੱਖਣੀ ਅਫਰੀਕਾ ਦੇ ਵਿੱਚ ਵੀ ਹੈ, ਅਮਰੀਕਾ 'ਚ ਵੀ ਹੈ, ਕੈਨੇਡਾ 'ਚ ਵੀ ਹੈ, ਹਰ ਕਲੱਬ 'ਚ, ਹਰ ਪੱਬ 'ਚ ਹੈ। ਇੱਕ ਤਾਂ ਇਹ ਹੈ ਕਿ ਕਿਸੇ ਵੀ, ਜੇ ਅਸੀਂ ਮਤਲਬ ਕਿਸੇ ਕਰਨਾਟਕਾ 'ਚ ਜਾਂਦੇ ਹਾਂ ਨਾ, ਕਰਨਾਟਕਾ ਦੇ ਵਿੱਚ ਅਸੀਂ ਜਾਣਾ, ਅਸੀਂ ਉੱਥੇ ਲੋਕਾਂ ਦੇ ਵਿੱਚ ਰਹਿਣਾ ਹੈ, ਅਤੇ ਸਾਨੂੰ ਉੱਥੇ ਥੋੜ੍ਹੀ ਘਣੀ ਕਰਨਾਟਕਾ ਤਾਂ ਸਿੱਖਣੀ ਪਊਗੀ, ਫਿਰ ਹੀ ਅਸੀਂ ਉਹਨਾਂ ਲੋਕਾਂ 'ਚ ਵਿਚਰ ਸਕਾਂਗੇ। ਭਾਸ਼ਾਵਾਂ ਦਾ ਗਿਆਨ ਹੋਣਾ ਇੱਕ ਵੱਖਰੀ ਗੱਲ ਹੈ, ਪਰ ਜਿਸ ਭਾਸ਼ਾ ਦੇ ਆਧਾਰ 'ਤੇ ਤੁਸੀਂ ਦੁਨੀਆ ਦੇ ਵਿੱਚ ਮਕਬੂਲ ਹੁੰਦੇ ਹੋ, ਅੱਜ ਤੁਹਾਨੂੰ ਪੰਜਾਬੀ ਸਿੰਗਰ ਕਰਕੇ ਤੁਹਾਡੀ ਪਹਿਚਾਣ ਹੈ। ਨਹੀਂ, ਮੈਂ ਉਹੀ ਗੱਲ ਕਰ ਰਿਹਾ ਨਾ, ਪੰਜਾਬੀ ਸਿੰਗਰ ਕਰਕੇ ਪਹਿਚਾਣ ਹੈ, ਗਾਣਾ ਅਸੀਂ ਪੰਜਾਬੀ ਗਾਉਣੇ ਆ, ਉਹ ਲੋਕ ਗਾਣਾ ਤਾਂ ਪੰਜਾਬੀ ਗਾਉਂਦੇ ਆ, ਉਹਨਾਂ ਨੇ ਟੇਕ ਲਾਈਨ ਪੰਜਾਬੀ 'ਚ ਹੀ ਲੈਣੀ ਹੈ, ਲੇਕਿਨ ਹੋਰ ਲੋਕਾਂ ਨੂੰ ਨਾਲ ਜੋੜਨ ਲਈ, ਗਾਣੇ ਨੂੰ ਹੋਰ ਗਲੋਬਲ ਕਰਨ ਵਾਸਤੇ ਉਹ ਜ਼ਿਆਦਾ ਕਰ ਲੈਂਦੇ ਆ, ਔਰ ਜ਼ਿਆਦਾ ਅਰਬਨ ਕਰ ਦਿੱਤਾ, ਜਿਹਦੀ ਸ਼ਾਇਦ ਹੋ ਸਕਦਾ ਇੰਨੀ ਜ਼ਿਆਦਾ ਜ਼ਰੂਰਤ ਨਹੀਂ ਸੀ। ਇੱਕ ਮਿਊਜ਼ਿਕ ਅੱਜ ਲਾਈਵ ਮਿਊਜ਼ਿਕ ਨਹੀਂ ਹੈ, ਡਿਜੀਟਲ ਮਿਊਜ਼ਿਕ ਹੋ ਗਿਆ। ਅੱਜ ਅੱਗੇ ਹੁੰਦੇ ਸੀ ਗਾਇਕ, ਜਿਹੜੇ ਗਾਇਕ ਮਾਈਕ ਦੇ ਅੱਗੇ ਖੜ੍ਹਦੇ ਸੀ, ਅੱਗੇ ਜਾ ਕੇ ਮਿਊਜ਼ੀਸ਼ੀਅਨ ਬੈਠਦੇ ਸੀਗੇ, ਅਤੇ ਫੀਲ ਹੁੰਦਾ ਸੀ ਗਾਣੇ ਦੇ ਵਿੱਚ, ਮੈਂ ਜੋ ਗਾ ਰਿਹਾ, ਮੇਰੀ ਅੱਖ 'ਚ ਅੱਖ ਪਾ ਕੇ ਢੋਲਕੀ ਵਾਲਾ ਵਜਾ ਰਿਹਾ, ਮੇਰੀ ਅੱਖ 'ਚ ਅੱਖ ਪਾ ਕੇ ਤੂੰਬੀ ਵਜਾ ਰਿਹਾ ਜਾਂ ਫਲੂਟ ਵਜਾ ਰਿਹਾ, ਫੀਲ ਹੁੰਦਾ ਸੀ ਕਿ ਮੈਂ ਐਂ ਕੀਤਾ, ਉਹਨੇ ਵੀ ਨਾਲ ਹੀ ਐਂ ਕਰਤਾ। ਅੱਜ ਕੱਲ੍ਹ ਉਹ ਮਿਊਜ਼ਿਕ ਤਾਂ ਹੈ ਨਹੀਂ ਹੈ, ਅੱਜ ਕੱਲ੍ਹ ਤਾਂ ਕੰਪਿਊਟਰਾਈਜ਼ ਕੰਮ ਹੈ। ਗਾਣਾ ਮਤਲਬ ਜਿਹੜਾ ਹੈਗਾ ਬੰਦਾ, ਉਹ ਕੈਨੇਡਾ ਤੋਂ ਗਾ ਕੇ ਭੇਜ ਰਿਹਾ, ਉਹਦੇ ਸਾਹਮਣੇ ਕੰਧ ਹੀ ਹੈ ਕਿ ਹੋਰ ਕੁਛ ਨਹੀਂਗਾ, ਕੋਈ ਬੰਦਾ ਹੈ ਹੀ ਨਹੀਂ। ਉਸ ਤੋਂ ਬਾਅਦ ਮਿਊਜ਼ਿਕ ਮੈਂ ਬਣਾ ਰਿਹਾ, ਉਸ ਤੋਂ ਬਾਅਦ ਫਲੂਟ ਮੈਂ ਬੰਬੇ ਤੋਂ ਕਰਵਾ ਰਿਹਾ, ਮਿਕਸਿੰਗ ਮੈਂ ਦਿੱਲੀ ਤੋਂ ਕਰਵਾ ਰਿਹਾ। ਸੋ ਉਹਦੇ 'ਚ ਇੱਕ ਫੀਲ ਨਾਂ ਦੀ ਚੀਜ਼ ਹੈ ਹੀ ਨਹੀਂ ਹੈ। ਬਿਲਕੁਲ ਵੈਸਟਰਨ ਦੇ ਵਿੱਚ ਫੀਲ ਨਹੀਂ ਹੈ। ਜਿਹੜਾ ਆਪਣਾ ਸ਼ਾਸਤਰੀ ਸੰਗੀਤ ਸੀ ਜਾਂ ਗੁਰਮਤ ਸੰਗੀਤ ਸੀ, ਇਹ ਇੱਕ ਫੀਲ ਆਉਂਦੀ ਸੀ, ਫੀਲਿੰਗ ਆਉਂਦੀ ਸੀ, ਇਹ ਸੁਣ ਕੇ ਬੰਦੇ ਦੀ ਸੁਰਤ ਜਿਵੇਂ ਉਡਾਰੀਆਂ ਲਾਉਂਦੀ ਸੀ। ਪਰ ਅੱਜ ਵੈਸਟਰਨ ਦਾ ਭੜਕੀਲੇ ਜਿਹੇ ਗੀਤ ਨੇ, ਇਹਦੇ ਨਾਲ ਸੁਰਤ ਦਾ ਮੇਲ ਜਾਂ ਨਹੀਂ ਬਣਦਾ। ਨਹੀਂ, ਦੇਖੋ ਜਿਹੜਾ ਜਿੱਦਾਂ ਸਾਡਾ ਸ਼ਾਸਤਰੀ ਸੰਗੀਤ ਹੈ ਨਾ, ਇਸ ਤਰ੍ਹਾਂ ਜਿਹੜਾ ਗੋਰਿਆਂ ਦਾ ਸੰਗੀਤ ਹੈ, ਗੋਰੇ ਵੀ ਕਲਾਸੀਕਲ ਵਜਾਉਂਦੇ ਆ। ਮੈਂ ਦੱਸਣਾ ਚਾਹੂੰਗਾ ਕਿ ਜਿਸ ਤਰ੍ਹਾਂ ਅਸੀਂ ਕਲਾਸੀਕਲ ਵਜਾਉਂਦੇ, ਗੋਰੇ ਬਹੁਤ ਵੱਡਾ ਕਲਾਸੀਕਲ ਵਜਾਉਂਦੇ ਆ। ਉਹਨਾਂ ਦੀ ਨੋਟੇਸ਼ਨ ਸਾਡੇ ਨਾਲੋਂ ਡਿਫਰੈਂਟ ਹੁੰਦੀ ਹੈ। ਅਸੀਂ ਸਾ ਕਹਿੰਦੇ ਆ, ਉਹ ਸੀ ਕਹਿੰਦੇ ਆ, ਅਸੀਂ ਰੇ ਕਹਿੰਦੇ ਆ, ਹੈ ਨਾ, ਉਹ ਡੀ ਕਹਿੰਦੇ ਆ, ਲੇਕਿਨ ਉਹਨਾਂ ਦੇ ਵੀ 7 ਸੁਰ ਆ, ਸਾਡੇ ਵੀ, ਦੁਨੀਆ ਪੂਰੀ 7 ਸੁਰ ਹੀ ਹੈ। ਉਹ ਵੀ ਕਲਾਸੀਕਲ ਬਹੁਤ ਵਜਾਉਂਦੇ ਆ, ਬਹੁਤ ਹਾਈਲੀ ਕਲਾਸੀਕਲ ਵਜਾਉਂਦੇ ਆ। ਬਟ ਗੱਲ ਤਾਂ ਇਹ ਹੈ ਵੀ ਅਸੀਂ, ਸਾਡਾ ਫਲੇਵਰ ਹੀ ਕੁਝ ਹੋਰ ਹੈ। ਪੰਜਾਬੀ ਲੋਕ ਹੋਰ ਤਰ੍ਹਾਂ ਦਾ ਮਿਊਜ਼ਿਕ ਆ, ਉਹਨਾਂ ਦੀ ਕੰਪੋਜੀਸ਼ਨ ਹੋਰ ਹੈ, ਸਾਡੀ ਕੰਪੋਜੀਸ਼ਨ ਹੋਰ ਹੈ, ਸਾਡੇ ਨੋਟ ਹੋਰ ਹੁੰਦੇ ਆ, ਉਹਨਾਂ ਦੇ ਨੋਟ ਹੋਰ ਹੁੰਦੇ ਆ। ਪਰ ਉਹ ਉਹੀ ਹੈ ਵੀ ਮਲਗੋਬਾ ਕਰ ਦਿੱਤਾ ਆਪਣੇ ਆਪ ਨੂੰ ਵੱਡਾ ਬਣਾਉਣ ਦੀ ਖਾਤਰ, ਆਪਣੇ ਆਪ ਨੂੰ ਦੁਨੀਆ ਤੱਕ ਗਾਣਾ ਪਹੁੰਚਾਉਣ ਦੀ ਖਾਤਰ ਵੀ ਗੋਰੇ ਵੀ ਨਾਲ ਗਾਣਾ ਗਾਉਂਦੇ ਵੀ ਹੈ। ਪਰ ਮੈਂ ਸਮਝਦਾ ਕਿ ਇਹਦੇ 'ਚ ਮੈਨੂੰ ਬੜਾ ਵੱਡਾ ਇਤਰਾਜ਼ ਨਹੀਂ ਹੈ ਤੁਹਾਡੇ ਇਸ ਕੁਐਸਚਨ 'ਚ ਕਿ ਉਹਨਾਂ ਨੇ ਇੰਗਲਿਸ਼ ਮਿਊਜ਼ਿਕ ਪਾ ਲਿਆ। ਇਤਰਾਜ਼ ਸਿਰਫ ਉਹਦੇ ਹੁੰਦਾ ਜਦੋਂ ਉਹਦੇ 'ਚ ਵਰਡਿੰਗ ਜਾਂ ਜਦੋਂ ਉਹਦੇ 'ਚ ਉਹ ਸ਼ਬਦ ਇੱਦਾਂ ਦੇ ਪਾਉਂਦੇ ਆ, ਰੈਪ ਦੇ ਜਦੋਂ ਵਰਡ ਪਾਉਂਦੇ ਆ ਜਿਹੜੇ ਕਿ ਉਹ ਸਾਡੇ ਸੰਸਕਾਰ ਦੇ ਮੁਤਾਬਕ ਪੰਜਾਬੀ ਸੰਸਕਾਰ ਨਹੀਂ, ਕੁਛ ਵਰਡ ਇਹੋ ਜਿਹੇ ਫਿਰ ਜ਼ਿੰਦਗੀ 'ਚ ਆ ਜਾਂਦੇ ਨੇ ਜਿਹੜੇ ਪੁਰਾਣੇ ਸ਼ਬਦਾਂ ਦਾ ਬਿਲਕੁਲ ਕਹਾਣੀ ਕਰ ਦਿੰਦੇ ਨੇ। ਆਪਣੀ ਗਲਤੀ ਇਹ ਕੀਤੇ ਸੀ ਨਾ ਵੀ ਆਪਾਂ ਅੱਜ ਪੰਜਾਬੀ ਆਖਰੀ ਸਾਹਾਂ 'ਤੇ ਆ, ਵੀ ਉਹਦਾ ਪਤਨ ਹੋ ਰਿਹਾ। ਪਤਨ ਐਵੇਂ ਹੋਏਗਾ ਨਾ ਵੀ ਕੁਛ ਜਿਹੜੇ ਨਵੇਂ ਵਰਡ ਆ ਜਾਣਗੇ, ਪੁਰਾਣੇ ਆਪਾਂ ਨੂੰ ਭੁੱਲ ਜਾਣਗੇ। ਰੋਜ਼ਮਰਾ ਦੀ ਜ਼ਿੰਦਗੀ ਦੇ ਵਿੱਚ ਆਪਣੇ ਇਹੋ ਜਿਹੇ ਸ਼ਬਦ ਨੇ ਜਿਹੜੇ ਆਪਾਂ ਇੰਗਲਿਸ਼ ਦੇ ਯੂਜ਼ ਕਰ ਰਹੇ ਹਾਂ, ਪਰ ਪਤਾ ਨਹੀਂ ਆਪਣੇ ਬੱਚਿਆਂ ਨੂੰ ਵੀ। ਜੇ ਬੱਚੇ ਪੁੱਛਣ ਵੀ ਤਾਂ ਪੰਜਾਬੀ ਦੱਸੋ, ਸਾਨੂੰ ਦੱਸਣੀ ਨਹੀਂ ਆ ਰਹੀ। ਅੱਜ ਵੇਖੋ ਹਰੇਕ ਵਰਡ ਹਰੇਕ ਕੰਟਰੀ 'ਚ ਪਹੁੰਚਦਾ। ਇੱਥੇ ਵੇਖੋ ਸਾਡੇ ਪੁਰਾਣੇ ਸਨ, ਤੁਸੀਂ ਗੀਤਾਂ ਦੇ ਵਿੱਚ ਜ਼ਿਕਰ ਵੀ ਕਰਦੇ ਹੋ, ਬੇਬੇ ਬਾਪੂ ਦਾ ਜ਼ਿਕਰ ਕਰਦੇ ਹੋ। ਅੱਜ ਬੇਬੇ ਬਾਪੂ ਸ਼ਬਦ ਕਿੱਥੇ ਗਏ? ਅੱਜ ਅਸੀਂ ਉਹਨਾਂ ਦੀ ਥਾਂ ਮੰਮੀ ਡੈਡੀ ਲੈ ਲਿਆ। ਗਾਂ ਸ਼ਬਦ ਚੇਂਜ ਹੁੰਦੇ ਨੇ, ਵਕੈਬ ਚੇਂਜ ਹੁੰਦੀ, ਵਕੈਬਲਰੀ, ਉਹ ਅਸੀਂ ਮੋਮ ਡੈਡ। ਹੁਣ ਪਾਕਿਸਤਾਨ 'ਤੇ ਜਾਂਦੇ ਅਸੀਂ, ਉੱਥੇ ਵੱਡੇ ਵੱਡੇ ਪੜ੍ਹੇ ਲਿਖੇ ਇੰਜੀਨੀਅਰ ਐਡਵੋਕੇਟ ਵੀ ਉੱਥੇ ਅੰਮੀ ਅਤੇ ਅੱਬੂ ਕਹਿੰਦੇ ਨੇ। ਅਸੀਂ ਉਹਨਾਂ ਨੂੰ ਕਹਿੰਦੇ ਵੀ ਤੁਹਾਡੇ ਵਰਡ ਪਹੁੰਚੇ ਨਹੀਂ, ਕਹਿੰਦੇ ਵਰਡ ਪਹੁੰਚੇ ਨੇ ਪਰ ਅਸੀਂ ਅਡੋਪਟ ਨਹੀਂ ਕੀਤੇ। ਜੋ ਅੰਮੀ ਅਤੇ ਅੱਬੂ ਕਹਿਣ ਦੇ ਵਿੱਚ ਆਨੰਦ ਏ, ਉਹ ਮੋਮ ਡੈਡ ਕਹਿਣ ਦੇ ਵਿੱਚ ਨਹੀਂ। ਪਰ ਕਿਤੇ ਨਾ ਕਿਤੇ ਉਹ ਸ਼ਬਦਾਂ ਨੇ ਥਾਂ ਪੱਕੀ ਲੈ ਲਈ, ਉਹ ਬੇਬੇ ਬਾਪੂ ਸ਼ਬਦ ਖਤਮ ਹੋ ਗਏ। ਇਹਨਾਂ ਮੈਨੂੰ ਇਸੇ ਪ੍ਰਕਾਰ ਗੀਤਾਂ ਦੇ ਵਿੱਚ ਬਹੁਤੇ ਇੰਗਲਿਸ਼ ਦੇ ਸ਼ਬਦ ਵੜਨੇ, ਜਾਂ ਜਿਵੇਂ ਆਪਾਂ ਗੱਲ ਕਰ ਰਹੇ ਆਈਲੈਟਸ ਕਰਕੇ ਅੱਜ ਪੜ੍ਹੇ ਲਿਖੇ ਦਾ ਸਬੂਤ ਦੇਣ ਦੇ ਲਈ ਸਾਨੂੰ ਇੰਗਲਿਸ਼ ਵਰਤੀ ਜਾਂਦੀ ਵੀ ਇਹਦਾ ਮਤਲਬ ਵੀ ਪੰਜਾਬੀ ਪੜ੍ਹਨ ਵਾਲਾ ਅਨਪੜ੍ਹ ਹੈ, ਜਾਂ ਕਿਤੇ ਨਾ ਕਿਤੇ ਹੁਣ ਅਸੀਂ ਬੇਬੇ ਬਾਪੂ ਕਹਿਣ ਵਾਲਾ ਅਨਪੜ੍ਹ ਹੈ।
ਬੇਬੇ ਬਾਪੂ ਕਹਿਣ 'ਚ ਜੋ ਆਨੰਦ ਸੀ, ਤੁਸੀਂ ਦੱਸੋ ਮੰਮੀ ਡੈਡੀ ਕਹਿਣ 'ਚ ਹੈ? ਹਾਂ, ਨਹੀਂ ਬਿਲਕੁਲ ਉਹੀ ਗੱਲ ਹੈ। ਦੇਖੋ ਇਹ ਤਾਂ ਨਾ ਅਸਲ ਦੇ ਵਿੱਚ ਮੱਕੂ ਸਾਹਿਬ ਕੀ ਹੋ ਗਿਆ ਕਿ ਬਦਲ ਗਿਆ, ਦੁਨੀਆ ਬਦਲ ਗਈ, ਇਹ ਤਾਂ ਮੰਨਣਾ ਪਏਗਾ। ਦੇਖੋ ਅੱਜ ਨਾ ਤਾਂ ਸਾਡੇ ਕੱਪੜੇ ਉਹ ਹੈਗੇ ਆ, ਸਾਡਾ ਪਹਿਨਣਾ ਵੀ ਕਿਹੜਾ ਉਹ ਰਹਿ ਗਿਆ, ਬਿਲਕੁਲ ਨਾ ਸਾਡਾ ਖਾਣਾ ਉਹ ਰਹਿ ਗਿਆ, ਨਾ ਸੱਭਿਆਚਾਰ, ਜਿਹੜਾ ਸੱਭਿਆਚਾਰ ਦੇ ਨਾਂ ਤੇ ਗੰਦ ਘੋਲਿਆ ਜਾਂਦਾ। ਵੇਖਣ ਵਾਲਾ ਪਹਿਲਾਂ ਆਉਂਦਾ ਚਾਦਰ ਕੁੜਤਾ ਪਾ ਕੇ, ਜੋ ਸਾਡੀ ਚਲੋ ਸੱਭਿਅਤਾ ਦਾ ਹਿੱਸਾ ਸੀ, ਸਾਡੇ ਬਜ਼ੁਰਗ ਪਾਉਂਦੇ ਸੀ ਚਾਦਰ ਕੁੜਤਾ। ਜਿਹੜੀਆਂ ਭੈਣਾਂ ਆਉਂਦੀਆਂ ਨੇ ਉਹ ਲਹਿੰਗਾ ਪਾ ਕੇ ਆਉਂਦੀਆਂ ਨੇ, ਚਰਖਾ ਵੀ ਆਉਂਦਾ ਉਦੋਂ ਸੱਭਿਆਚਾਰ ਪ੍ਰੋਗਰਾਮ, ਐਂ ਲੱਗਦਾ ਵੀ ਹੁਣ ਚਰਖਾ ਕੱਤਣਗੀਆਂ, ਪਰ ਇਹੋ ਜਿਹਾ ਕੱਤਦੀਆਂ ਵੀ ਅੱਖਾਂ ਬੰਦ ਹੁੰਦੀਆਂ ਵੀ ਉਹ ਵੇਖਣ ਨੂੰ ਚਿੱਤ ਨਹੀਂ ਕਰਦਾ। ਨਹੀਂ, ਉਹ ਤਾਂ ਬਿਜ਼ਨਸ ਹੈ। ਦੇਖੋ ਤਾਂ ਹਾਥੀ ਕੀ ਦਾਂਤ ਵਾਲੀ ਗੱਲ ਹੈ, ਖਾਣੇ ਕੋ ਔਰ ਦਿਖਾਣੇ ਕੋ, ਉਹਨਾਂ ਨੇ ਇਹ ਤਾਂ ਬੇੜਾ ਕਰ ਕੀਤਾ ਅਸਲ ਦੇ ਵਿੱਚ। ਜਦੋਂ ਤੁਹਾਡਾ ਸੱਭਿਆਚਾਰ, ਤੁਹਾਡੀ ਇਹ ਲਾਈਨ ਸੀ, ਤੁਹਾਡੀ ਗਾਇਕੀ ਦੀ ਲਾਈਨ ਸੀ, ਤੁਹਾਡੇ ਸੀਨੀਅਰਾਂ ਨੇ ਕਿਤੇ ਇਤਰਾਜ਼ ਨਹੀਂ ਕੀਤਾ ਵੀ ਆ ਡੀਜੇ ਦੇ ਵਿੱਚ ਜਿਹੜਾ ਗਾਉਂਦੇ ਵੀ ਕਿਤੇ ਨਾ ਕਿਤੇ ਧੱਬੇ, ਕਿਤੇ ਨਾ ਕਿਤੇ ਛਿੱਟੇ, ਇਹ ਸਾਡੀ ਗਾਇਕੀ, ਸਾਡੇ ਚਰਿੱਤਰ ਤੇ ਵੀ ਪੈਂਦੇ? ਨਹੀਂ, ਬਹੁਤ ਕੀਤਾ। ਮੈਂ ਆਪਣੀ ਗੱਲ ਕਰਦਾ, ਮੈਂ ਬਹੁਤ ਵਿਰੋਧ ਕੀਤਾ ਔਰ ਮੈਂ ਇੱਥੋਂ ਤੱਕ ਵਿਰੋਧ ਕੀਤਾ। ਅਸੀਂ ਸਾਰੇ ਆਰਟਿਸਟਾਂ ਨੇ ਇਕੱਠੇ ਹੋ ਕੇ ਇਹ ਕਿਹਾ ਕਿ ਜਿੱਥੇ ਵੀ ਕੋਈ ਡੀਜੇ ਚੱਲ ਰਿਹਾ ਹੈ, ਉੱਥੇ ਅਗਰ ਤੁਸੀਂ ਜਿੰਨੀ ਮਰਜ਼ੀ ਖਾਸ ਜਗ੍ਹਾ 'ਤੇ ਜਾਓ, ਜਿੰਨੀ ਮਰਜ਼ੀ ਰਿਸ਼ਤੇਦਾਰੀ 'ਚ ਜਾਓ, ਜੇ ਡੀਜੇ ਚੱਲ ਰਿਹਾ ਅਸੀਂ ਉੱਥੇ ਗਾਉਣਾ ਨਹੀਂ ਹੈ। ਔਰ ਮੈਂ ਮਤਲਬ ਬਹੁਤ ਜਗ੍ਹਾ 'ਤੇ ਐਸੀ ਜਗ੍ਹਾ 'ਤੇ ਗਿਆ ਜਿੱਥੇ ਮੇਰੀ ਰਿਸ਼ਤੇਦਾਰੀਆਂ 'ਚ ਪ੍ਰੋਗਰਾਮ ਸੀ, ਲੇਕਿਨ ਉਹਨਾਂ ਨੇ ਉੱਥੇ ਡੀਜੇ ਸੱਦਿਆ ਸੀ, ਉਹ ਗਾਉਣ ਵਾਲੀਆਂ ਸੱਦੀਆਂ, ਤੇ ਮੈਂ ਉਹਨਾਂ ਨੂੰ ਇਹ ਕਹਿ ਦਿੰਦਾ ਕਿ ਜਾਂ ਤਾਂ ਮੈਂ ਗਾਉਣਾ ਹੀ ਨਹੀਂ, ਜੇ ਗਾਉਣਾ ਇਹਨਾਂ ਸਾਰਿਆਂ ਨੂੰ ਥੱਲੇ ਲਾ ਦਿਓ, ਮੈਂ ਜਦੋਂ ਗਾਊਂਗਾ ਮੈਂ ਇਕੱਲਾ ਹੋਊਂਗਾ, ਮੇਰੇ ਮਗਰ ਇਹ ਨਹੀਂ ਹੋ ਸਕਦੀਆਂ, ਕਿਉਂਕਿ ਇਹਨਾਂ ਨੇ ਹੀ ਸਾਡਾ ਬੇੜਾ ਗਰਕ ਕੀਤਾ ਹੈ। ਇਹ ਇੱਕ ਜਿੱਦਾਂ ਮਸਾਲਾ ਸੀਗਾ ਲੋਕਾਂ ਲਈ, ਕਿ ਲੋਕਾਂ ਨੂੰ ਅੱਖਾਂ ਚੰਗਾ ਲੱਗੇ, ਕਿਉਂਕਿ ਸਟੇਜਾਂ 'ਤੇ ਚਰਖੇ ਰੱਖਣ ਨਾਲ ਕੋਈ ਬੰਦਾ ਕੋਈ ਇਹਨੂੰ ਅਸੀਂ ਸੱਭਿਆਚਾਰ ਕਿਵੇਂ ਕਹਿ ਸਕਦੇ? ਸਾਡੇ ਲੋਕ, ਮੈਂ ਪਹਿਲਾਂ ਵੀ ਕਿਹਾ ਸੀ ਕਿ ਲਾਈ ਲੱਗ ਬਹੁਤ ਜ਼ਿਆਦਾ ਅਸੀਂ, ਜੇ ਕਿਸੇ ਨੇ ਚਰਖਾ ਉੱਥੇ ਰੱਖ ਲਿਆ ਜਾਂ ਚਾਦਰਾ ਕੁੜਤਾ ਪਾ ਲਿਆ ਤਾਂ ਕੀ ਚਾਦਰਾ ਕੁੜਤਾ ਪਾ ਕੇ ਬੰਦਾ ਸੱਭਿਆਚਾਰਕ ਬਣ ਜਾਂਦਾ? ਸੱਭਿਆਚਾਰਕ ਹੋਣਾ ਹੋਰ ਚੀਜ਼ ਹੈ। ਚਾਦਰਾ ਕੁੜਤਾ ਇੱਕ ਲਿਬਾਸ ਹੈ, ਚਾਦਰਾ ਕੁੜਤਾ ਪਾ ਕੇ ਵੀ ਬੰਦਾ ਕਾਤਲ ਹੋ ਸਕਦਾ, ਠੀਕ ਹੈ, ਨੰਗਾ ਬੰਦਾ ਵੀ ਇੱਕ ਬਹੁਤ ਵੱਡਾ ਸਾਧੂ ਹੋ ਸਕਦਾ। ਕੱਪੜਿਆਂ ਦੇ ਨਾਲ ਸੱਭਿਆਚਾਰ ਨਹੀਂ ਵੱਜਦਾ, ਸੱਭਿਆਚਾਰ ਵੱਜਦਾ ਤੁਹਾਡੀ ਸੋਚ ਨਾਲ, ਕਿ ਮੇਰਾ ਪਿਓ ਐਂ ਕਰਦਾ ਸੀ, ਮੇਰਾ ਦਾਦਾ ਐਂ ਕਰਦਾ ਸੀ, ਮੈਂ ਆਹੀ ਕਰਨਾ, ਮੈਂ ਇਦੋਂ ਵੱਧ ਨਹੀਂ ਕਰਨਾ, ਠੀਕ ਹੈ ਨਾ। ਪਿੰਡ ਦੇ ਵਿੱਚ ਅਸੀਂ ਆਪਣੇ ਰਿਸ਼ਤਿਆਂ ਦੀ, ਚਾਚੀ ਹੈ, ਭੂਆ ਹੈ, ਮਾਸੀ ਹੈ, ਅਸੀਂ ਉਹਨਾਂ ਦੀ ਇੱਜ਼ਤ ਕਰਨੀ ਹੈ, ਉਹਨਾਂ ਦਾ ਸਤਿਕਾਰ ਕਰਨਾ, ਇਹ ਸੱਭਿਆਚਾਰ ਹੈ ਸਾਡਾ, ਪੰਜਾਬੀਆਂ ਦਾ ਇਹ ਸੱਭਿਆਚਾਰ ਸੀ। ਪਿੰਡ 'ਚ ਕੋਈ ਵੀ ਬਜ਼ੁਰਗ ਹੈ ਜਿਹੜਾ ਵੱਡੀ ਉਮਰ ਦਾ, ਉਹਦੇ ਪੈਰੀਂ ਹੱਥ ਲਾਉਣਾ, ਕਿ ਮੇਰੇ ਆਸ਼ੀਰਵਾਦ ਲੈਣਾ, ਇਹ ਸੱਭਿਆਚਾਰ ਸਾਡਾ ਇਹ ਹੈ। ਨਾ ਚਰਖਿਆਂ 'ਚ ਸੱਭਿਆਚਾਰ ਹੈ, ਉਹ ਤਾਂ ਮਜਬੂਰੀ ਸੀ, ਚਰਖੇ ਜਦੋਂ ਕੱਤਦੇ ਸੀ, ਅੱਜ ਕੌਣ ਚਰਖਾ ਕੱਤ ਲੂਗਾ? ਅੱਗੇ ਕੁੜੀਆਂ ਲਈ ਸਾਰੇ ਭੂਆ, ਚਾਚੀਆਂ, ਮਾਸੀਆਂ 2 ਸਾਲ ਪਹਿਲਾਂ ਦਰੀਆਂ ਬਣਾਉਣ ਲੱਗ ਪੈਂਦੀਆਂ ਸੀ, ਖੇਸ ਬਣਾਉਣ ਲੱਗ ਪੈਂਦੀਆਂ ਸੀ, ਰਜਾਈਆਂ ਬਣਾਉਣ ਲੱਗ ਪੈਂਦੀਆਂ ਸੀ, ਕਿਉਂਕਿ ਸਿਸਟਮ ਹੀ ਨਹੀਂ ਸੀਗਾ ਕੁਝ ਵੀ। ਅੱਜ ਤਾਂ ਜ਼ਰੂਰਤ ਨਹੀਂ, ਤੁਸੀਂ ਲੁਧਿਆਣੇ ਚੌੜੇ ਬਾਜ਼ਾਰ 'ਚ ਚਲੇ ਜਾਓ, ਤੁਸੀਂ ਸਵੇਰੇ ਜਾਓ, ਸ਼ਾਮ ਨੂੰ ਸਾਰਾ ਦਾਜ ਪੂਰਾ ਹੋ ਗਿਆ। ਜੇ ਅੱਜ ਕੋਈ ਚਰਖਾ ਕੱਤੇ ਤਾਂ ਮੈਂ ਕਹਿੰਦਾ ਮੂਰਖ ਹੋਊਗਾ ਉਹ, ਠੀਕ ਹੈ ਨਾ। ਇਹ ਸੱਭਿਆਚਾਰ ਨਹੀਂ ਹੈਗਾ, ਇਹ ਤਾਂ ਜਸਟ ਐਵੇਂ ਕੁਝ ਲੋਕਾਂ ਨੇ ਪ੍ਰਚਾਰ ਕਰਨ ਲਈ ਕਹਿਤਾ ਵੀ ਚਰਖੇ ਕੱਤਦੀ ਹੈ ਜੀ ਸੱਭਿਆਚਾਰ ਸਾਡਾ ਵੈਸੇ ਵੀ ਖਤਮ ਹੀ ਹੋ ਚੁੱਕਿਆ, ਕਿਉਂਕਿ ਸਾਡੀ ਜ਼ਮੀਰ ਵੀ। ਇਹਨੂੰ ਬਚਾਇਆ ਕਿਵੇਂ ਜਾ ਸਕਦਾ? ਦੇਖੋ, ਪੰਜਾਬ ਤਾਂ ਇਸ ਵਕਤ ਬਹੁਤ ਖਤਰਨਾਕ ਮੋੜ 'ਤੇ ਖੜਾ ਹੈ। ਮੈਨੂੰ ਕੋਈ ਆਸ ਨਜ਼ਰ ਨਹੀਂ ਆਉਂਦੀ, ਜੇ ਤੁਸੀਂ ਸਹੀ ਪੁੱਛੋ ਕਿ ਪੰਜਾਬ ਬਚ ਜਾਊਗਾ, ਕਿਉਂਕਿ ਪੰਜਾਬ ਬਚੂ ਕਿੱਥੋਂ? ਪਾਣੀ ਖਤਮ ਹੋ ਚੁੱਕਿਆ, ਜ਼ਮੀਨਾਂ ਨੂੰ ਕੈਂਸਰ ਹੋ ਗਿਆ। ਇਹਦੇ ਪਿੱਛੇ ਜ਼ਿੰਮੇਵਾਰ ਕਿਹਨੂੰ ਠਹਿਰਾਉਣਾ? ਅਸੀਂ ਸਾਰੇ ਲੋਕ ਹੈ। ਸਭ ਤੋਂ ਪਹਿਲਾਂ ਸਮਾਜ, ਮੈਂ ਕਹੂੰਗਾ, ਕਿਉਂਕਿ ਜਿਹੜੀ MLA, MP ਜਾਂ ਪ੍ਰਾਈਮ ਮਿਨਿਸਟਰ ਹੈ, ਇਹ ਕਿਹੜਾ ਸਮਾਜ ਤੋਂ ਆਇਆ? ਸਮਾਜ 'ਚੋਂ ਹੀ ਆਇਆ, ਸਮਾਜ ਨੇ ਹੀ ਬਣਾਇਆ। ਨਹੀਂ, ਜ਼ਮੀਨ ਦਾ ਕੈਂਸਰ ਦਾ ਜ਼ਿਕਰ ਕਰ ਰਹੇ ਹਾਂ। ਹਾਂ, ਜ਼ਮੀਨ ਦਾ ਜਿਹੜਾ ਮੈਂ ਕੈਂਸਰ ਕਰ ਰਿਹਾ, ਜ਼ਮੀਨ ਦੇ ਵਿੱਚ ਵੀ ਦੇਖੋ ਅਸੀਂ ਹੀ ਹੈ। ਦੇਖੋ, ਇੱਕ ਜ਼ਮਾਨਾ ਹੁੰਦਾ ਸੀਗਾ, ਮੈਂ ਆਪਣੀ ਗੱਲ ਕਰਦਾ, ਮੈਂ ਖੁਦ ਖੇਤੀਬਾੜੀ ਨਾਲ ਸੰਬੰਧਿਤ ਹੈ। ਮੈਂ ਜਦੋਂ ਸੁਰਤ ਮੈਂ ਸੰਭਾਲੀ ਹੈ, ਤੇ ਮੈਂ ਮੇਰੇ ਖੇਤਾਂ ਦੇ ਵਿੱਚ ਉਸ ਵਕਤ, ਅੱਜ ਤੋਂ 70 ਸਾਲ ਪੁਰਾਣੀ ਗੱਲ ਕਰੋ ਤੁਸੀਂ, ਸਾਡੇ ਖੇਤ ਵਿੱਚ 5 ਦੀ ਮੋਟਰ ਲੱਗੀ ਹੁੰਦੀ ਸੀ। ਫਰੀਦਕੋਟ ਨਹਿਰਾਂ ਦੇ ਨਾਲ ਸਾਡਾ ਖੇਤ ਸੀਗਾ, ਔਰ ਸਾਡੇ ਪਿਓ ਨੇ ਕਦੇ ਵੀ ਉੱਥੇ ਨਾ ਕਣਕ ਬੀਜੀ ਹੈ, ਨਾ ਉਹਨੇ ਮੱਕੀ ਬੀਜੀ, ਨਾ ਗੁਬਾਰਾ ਬੀਜਿਆ, ਉਹਨੇ ਟੋਟਲ ਸਬਜ਼ੀਆਂ ਬੀਜੀਆਂ, ਗਾਜਰਾਂ ਹੋ ਗਈਆਂ, ਧਨੀਆ ਹੋ ਗਿਆ, ਸ਼ਲਗਮ ਹੋ ਗਿਆ, ਔਰ ਉੱਥੋਂ ਤੋੜ ਕੇ ਅਸੀਂ ਵੇਚਦੇ ਹੁੰਦੇ ਸੀਗੇ। ਅਸੀਂ ਫਸਲਾਂ ਗਲਤ ਚੁਣਨੀਆਂ, ਉਹਦੇ 'ਚ ਗੌਰਮੈਂਟ ਦਾ ਬਹੁਤ ਵੱਡਾ ਯੋਗਦਾਨ ਹੈ। ਗੌਰਮੈਂਟ ਨੇ ਪੰਜਾਬ ਨੂੰ ਬੇੜਾ ਗਰਕ ਕਰਨਾ ਸੀ, ਔਰ ਅਸੀਂ ਲਾਈ ਲੱਗਾ, ਮੈਂ ਸ਼ਬਦ ਬਾਰ-ਬਾਰ ਬੋਲਦਾ ਹਾਂ, ਅਸੀਂ ਜਿੱਥੇ ਪਾਣੀ ਉੱਪਰ ਹੀ ਪਿਆ 2 ਫੁੱਟ 'ਤੇ ਪਿਆ, ਉੱਥੇ ਝੋਨਾ ਬੀਜ ਲਓ, ਕੋਈ ਹਰਜ ਵਾਲੀ ਗੱਲ ਨਹੀਂ। ਜਿੱਥੇ ਪਾਣੀ 500 ਫੁੱਟ ਹੈ ਜੀ, ਉੱਥੇ ਨਾ ਤਾਂ ਤੁਹਾਨੂੰ ਯੂਨੀਵਰਸਿਟੀ ਵਾਲੇ ਆਗਿਆ ਦਿੰਦੇ ਆ, ਨਾ ਤੁਹਾਨੂੰ ਸਮਾਂ ਆਗਿਆ ਦਿੰਦਾ, ਨਾ ਤੁਹਾਡਾ ਦਿਮਾਗ ਤੁਹਾਨੂੰ ਆਗਿਆ ਦਿੰਦਾ ਝੋਨਾ ਬੀਜੋ। ਲੇਕਿਨ ਮੱਘਰ ਕਿਆਂ ਨੇ ਬੀਜਿਆ, ਮੈਂ ਵੀ ਬੀਜੂੰਗਾ, ਸੰਤੋਖ ਕਿਆਂ ਨੇ ਬੀਜਿਆ, ਮੈਂ ਵੀ ਬੀਜੂੰਗਾ। ਅਸੀਂ ਉਹ ਫਸਲਾਂ ਬੀਜ ਲੀਆਂ। ਅਸੀਂ ਇੱਕ ਤਾਂ ਅਸੀਂ ਇਹ ਗਲਤੀ ਬਹੁਤ ਤਗੜੀ ਕੀਤੀ। ਸੈਕੰਡਲੀ ਕੀ ਗੱਲ ਹੈ ਕਿ ਅੱਗੇ ਹੁੰਦਾ ਸੀਗਾ ਕਿ 1 ਸਾਲ ਫਸਲ ਬੀਜ ਲਈ, ਅਗਲੇ ਜਿਹੜੇ 6 ਮਹੀਨੇ ਉਹਦੇ ਲਈ ਉਹਦੇ 'ਚ ਕੁਝ ਝਿੰਜਣ ਹੁੰਦਾ ਸੀਗਾ, ਝਿੰਜਣ ਬੀਜਦੇ ਸੀਗੇ। ਲੋਕਾਂ ਨੂੰ ਅੱਜ ਪਤਾ ਵੀ ਨਹੀਂ ਹੋਣਾ ਝਿੰਜਣ ਕੀ ਹੁੰਦਾ। ਕੁਝ ਬਾਲਣ ਦੇ ਆਗਾ ਜਾਂਦਾ ਸੀ, ਬਾਕੀ ਸਾਰਾ ਵਿੱਚ ਵਾਹ ਦਿੰਦੇ ਸੀ। 6 ਮਹੀਨੇ ਫਿਰ ਕੁਝ ਨਹੀਂ ਬੀਜਦੇ ਸੀ, ਹਰੀ ਖਾਦ ਦਾ ਕੰਮ ਕਰਦਾ ਸੀ। ਅਗਲੇ ਸਾਲ ਫਿਰ ਬੀਜਦੇ ਸੀ। ਲੇਕਿਨ ਅੱਜ ਦੀ ਡੇਟ 'ਚ ਕੀ ਹੋ ਗਿਆ? ਅੱਜ ਦਾ ਸਾਡਾ ਕਿਸਾਨ ਹੈ, ਉਹਨਾਂ ਨੇ ਪੱਠੇ ਬੀਜੇ ਆ, ਉਹਨਾਂ ਨੇ 2 ਮਰਲੇ ਜਿਹੜੇ ਹੈਗੇ ਆ ਉਹ ਪੱਠੇ ਵੱਢ ਲਏ, ਅਗਲੇ ਪਾਸੇ ਟੱਕ ਲਾ ਲਿਆ, ਮਗਰ ਫਿਰ ਬੀਜਤੇ।
ਖੇਤ ਨੂੰ ਖਾਲੀ ਹੋਣ ਹੀ ਨਹੀਂ ਦਿੰਦੇ, ਜਾਣੀ ਖੇਤ ਨੂੰ ਸਾਹ ਨਹੀਂ ਲੈਣ ਦਿੰਦੇ। ਦੇਖੋ ਕੋਈ ਵੀ ਦੁਨੀਆ ਤੇ ਕੋਈ ਵੀ ਚੀਜ਼ ਹੈਗੀ ਆ ਜਿਹੜੀ ਜਿਉਂਦੀ ਹੈ, ਜ਼ਮੀਨ ਜਿਉਂਦੀ ਹੈ ਨਾ, ਜਿਹਦੇ ਕੋਈ ਚੀਜ਼ ਪੈਦਾ ਹੋ ਰਹੀ ਹੈ, ਜਾਨ ਆ ਨਾ ਉਹਦੇ 'ਚ। ਕਹਿੰਦੇ ਜ਼ਮੀਨ 'ਚ ਜਾਨ ਬੜੀ ਹੈ, ਜੇ ਉਹਦੇ 'ਚ ਜਾਨ ਹੈ ਅਸੀਂ ਉਹਨੂੰ ਪਾਈ ਜਾਂਦੇ ਹਾਂ, 24 ਘੰਟੇ ਜ਼ਹਿਰ ਪਾਈ ਜਾਂਦੇ ਹਾਂ, ਜਾਨ ਕੱਢ ਰਹੇ ਔਰ ਅਸੀਂ ਜਾਨ ਕੱਢ ਰਹੇ ਹਾਂ। ਔਰ ਇੱਕ ਹੋਰ ਬੜਾ ਵੱਡਾ ਮੁੱਦਾ ਮੈਂ ਤੁਹਾਡੇ ਨਾਲ ਸਾਂਝਾ ਕਰਨਾ ਚਾਹੂੰਗਾ, ਕਿਉਂਕਿ ਮੇਰੇ ਦਿਮਾਗ 'ਚ ਆਉਂਦੇ ਆ ਮੁੱਦੇ ਇਹ ਜਿਹਦੇ ਤੇ ਅੱਜ ਤੱਕ ਕਿਸੇ ਨੇ ਗੱਲ ਹੀ ਨਹੀਂ ਕੀਤੀ। ਔਰ ਮੈਂ ਤੁਹਾਨੂੰ ਬੇਨਤੀ ਕਰੂੰਗਾ ਤੁਸੀਂ ਆਓ ਫਰੀਦਕੋਟ ਦੇ ਵਿੱਚ ਆਓ, ਤੁਸੀਂ ਆ ਕੇ ਇਸ ਮੁੱਦੇ ਨੂੰ ਚੱਕੋ। ਬੜਾ ਖਤਰਨਾਕ ਮੁੱਦਾ ਹੈ। ਸਾਡੇ ਫਰੀਦਕੋਟ ਦੇ ਏਰੀਏ ਦੇ ਵਿੱਚ ਵੱਧ ਤੋਂ ਵੱਧ 10 ਕਿਲੋਮੀਟਰ ਦਾ ਏਰੀਆ ਲਾ ਲਓ, 10 ਕਿਲੋਮੀਟਰ ਦੇ ਵਿੱਚ ਘੱਟੋ ਘੱਟ 20 ਤੋਂ ਜ਼ਿਆਦਾ ਪੱਠੇ ਹੈ, 20 ਤੋਂ ਜ਼ਿਆਦਾ ਪੱਠੇ ਹੈ। ਪੱਠੇ ਪੋਲੂਸ਼ਨ ਛੱਡਦੇ ਹੋਣਗੇ, ਇਹਦੇ 'ਚ ਕੋਈ ਸ਼ੱਕ ਵਾਲੀ ਗੱਲ ਨਹੀਂ। ਲੋਕੀ ਵੱਧ ਤੋਂ ਵੱਧ ਇਹੀ ਇਸ਼ੂ ਕਰਦੇ ਆ ਕਿ 20 ਪੱਠਿਆਂ ਦਾ ਪੋਲੂਸ਼ਨ ਆ ਜੀ, ਲੋਕਾਂ ਦੇ ਸਾਹ 'ਚ ਆਉਂਦਾ। ਉਹ ਵੀ ਬਹੁਤ ਵੱਡੀ ਗੱਲ ਹੈ, ਮੈਂ ਉਹਨੂੰ ਵੀ ਮੰਨਦਾ, ਲੇਕਿਨ ਉਸ ਤੋਂ ਜ਼ਿਆਦਾ ਇੱਕ ਭੈੜੀ ਚੀਜ਼ ਹੋਰ ਹੈ ਜਿਹਦੇ 'ਚ ਕਦੇ ਕਿਸੇ ਨੇ ਧਿਆਨ ਨਹੀਂ ਦਿੱਤਾ। ਉਹ ਇਹ ਹੈ ਕਿ ਉੱਥੇ ਕੋਈ ਵੀ ਜ਼ਮੀਨ ਪੱਧਰੀ ਨਹੀਂ ਹੈ। ਉਸ ਏਰੀਏ ਵਿੱਚ ਜਿੰਨੀਆਂ ਜ਼ਮੀਨਾਂ ਸੀ, ਜਿਹੜੀ ਮਿੱਟੀ ਦੀ ਆਪਣੀ ਇੱਕ ਮਹਿਕ ਸੀ ਜਾਂ ਮਿੱਟੀ ਦੀ ਖਾਸੀਅਤ ਸੀ, ਉਹ ਲੱਖ ਰੁਪਏ ਫੁੱਟ ਦਿੰਦੇ ਆ। ਔਰ ਜ਼ਿਮੀਂਦਾਰ ਲਾਲਚ ਵਿੱਚ ਆ ਕੇ ਪਹਿਲਾਂ 5 ਫੁੱਟ ਪਟਾ ਦਿੰਦਾ, ਫਿਰ ਉਦੋਂ ਬਾਅਦ ਬੀਜਣ ਦੀ ਕੋਸ਼ਿਸ਼ ਕਰਦਾ। 2-3 ਸਾਲ ਤਾਂ ਉੱਥੇ ਕੁਝ ਹੁੰਦਾ ਨਹੀਂ, ਫਿਰ ਰੇਹਾਂ ਪਾਉਂਦੇ, ਸਪਰੇਆਂ ਪਾਉਂਦੇ ਆ, ਫਿਰ ਉੱਥੇ ਕੋਈ ਨਾ ਕੋਈ ਪੱਠੇ ਪੁੱਠੇ ਹੁੰਦੇ ਆ। ਫਿਰ ਜਦੋਂ ਲੋੜ ਪੈਂਦੀ ਹੈ 2 ਫੁੱਟ ਫਿਰ ਚੁਕਾ ਦਿੰਦੇ ਆ। ਸਾਰੇ ਏਰੀਏ ਨੂੰ ਉਹਨਾਂ ਨੇ ਖੂਹ ਬਣਾਤਾ। ਅੱਛਾ ਜੀ। ਅਸੀਂ ਤਾਂ ਮੈਂ ਤਾਂ ਆਪਦੇ ਜ਼ਿੰਦਗੀ ਨਿਭਾ ਲੂੰਗਾ, ਜਿਹੜੇ ਮੇਰੇ ਬੱਚੇ ਹੈਗਾ, ਮੇਰੇ ਬੱਚੇ ਜਦੋਂ ਪਟਾਉਣਗੇ, ਪਿੱਛੇ ਤਾਂ ਰੇਤਾ ਰਹਿ ਗਿਆ। ਮੈਨੂੰ ਲੱਗਦਾ 5 ਫੁੱਟ ਤੋਂ ਬਾਅਦ ਸਾਡੀ ਜ਼ਮੀਨ ਨਹੀਂ ਹੈਗੀ। ਇੱਕ ਸਿਸਟਮ ਹੈ ਕਿ 5 ਫੁੱਟ ਤੱਕ ਜ਼ਮੀਨ ਮੇਰੀ ਹੈ, 5 ਫੁੱਟ ਤੋਂ ਬਾਅਦ ਜਿਹੜੀ ਹੈਗੀ ਆ ਉਹ ਗੌਰਮੈਂਟ ਦੀ ਹੈ, ਕਿਉਂਕਿ ਜਿਹੜਾ ਰੇਤਾ ਹੁੰਦਾ, ਮਾਈਨਿੰਗ ਹੁੰਦੀ, ਉਹ ਗੌਰਮੈਂਟ ਕਰ ਸਕਦੀ, ਬੰਦਾ ਨਹੀਂ ਕਰ ਸਕਦਾ। ਸੋ ਅਸੀਂ ਮਾਈਨਿੰਗ 'ਤੇ ਖੜੇ ਹਾਂ। ਜਿਹੜੀ ਸਾਡੀ ਜ਼ਮੀਨ ਹੈਗੀ ਨਾ, ਕਹਿੰਦਾ ਬੰਦਾ ਮੇਰੇ ਕੋਲ 10 ਕਿੱਲੇ ਹੈ, ਉਹ 10 ਕਿੱਲੇ 2 ਫੁੱਟ ਹੀ ਰਹਿ ਗਈ ਬਸ। ਉਹ ਜਦੋਂ ਸਾਡੇ ਬੱਚੇ ਆਉਣਗੇ ਭੁੱਖੇ ਮਰਨਗੇ ਨਾ, ਬਾਟਾ ਨਹੀਂ ਫੜਨਾ ਉਹਨਾਂ ਨੇ, ਫਿਰ ਕਹਿਣਾ ਚੱਕ ਲਓ ਉੱਤੋਂ। ਉਸ ਤੋਂ ਬਾਅਦ ਉੱਥੇ ਕੀ ਹੋਊਗਾ? ਇੰਨਾ ਕੁ ਜ਼ਿਆਦਾ ਅਸੀਂ ਮਤਲਬ ਗਲਤੀਆਂ ਕਰ ਚੁੱਕੇ ਹਾਂ ਲੋਕ। ਫਸਲ ਗਲਤ ਬੀਜੀ ਅਸੀਂ, ਔਰ ਫਸਲਾਂ ਅਸੀਂ ਸਾਲ 'ਚ 4 ਚਾਹੁੰਦੇ ਹਾਂ। ਕੰਮ ਅਸੀਂ ਕਰਨਾ ਨਹੀਂ ਚਾਹੁੰਦੇ, ਕੰਮ ਸਾਰਾ ਬਈਏ ਕਰਦੇ ਆ। ਸਾਡੇ ਚਿੱਟੇ ਕੱਪੜੇ ਪਾਏ, ਹੱਥਾਂ 'ਚ ਆਈਫੋਨ ਫੜਿਆ, ਅਸੀਂ ਸੈਲਫੀਆਂ ਬਣਾ ਰਹੇ ਹਾਂ। ਇਹ ਨਹੀਂ, ਇੱਕ ਜਿਹੜਾ ਕਿਸਾਨ ਹੁੰਦਾ ਹੈ, ਜਿਹੜਾ ਜ਼ਿਮੀਂਦਾਰ ਹੁੰਦਾ ਹੈ, ਜਿਹੜਾ ਮਿਹਨਤਕਸ਼ ਹੁੰਦਾ ਹੈ, ਉਹਨੂੰ ਇਹ ਚੀਜ਼ਾਂ ਚਿੱਟੇ ਕੱਪੜੇ ਸ਼ੋਭਾ ਨਹੀਂ ਦੇ ਸਕਦੇ। ਇਹ ਚਿੱਟੇ ਕੱਪੜੇ ਉਦੋਂ ਹੀ ਪਾਏ ਜਾ ਸਕਦੇ ਜਦੋਂ ਅਸੀਂ ਕਿਸੇ ਖਾਸ ਇੱਕ ਤਾਂ ਹੀ ਜਦੋਂ ਨਵੇਂ ਗਾਇਕੀ ਹੈ, ਨਵੇਂ ਚਿਹਰੇ ਨੇ ਜਿਹੜੇ, ਉਹ ਮਤਲਬ ਜੱਟ ਕਿਸਾਨ ਦਾ ਉਹ ਜ਼ਿਕਰ ਕਰਦੇ ਨੇ ਵੀ ਉਹਦੇ ਕੋਲ ਥਾਰ ਗੱਡੀ ਤੇ ਪੱਠੇ ਲੈ ਕੇ ਜਾ ਰਿਹਾ ਹੈ, ਘੁੰਮਣ ਘਮਾਉਣ ਨੂੰ ਤਾਂ ਥਾਰ ਰੱਖੀ ਹੈ, ਬੁਲਟ ਤਾਂ ਰੱਖਿਆ, ਪਟਾਕੇ ਪਾਉਣ ਨੂੰ ਹਥਿਆਰਾਂ ਦਾ ਜ਼ਿਕਰ ਆਉਂਦਾ ਹੈ। ਉਹ ਕਿਹੜੇ ਜੱਟ ਦਾ ਜ਼ਿਕਰ ਕਰਦੇ? ਉਹ ਨਹੀਂ, ਜੱਟ ਨਹੀਂ ਉਹ ਅਸਲ ਦੇ ਵਿੱਚ, ਕਿਉਂਕਿ ਅਸੀਂ ਫੁਕਰੇ ਹਾਂ ਥੋੜ੍ਹੇ ਜਿਹੇ ਨਾ, ਸਾਡੀ ਕੌਮ ਫੁਕਰੀ ਹੈ ਥੋੜ੍ਹੀ ਜਿਹੀ। ਅਸੀਂ ਪਾਡੀ 'ਚ ਬਹੁਤ ਜਲਦੀ ਆ ਜਾਂਦੇ। ਉਹ ਜਦੋਂ ਜੱਟ ਸ਼ਬਦ ਆਉਂਦਾ ਨਾ, ਤੇ ਜਿਹੜਾ ਜੱਟ ਨਹੀਂ ਹੁੰਦਾ, ਜਿਹੜੇ ਪੰਡਤ ਹੁੰਦੇ ਆ ਜਾਂ ਜਿਹੜੇ ਹੋਰ ਕਿਸੇ ਕਾਸਟ ਨਾਲ ਸੰਬੰਧ ਰੱਖਦੇ ਨਾ, ਹਰ ਬੰਦਾ ਆਪਣੇ ਆਪ ਨੂੰ ਜੱਟ ਕਹਿੰਦਾ। ਜੱਟ ਨੇ ਆਹ ਕਰਤਾ, ਜੱਟ ਨੂੰ ਕਸਰ ਕੋਈ ਨਾ ਛੱਡੀ। ਹਰ ਬੰਦਾ ਆਪਣੇ ਆਪ ਨੂੰ ਜੱਟ ਸਮਝਦਾ। ਕਿ ਜੱਟ ਸ਼ਬਦ ਨੂੰ ਯੂਜ਼ ਕਰਕੇ ਉਹਨਾਂ ਨੇ ਉਹ ਜੱਟ ਸ਼ਬਦ ਦਾ ਇੰਨਾ ਕੁ ਜਲੂਸ ਕੱਢਿਆ, ਜਦ ਕਿ ਜੱਟ ਉਹ ਹੈ ਹੀ ਨਹੀਂ। ਕਿਸਾਨ ਤੇ ਵਿਚਾਰਾ ਰੁਲਦਾ ਪਿਆ, ਖੁਦਕੁਸ਼ੀਆਂ ਕਰ ਰਿਹਾ, ਅੱਜ ਸੜਕਾਂ ਤੇ ਦਿੱਲੀ ਦੀਆਂ ਜੂਹ ਤੇ ਬੈਠਾ ਹੈ। ਹਾਂ, ਕਿਸਾਨ ਹੀ ਤਾਂ ਕਿਸਾਨ ਜੱਟ ਤੇ, ਪਰ ਮਤਲਬ ਉਹ ਕਿਹੜੇ ਜੱਟ ਦਾ, ਕਿਹੜੇ ਕਿਸਾਨ ਦਾ ਜ਼ਿਕਰ ਕਿਹੜੇ ਦਾ ਕਰ ਰਿਹਾ? ਬਸ ਜਦੋਂ ਪੀਤੀ ਹੁੰਦੀ ਉਦੋਂ ਹਰ ਆਪਣੇ ਆਪ ਨੂੰ ਕਿਸਾਨ ਸਮਝਦਾ। ਉਦੋਂ ਹਰ ਬੰਦਾ ਇਹੀ ਕਹਿੰਦਾ ਵੀ ਮੈਂ ਜੱਟ ਹਾਂ। ਲੇਕਿਨ ਜਦੋਂ ਦਿਨ ਚੜ੍ਹਦਾ ਉਦੋਂ ਕੋਈ ਜੱਟ ਨਹੀਂ ਹੁੰਦਾ, ਉਦੋਂ ਸਾਰੇ ਗਰੀਬ ਹੀ ਹੁੰਦੇ। ਹਾਂ, ਉਦੋਂ ਲੈ ਜਾਂਦੀ ਹੈ ਨਾ, ਉਦੋਂ ਸਾਰੇ ਗਰੀਬ ਹੁੰਦੇ ਆ। ਉਦੋਂ ਅਸੀਂ ਗੌਰਮੈਂਟ ਤੋਂ ਦਾਲਾਂ ਵੀ ਮੰਗਦੇ ਹਾਂ, ਅਸੀਂ ਗੌਰਮੈਂਟ ਤੋਂ ਫੰਡ ਵੀ ਮੰਗਦੇ ਹਾਂ, ਗੌਰਮੈਂਟ ਤੋਂ ਕਹਿੰਦੇ ਸਾਡੇ ਅਕਾਊਂਟ 'ਚ ਵੀ ਪਾ ਦਿਓ। ਪਰ ਜਦੋਂ ਦਾਰੂ ਪੀਤੀ ਹੁੰਦੀ ਉਦੋਂ ਫਿਰ ਅਸੀਂ ਜੱਟ ਹੁੰਦੇ ਹਾਂ। ਸੋ ਜੱਟ ਸ਼ਬਦ ਨੇ ਹੀ ਬੇੜਾਗਰਕ ਕੀਤਾ, ਔਰ ਇਹ ਲੋਕਾਂ ਨੇ ਜਾਣ ਬੁੱਝ ਕੇ ਜੱਟ 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 ਸ਼ਬਦ ਕਰਕੇ ਜਿਹੜਾ ਨਾ, ਇਹ ਬੇੜਾਗਰਕ ਲੋਕਾਂ ਨੇ ਕੀਤਾ। ਸੋ ਸਾਨੂੰ ਇਹ ਜੱਟਪੁਣੇ ਤੋਂ ਬਾਜ ਆਉਣਾ ਪਊਗਾ, ਗਾਣਿਆਂ 'ਚੋਂ ਜੱਟ ਸ਼ਬਦ ਕਢਾਉਣਾ ਪਊਗਾ। ਔਰ ਹੋਰ ਮੈਂ ਦੱਸਾਂ ਤੁਹਾਨੂੰ, ਬੜੀ ਹਾਸੂ ਵੀ ਨਹੀਂ ਗੱਲ ਹੁੰਦੀ ਹੈ ਵੀ ਮੇਰੇ ਕੋਲ ਵੀ ਬੜੇ ਲੋਕ ਆਉਂਦੇ ਆ ਜਿਹੜੇ ਕਹਿੰਦੇ ਜੀ ਗਾਣਾ ਆਹ ਗਾਓ ਤੁਸੀਂ, ਅਤੇ ਮੈਂ ਉਹਦੇ 'ਚ ਕਹਿ ਦਿੰਦੇ ਹਾਂ ਵੀ ਮੈਂ ਸਿੱਧਾ ਗਾਣਾ ਬੋਲ ਦੇਣਾ। ਉਹ ਕਹਿੰਦੇ ਨਹੀਂ, ਇਹਦੇ 'ਚ ਜੱਟ ਲਾਓ। ਅੱਛਾ ਜੀ। ਇਹਦੇ 'ਚ ਜਾਣੀ ਉਹ ਕਹਿੰਦੇ ਜਿਹੜੇ ਗਾਣੇ 'ਚ ਜੱਟ ਆ ਗਿਆ ਗਾਣਾ ਉਹ ਚੱਲਣਾ ਹੈ, ਬਾਕੀ ਗਾਣੇ ਦਾ ਨੋਟਿਸ ਨਹੀਂ ਹੋਣਾ। ਔਰ ਇਹ ਗੱਲ ਸੱਚਾਈ ਹੈ, ਔਰ ਇਹ ਗੱਲ ਸੱਚਾਈ ਹੈ। ਜਿਹੜੇ ਗਾਣੇ 'ਚ ਜੱਟ ਸ਼ਬਦ ਆਊਗਾ ਉਹ ਅਸੀਂ ਉਹਨੂੰ ਗਾਣਾ, ਕਿਉਂਕਿ ਹਰ ਬੰਦਾ ਆਪਣੇ ਆਪ ਨੂੰ ਜੱਟ ਕਹਿੰਦਾ। ਜੇ ਜੱਟ ਨਹੀਂ, ਜੇ ਨੋਰਮਲ ਮੈਂ ਦੀ ਗੱਲ ਕਰਕੇ ਤੇ ਉਹ ਕਹਿੰਦੇ ਇਹ ਕੌਣ ਆ, ਛੱਡ ਪਰੇ, ਇਹ ਤੋਂ ਕੀ ਲੈਣਾ। ਸੋ ਇਹ ਇੱਕ ਬਹੁਤ ਵੱਡਾ ਰੀਜ਼ਨ ਹੈ ਜਿਹੜੇ ਜੱਟਾਂ ਵਾਲੇ ਗਾਣੇ ਆਉਂਦੇ ਆ, ਜਾਂ ਜੱਟਾਂ ਦੇ ਫਿਰ ਹੱਥਾਂ 'ਚ ਗੰਡਾਸੇ ਫੜੇ ਆ, ਰਿਵਾਲਵਰ ਫੜੇ ਆ, ਟਕੂਏ ਫੜੇ ਆ, ਗਲੇ ਵੱਢਦੇ ਆ। ਉਹ ਜੱਟ ਦਾ ਕਿਰਦਾਰ ਹੀ ਇਦਾਂ ਦਾ ਕ੍ਰਿਮੀਨਲ ਦਿਖਾਤਾ ਜੱਟ ਨੂੰ ਇੱਕ, ਜਦ ਕਿ ਜੱਟ ਵਿਚਾਰਾ ਇੱਕ ਤਰਾਸਦੀ ਆ ਜੱਟ। ਇਹਦੇ ਪਿੱਛੇ ਮਤਲਬ ਗਾਇਕ ਵੀ ਜ਼ਿੰਮੇਵਾਰ ਨੇ ਵੀ ਪੰਜਾਬੀ ਦਾ ਜਾਂ ਸਮਾਜ ਦਾ ਬੇੜਾ ਗਰਕ ਕਰਨ ਵਿੱਚ। ਤੁਸੀਂ ਸਾਰਿਆਂ ਦਾ ਜ਼ਿਕਰ ਕੀਤਾ ਵੀ ਸਰਕਾਰਾਂ ਵੀ ਨੇ, ਅਸੀਂ ਖੁਦ ਵੀ ਦੋਸ਼ੀ ਹਾਂ। ਅਤੇ ਪੰਜਾਬ ਦੇ ਵਿੱਚ ਇੱਕ ਜ਼ਿਕਰ ਹੋਰ, ਕਿਉਂਕਿ ਸਮਾਂ ਦੀਆਂ ਘੜੀਆਂ ਆਪਾਂ ਨੂੰ ਇਜਾਜ਼ਤ ਨਹੀਂ ਦੇ ਰਹੀਆਂ, ਵੀ ਇੱਕ ਬੜੇ ਘੱਟ ਨੇ ਯੂਨੀਵਰਸਿਟੀਆਂ ਵੀ ਜਿਹੜੀਆਂ ਭਾਸ਼ਾ ਦੇ ਆਧਾਰ 'ਤੇ ਹੋਂਦ ਵਿੱਚ ਆਈਆਂ ਹੋਣ। ਇੱਕ ਪੰਜਾਬ ਦੇ ਵਿੱਚ ਉਹ ਯੂਨੀਵਰਸਿਟੀ ਹੈ ਜਿਹੜੀ ਭਾਸ਼ਾ ਦੇ ਆਧਾਰ 'ਤੇ ਹੋਂਦ ਵਿੱਚ ਆਈ, ਪੰਜਾਬੀ ਯੂਨੀਵਰਸਿਟੀ ਪਟਿਆਲਾ।
ਇੱਕ ਭਾਸ਼ਾ ਦੇ ਆਧਾਰ ਤੇ ਹੋਂਦ ਵਿੱਚ ਆਉਂਦੀ ਹੈ, ਪਰ ਉੱਥੇ ਵੀ ਪੰਜਾਬੀ ਨੂੰ ਖਤਰਾ। ਪਿਛਲੇ ਦਿਨਾਂ ਦੇ ਵਿੱਚ ਸਮਾਜ ਸੇਵੀਆਂ ਨੇ, ਲੱਖਾ ਸਦਾਣਾ, ਹੋਰ ਬੜੇ ਜਾਣਿਆਂ ਨੇ ਉੱਥੇ ਪ੍ਰੋਟੈਸਟ ਕੀਤਾ ਵੀ ਇੱਥੇ ਪੰਜਾਬੀ ਖਤਰੇ ਦੇ ਵਿੱਚ ਹੈ। ਤੇ ਸਿੰਗਰ ਵੀ ਮਤਲਬ ਕਿਤੇ ਨਾ ਕਿਤੇ ਆਪਣੇ ਗੀਤਾਂ ਦੇ ਵਿੱਚ ਇੰਗਲਿਸ਼ ਨੂੰ ਜ਼ਿਆਦਾ ਤਰਜੀਹ ਦੇ ਰਹੇ ਨੇ। ਸਮਾਜ ਦੇ ਵਿੱਚ ਆਪਾਂ ਵੇਖਦੇ ਹਾਂ ਵੀ ਬੱਚੇ ਜ਼ਿਆਦਾ ਉਹ ਇੰਗਲਿਸ਼ ਨੂੰ, ਆਈਲਟਸ ਨੂੰ ਤਰਜੀਹ ਦੇ ਰਹੇ ਨੇ। ਸਰਕਾਰਾਂ ਜਿਹੜੀਆਂ ਨੇ ਉਹ ਇੰਗਲਿਸ਼ ਸਕੂਲਾਂ ਨੂੰ ਜ਼ਿਆਦਾ ਪ੍ਰਮੋਟ ਕਰ ਰਹੀਆਂ ਨੇ। ਇਹਦਾ ਹੱਲ ਕੀ ਨਿਕਲੂਗਾ? ਲੋਕਾਂ ਨੂੰ ਸੁਹਿਰਦ ਹੋਣਾ ਪਊਗਾ। ਲੋਕ ਸੁਹਿਰਦ ਨਹੀਂ ਹੈਗੇ, ਜੇ ਹੈਗੇ ਹੈ ਗਿਣਤੀ ਬਹੁਤ ਘੱਟ ਹੈਗੇ ਨੇ। ਇਹ ਨਹੀਂ ਮੈਂ ਕਹਿ ਸਕਦਾ ਕਿ ਹੈ ਨਹੀਂ ਹੈ, ਦੁਨੀਆ ਤਾਂ ਹੀ ਚੱਲ ਰਹੀ ਹੈ ਕਿ ਲੋਕ ਚੰਗੇ ਅਜੇ ਵੀ ਤੇ ਲੋਕ ਸੁਹਿਰਦ ਹੈਗੇ ਆ, ਲੇਕਿਨ ਗਿਣਤੀ ਬਹੁਤ ਘੱਟ ਹੈ। ਅਗਰ 5% 10% ਹੋਏ ਤਾਂ 90% ਦਾ ਮੁਕਾਬਲਾ ਕਰਨਾ ਬਹੁਤ ਮੁਸ਼ਕਲ ਹੈ। ਇਹ ਜ਼ਰੂਰਤ ਪਊਗੀ ਸਾਨੂੰ ਕੁਝ ਐਕਟ ਬਣਾਉਣੇ ਪੈਣਗੇ, ਕੁਝ ਲੋਕਾਂ ਨੂੰ ਆਪਣੇ ਤੌਰ 'ਤੇ, ਜਿੱਦਾਂ ਅੱਜ ਕਿਸਾਨੀ ਦੀ ਆਪਾਂ ਗੱਲ ਕਰ ਲਈਏ, ਅੱਜ ਕਿਸਾਨਾਂ ਨੇ ਇੱਕ ਆਪਣੇ ਐਕਟ ਹੀ ਬਣਾ ਲਿਆ ਕਿ ਅਸੀਂ ਪਿੰਡਾਂ ਦੇ ਵਿੱਚ ਵੜਨ ਨਹੀਂ ਦੇਣਾ, ਅਸੀਂ ਪਿੰਡਾਂ ਦੇ ਵਿੱਚ ਪ੍ਰਚਾਰ ਕਰਨ ਨਹੀਂ ਦੇਣਾ, ਅਸੀਂ ਵੋਟ ਨਹੀਂ ਪਾਉਣੀ। ਇੱਦਾਂ ਦੇ ਲੋਕਾਂ ਨੂੰ ਉੱਠਣਾ ਪਊਗਾ। ਔਰ ਇਹ ਵੀ ਲੋਕਾਂ ਨੂੰ ਉੱਠਣਾ ਪਊਗਾ ਕਿ ਪਿੰਡ ਦੇ ਵਿੱਚ ਕੋਈ ਕਲਾਕਾਰ ਲਿਖ ਕੇ ਲਾ ਦੇਣ, ਗੱਲ ਕੁਛ ਵੀ ਨਹੀਂ ਹੈ। ਅਗਰ ਲੋਕਾਂ ਨੇ ਇਰਾਦਾ ਕਰ ਲਿਆ ਇੱਕ ਸਿਰਫ ਪਿੰਡ 'ਚ ਲਿਖ ਕੇ ਹੀ ਤੁਸੀਂ ਲਾਉਣਾ ਹੈ, ਗੁਰਦੁਆਰੇ 'ਚ ਅਨਾਊਂਸਮੈਂਟ ਹੀ ਕਰਾਉਣੀ ਹੈ ਵੀ ਭਾਈ ਇੱਥੇ ਪਿੰਡ 'ਚ ਜਿਹੜਾ ਸਿੰਗਰ ਆਊਗਾ ਇੱਦਾਂ ਦੇ ਗੀਤ, ਮਿਆਰੀ ਗੀਤ। ਅਸੀਂ ਬਹੁਤ ਸਾਰੇ ਪਿੰਡਾਂ 'ਚ ਜਾਂਦੇ, ਮੈਂ ਜਦੋਂ ਜਾਂਦਾ ਸ਼ਾਇਦ ਮੈਨੂੰ ਲੋਕ ਬੁਲਾਉਂਦੇ ਤਾਂ ਉੱਥੇ ਜਾ ਕੇ ਮੈਂ ਪ੍ਰੋਗਰਾਮ ਕਰਦਾ। ਉੱਥੇ ਸਾਨੂੰ ਪਹਿਲਾਂ ਦੱਸ ਦਿੱਤਾ ਜਾਂਦਾ ਕਿ ਜੀ ਇਸ ਪਿੰਡ ਦੇ ਵਿੱਚ ਕੋਈ ਵੀ ਗੀਤ ਇੱਦਾਂ ਦਾ ਨਹੀਂ ਗਾਉਣਾ, ਸਿਰਫ ਅਸੀਂ ਭੈਣ ਦਾ, ਮਾਂ ਦਾ, ਸੱਭਿਆਚਾਰ ਦਾ, ਹੈ ਨਾ, ਕੋਈ ਦਾਜ ਦੀ ਗੱਲ ਹੈਗੀ ਹੈ, ਯਾਨੀ ਸਮਾਜਿਕ ਗੱਲਾਂ ਦੀ ਗੱਲ ਕਰਨੀ ਹੈ, ਉਹਦੇ 'ਚ ਕੋਈ ਇਸ਼ਕ ਮਜਾਜੀ ਦੀ ਗੱਲ ਨਹੀਂ ਕਰਨੀ। ਪਰ ਤੁਸੀਂ ਆਪਣੇ ਨਵੇਂ ਜਿਹੜੇ ਨੌਜਵਾਨ ਸਿੰਗਰ ਨੇ ਉਹਨਾਂ ਨੂੰ ਕੁਝ ਮਤਲਬ ਆਪਣੇ ਸੰਦੇਸ਼ ਦੇਣਾ ਚਾਹੋਗੇ ਵੀ ਸਾਫ਼ ਸੁਥਰੀ ਗਾਇਕੀ ਕਰੋ, ਕਿਉਂਕਿ ਸਾਫ਼ ਸੁਥਰੀ ਗਾਇਕੀ ਲੰਮਾ ਸਫ਼ਰ ਤੈਅ ਕਰਦੀ ਏ। ਤੇ ਜਿਹੜੀ ਦੂਜੀ ਗਾਇਕੀ ਹੁੰਦੀ ਲੱਕ ਮਿੰਨ ਵਾਲੀ ਜਾਂ ਹਥਿਆਰਾਂ ਵਾਲੀ ਜਾਂ ਕਿ ਧੀ ਭੈਣ 'ਤੇ ਉਂਗਲ ਉਠਾਉਣ ਵਾਲੀ, ਵੀ ਉਹ ਆਪਾਂ ਪਰਿਵਾਰਾਂ 'ਚ ਬਹਿ ਕੇ ਸੁਣ ਵੀ ਨਹੀਂ ਸਕਦੇ ਔਰ ਉਹ ਸਫ਼ਰ ਜ਼ਿਆਦਾ ਲੰਮਾ ਨਹੀਂ ਕਰਦੇ। ਬਿਲਕੁਲ ਜੀ, ਅੱਜ ਹੀ ਮੇਰੇ ਦਿਮਾਗ ਦੇ ਵਿੱਚ ਇੱਕ ਆਈਡੀਆ ਆਇਆ, ਚਲੋ ਮੈਂ ਤੁਹਾਡੇ ਨਾਲ ਹੀ ਸਾਂਝਾ ਕਰਦਾ ਹਾਂ ਕਿ ਜਿਸ ਤਰ੍ਹਾਂ ਆਪਾਂ ਸਿੱਧੂ ਮੂਸੇਵਾਲੇ ਦੀ ਗੱਲ ਕਰਦੇ ਹਾਂ, ਬਹੁਤ ਚਰਚਿਤ ਜਿਹੜਾ ਉਹ ਕਲਾਕਾਰ ਹੈ। ਮੈਂ ਉਹਨੂੰ ਕਦੇ ਇਸ ਤੋਂ ਪਹਿਲਾਂ ਉਹਦਾ ਮੈਂ ਗਾਣਾ ਪੂਰਾ ਸੁਣਿਆ ਕੋਈ ਨਹੀਂ, ਮੇਰੇ ਕੰਨਾਂ 'ਚ ਪੈ ਜੇ ਗਾਣਾ ਗੱਲ ਵੱਖਰੀ ਹੈ, ਲੰਘਦੇ ਟੱਪਦੇ ਗਾਣਾ ਪੈ ਗਿਆ, ਲੇਕਿਨ ਮੈਂ ਆਪਦੇ ਮੋਬਾਈਲ ਤੋਂ ਜਾਂ ਆਪਣੇ ਘਰ 'ਚ ਮੈਂ ਗਾਣਾ ਕਦੇ ਪਲੇ ਨਹੀਂ ਕੀਤਾ, ਕਿਉਂਕਿ ਮੈਨੂੰ ਪਤਾ ਉਹਦੇ ਗਾਣੇ ਪਲੇ ਕਰਨ ਵਾਲੇ ਨਹੀਂ ਹੈ। ਮੈਨੂੰ ਮਜ਼ਾ ਨਹੀਂ ਆਉਣਾ, ਮੈਂ ਸੁਣ ਨਹੀਂ ਸਕਦਾ, ਮਜਬੂਰੀ ਬਸ ਮੇਰੇ ਕੰਨਾਂ 'ਚ ਪਿਆ ਹੋਊਗਾ। ਲੇਕਿਨ ਇੱਕ ਹੁਣ ਉਹਦਾ ਗਾਣਾ ਆਇਆ ਹੈ 295, ਧਾਰਾ 295 ਹੈ, ਉਹ ਗਾਣਾ ਮੈਂ ਫਿਰ ਨਹੀਂ ਸੁਣਿਆ, ਲੇਕਿਨ ਇੱਕ ਬਹੁਤ ਵੱਡਾ ਰਾਈਟਰ ਹੈ ਵਿਜੇ ਧੰਮੀ ਉਹਦੇ 'ਤੇ ਗੱਲ ਕਰ ਰਿਹਾ ਸੀ 295 ਗਾਣੇ 'ਤੇ, ਔਰ ਮੈਂ ਉਹਨੂੰ ਕਮੈਂਟ ਵੀ ਕੀਤਾ ਗਲਤ ਕਿ ਯਾਰ ਤੂੰ ਕਿਹੜੇ ਬੰਦੇ ਦੀ ਜਿਹੜੀ ਹੈ ਗੱਲ ਕਰ ਰਿਹਾ, ਤੈਨੂੰ ਗੱਲ ਵੀ ਨਹੀਂ ਕਰਨੀ ਚਾਹੀਦੀ। ਉਸ ਤੋਂ ਬਾਅਦ ਉਹ ਮੈਂ ਗਾਣਾ ਮੈਨੂੰ ਸੁਣਨਾ ਪੈ ਗਿਆ, ਮੈਂ ਮਜਬੂਰ ਹੋ ਗਿਆ ਕਿ ਮੈਂ ਗਾਣਾ ਸੁਣਾ ਵੀ ਹੈ ਕੀ ਹੈ। ਸੋ ਮੈਂ ਗਾਣਾ ਸੁਣਿਆ ਔਰ ਉਹ ਗਾਣਾ ਸੁਣ ਕੇ ਮੈਨੂੰ ਬੜੀ ਹੈਰਾਨਗੀ ਹੋਈ ਕਿ ਸਿੱਧੂ ਮੂਸੇਵਾਲਾ ਜੋ ਉਹਨੇ ਇੱਦੋਂ ਪਹਿਲਾਂ ਗਾਇਆ, ਉਹਨੇ ਗਨ ਕਲਚਰ ਪ੍ਰਮੋਟ ਕੀਤਾ, ਉਹਨੇ ਨਸ਼ੇ ਪ੍ਰਮੋਟ ਕੀਤੇ, ਉਹਨੇ ਇੱਕ ਬਹੁਤ ਜਿਹੜੀ ਮਲਵਈ ਭਾਸ਼ਾ ਹੁੰਦੀ ਹੈ ਜਿਹਨੂੰ ਆਪਾਂ ਕਹਿ ਦਈਏ ਬਹੁਤ ਹਾਰਡ ਭਾਸ਼ਾ ਵਰਤ ਕੇ ਉੱਤੇ ਸਾਲਾ, ਕੁੱਤਾ, ਦੱਲਾ, ਇਹ ਚੀਜ਼ਾਂ ਜਿਹੜੀਆਂ ਉਹਨੇ ਯੂਜ਼ ਕੀਤੀਆਂ। ਮੈਂ ਉਹਦਾ ਵਿਰੋਧੀ ਸੀਗਾ, ਲੇਕਿਨ ਇਸ ਗਾਣੇ ਨੂੰ ਸੁਣ ਕੇ ਮੈਨੂੰ ਐਂ ਲੱਗਿਆ ਕਿ ਯਾਰ ਇਹ ਕਹਿੰਦੇ ਆ ਲੋਕ ਕਿ ਅਸੀਂ ਇਹ ਗਾਣਾ ਤਾਂ ਗਾਉਣੇ ਆ ਹਥਿਆਰਾਂ 'ਤੇ, ਤਾਂ ਟਕੂਏ ਦਿਖਾਉਣੇ ਆ ਵੀ ਲੋਕੀ ਪਸੰਦ ਕਰਦੇ ਆ। ਪਰ ਮੈਨੂੰ ਲੱਗਦਾ ਕਿ ਹੁਣ ਤੱਕ ਜੇ ਸਿੱਧੂ ਮੂਸੇਵਾਲੇ ਦਾ ਸਭ ਤੋਂ ਜ਼ਿਆਦਾ ਹਿੱਟ ਗਾਣਾ ਜਿਹੜਾ ਹੋਊਗਾ ਉਹ 295 ਹੈ। ਜੇ 295 ਗਾਣਾ ਇੰਨਾ ਵੱਡਾ ਹਿੱਟ ਹੋ ਸਕਦਾ ਹੈ, ਲੋਕ ਤੁਹਾਡੇ ਨਾਲ ਇੰਨੇ ਜੁੜ ਸਕਦੇ ਆ, ਤੇ ਫਿਰ ਤੁਹਾਨੂੰ ਕੀ ਲੋੜ ਆ ਗੰਦੇ ਗਾਣੇ ਗਾਉਣ ਦੀ? ਫਿਰ ਪੰਜਾਬ ਦਾ ਕਲਚਰ ਆਪਾਂ ਕਿਉਂ ਖਰਾਬ ਕਰਦੇ ਹਾਂ? ਮੈਂ ਤਾਂ ਹੱਥ ਜੋੜ ਕੇ ਬੇਨਤੀ ਕਰੂੰਗਾ, ਮੈਂ ਕੋਸ਼ਿਸ਼ ਕਰ ਰਿਹਾ ਕਿ ਅੱਜ ਮੈਂ ਵੀਡੀਓ ਬਣਾ ਕੇ ਵੀ ਇੱਕ ਪਾਊਂਗਾ ਕਿ ਯਾਰ ਸਿੱਧੂ ਹੈ ਤੂੰ, ਸਿੱਧੂਆਂ ਦਾ ਵੀ ਇੱਕ ਇਤਿਹਾਸ ਹੈ, ਹੈ ਨਾ। ਅਸੀਂ ਸਾਡੇ ਆਪਾਂ ਲਾਈਕ ਦੇ ਮਗਰ ਲੱਗੇ, ਜਿਵੇਂ ਜ਼ਿਕਰ ਕਈ ਵਾਰ ਹੁੰਦਾ ਵੀ ਅੱਜ ਅਸੀਂ ਉਹ ਗਾ ਕੇ ਤੇ ਬਸ ਆਪਣੇ ਲਾਈਕਸ ਲੈ ਰਹੇ ਲੋਕਾਂ ਤੋਂ, ਵੀ ਉਹਨੂੰ ਲੰਮੇ ਸਮੇਂ ਵਾਸਤੇ ਨਹੀਂ ਆਪਾਂ ਨਹੀਂ ਹੁੰਦੀ ਤਾਂ ਸੋਚ ਹੀ ਹੈ। ਦੇਖੋ ਲਾਈਕ ਤਾਂ ਗੰਦੇ ਗਾਣੇ 'ਚ ਵੀ ਉਹਨੇ ਮਿਲੇ। ਮੈਂ ਕਹਿੰਦਾ ਇਹ ਗਾਣਾ ਗੰਦਾ ਨਹੀਂ ਹੈ, ਇਹ ਗਾਣਾ ਸਮਾਜ ਸੁਧਾਰੂ ਗੀਤ ਹੈ, ਇਹਦੇ 'ਚ ਉਦੋਂ ਵੀ ਜ਼ਿਆਦਾ ਹੈ, ਸਭ ਤੋਂ ਜ਼ਿਆਦਾ ਲਾਈਕ ਇਹਦੇ 'ਚ ਹੈ। ਮੈਂ ਕਹਿੰਦਾ ਵੀ ਜੇ ਲਾਈਕ ਇਹਦੇ 'ਚ ਇੰਨੇ ਮਿਲ ਸਕਦੇ ਫਿਰ ਕਿਉਂ ਨਾ ਚੰਗੇ ਹੀ ਗਾਣੇ ਗਾਏ ਜਾਣ। ਜਿਹੜੇ ਬੱਚੇ ਗਲਤ, ਸਾਡੇ ਬੱਚੇ ਪਹਿਲਾਂ ਹੀ ਬਹੁਤ ਨਸ਼ਈ ਹੋ ਗਏ ਆ, ਪਹਿਲਾਂ ਹੀ ਗਲਤ ਜਗ੍ਹਾ 'ਤੇ ਜਾ ਰਹੇ ਆ, ਠੀਕ ਹੈ ਨਾ, ਤੇ ਉਹਨਾਂ ਨੂੰ ਮੋੜਨਾ ਸਾਡਾ ਫਰਜ਼ ਨਹੀਂ ਬਣਦਾ। ਹੁਣ ਰੱਬ ਨੇ ਸਭ ਕੁਝ ਦੇਤਾ, ਸਿੱਧੂ ਮੂਸੇਵਾਲੇ ਨੂੰ ਗੱਡੀਆਂ ਦੇਤੀਆਂ, ਕਾਰਾਂ ਦੇਤੀਆਂ, ਪੈਸਾ ਦੇਤਾ, ਨਾਂ ਦੇਤਾ, ਸਭ ਕੁਝ ਮਿਲ ਗਿਆ, ਤੇ ਫਿਰ ਕਿਉਂ ਨਾ ਹੁਣ ਆਈਕਨ ਬਣ ਜਾਓ ਬੱਚਿਆਂ ਦੇ, ਕਿ ਬੱਚਿਆਂ ਨੂੰ ਆਪਣੇ ਪਾਸੇ ਲੈ ਕੇ ਉਹ ਘੱਟੋ ਘੱਟ ਇੱਡਾ ਵੱਡਾ ਜਦੋਂ ਬੰਦਾ ਬੱਚਿਆਂ ਨੂੰ ਨਸ਼ਿਆਂ ਤੋਂ ਛੁਡਾਉਣ ਦੀ ਗੱਲ ਕਰੂਗਾ ਨਾ, ਬੜੇ ਲੋਕ ਛੱਡ ਜਾਣਗੇ। ਮੇਰਾ ਗਾਣਾ ਆਇਆ ਸੀਗਾ, ਪਿੰਡ ਦੇ ਜਿੰਨੇ ਵੈਲੀ ਬੰਦੇ ਸਭ ਨਾਲ ਤੇਰੀ ਯਾਰੀ ਵੇ, ਨਾ ਪੀਆ ਕਾ ਡੁੱਬ ਜਾਣਿਆ, ਦਾਰੂ ਤੇਰੀ ਮਾੜੀ। ਸਾਰੇ ਚੈਨਲ ਵਾਲਿਆਂ ਨੇ ਕਹਿਤਾ ਇਹ ਨਹੀਂ ਗਾਣਾ ਚੱਲਣਾ, ਕਹਿੰਦੇ ਗਾਣਾ ਨਹੀਂ ਚੱਲਣਾ, ਤੁਸੀਂ ਕਹੀ ਨਾ ਦਾਰੂ ਤੇਰੀ ਮਾੜੀ, ਤਾਂ ਲੋਕੀ ਤਾਂ ਦਾਰੂ ਵਾਲੇ ਗਾਣੇ ਕਹਿੰਦੇ ਆ ਵੀ ਦਾਰੂ ਬੋਤਲ ਹੱਥ ਫੜੀ ਹੋਣੀ ਚਾਹੀਦੀ ਹੈ। ਅਸੀਂ ਉਹਦਾ ਵੀਡੀਓ ਬਣਾਇਆ, ਦੂਰਦਰਸ਼ਨ ਨੇ ਉਹਦਾ ਵੀਡੀਓ ਦਾ ਵਿਰੋਧ ਕਰਤਾ, ਕਹਿੰਦੇ ਗਾਣਾ ਚੱਲ ਨਹੀਂ ਸਕਦਾ ਕਿਉਂਕਿ ਦਾਰੂ ਦਾ ਜ਼ਿਕਰ ਹੈ। ਔਰ ਮੈਂ ਡਾਇਰੈਕਟਰ ਨੂੰ ਪੈ ਗਿਆ ਜਾ ਕੇ, ਮੈਂ ਕਿਹਾ ਬੈਠੋ ਮੇਰੇ ਨਾਲ ਗੱਲਬਾਤ ਕਰੋ, ਤੁਸੀਂ ਮੈਨੂੰ ਇਹ ਦੱਸੋ ਵੀ ਵੀਡੀਓ ਦੇਖਿਆ ਤੁਸੀਂ ਕੀ ਦੇਖਿਆ, ਤੁਹਾਡੀ ਜੱਜਮੈਂਟ ਕੀ ਹੈ ਵੀਡੀਓ ਦੇਖਣ ਦੀ? ਤੁਸੀਂ ਇਹ ਦੇਖੋ ਗਾਣੇ 'ਚ ਮੈਂ ਦਿਖਾਇਆ ਕੀ ਹੈ,
ਕਿ ਪਿੰਡ ਦੇ ਜਿੰਨੇ ਵੈਲੀ ਬੰਦੇ ਸਭ ਨਾਲ ਤੇਰੀ ਯਾਰੀ, ਨਾ ਪੀਆ ਕੱਢੋ ਬਜਾਣਿਆ ਦਾਰੂ ਤੇਰੀ ਮਾੜੀ। ਗਾਂਹ ਕੀ ਕਹਿੰਦੇ ਆ ਵੀ ਵਿਹੜੇ ਦੇ ਵਿੱਚ ਖੋਲ ਬੋਤਲਾਂ, ਮੁਰਗੇ ਜਿਹੜੇ ਛਕਦੇ, ਭੀੜ ਪਈ ਤੋਂ ਪਰਖੇ ਜਾਂਦੇ, ਕਿੱਲਾ ਇੱਕ ਜ਼ਮੀਨ ਵੇਚ ਕੇ ਜੀਪ ਲਈ ਤੂੰ ਲੰਡੀ, ਬਾਪੂ ਤੇਰਾ ਪਿੰਡ ਦਾ ਮੂਰੀ, ਤੂੰ ਕਰਵਾਉਣਾ ਭੰਡੀ। ਤੁਸੀਂ ਗਾਣਾ ਕਿਉਂ ਨਹੀਂ ਸੁਣਿਆ ਐਂਡ ਤੱਕ? ਉਹਨਾਂ ਨੇ ਗਾਣਾ ਸੁਣਿਆ, ਜਦੋਂ ਐਂਡ ਦੇਖਿਆ ਉਹਦੇ 'ਚ ਲਿਖਿਆ ਵੀ ਤੁਸੀਂ ਪੀਓ ਲੇਕਿਨ ਦਾਰੂ ਨਹੀਂ, ਦੁੱਧ। ਔਰ ਉਸ ਤੋਂ ਬਾਅਦ ਜਦੋਂ ਉਹਨੇ ਦੇਖਿਆ ਕਹਿੰਦੇ ਹਾਂ ਗਾਣੇ ਤਾਂ ਕੁਛ ਨਹੀਂ, ਉਸ ਤੋਂ ਬਾਅਦ ਉਹਨਾਂ ਨੇ ਗਾਣਾ ਕਹਿੰਦੇ ਹੁਣ ਤੂੰ ਪਿੱਛੇ ਹਟ ਜਾ, ਅਸੀਂ ਗਾਣਾ ਪ੍ਰਮੋਟ ਕਰਾਂਗੇ। ਔਰ ਪਹਿਲਾ ਗਾਣਾ ਸੀਗਾ, ਉਦੋਂ ਸੰਤੋਸ਼ ਮਿਸ਼ਰਾ ਜੀ ਡਾਇਰੈਕਟਰ ਸੀਗੇ, ਉਹਨਾਂ ਨੇ ਗਾਣੇ ਨੂੰ ਇੰਨਾ ਪ੍ਰਮੋਟ ਕੀਤਾ ਔਰ ਐਡਾ ਵੱਡਾ ਗੀਤ ਬਣਿਆ ਉਹ, ਯਾਨੀ ਕਿ ਨਸ਼ਿਆਂ ਦੇ ਵਿਰੁੱਧ ਸੀਗਾ। ਵੀ ਖਾਣ ਪਾਣ ਦੀ ਵੀ ਆਪਾਂ ਗੱਲ ਵਿੱਚ ਰਹਿ ਗਈ, ਕਿਉਂਕਿ ਪੰਜਾਬੀਅਤ ਦੀ ਗੱਲ ਪੂਰੀ ਨਹੀਂ ਹੋਣੀ। ਵੀ ਪੀਣ ਦੀ ਗੱਲ ਅਸੀਂ ਸ਼ਰਾਬ ਨਾਲ ਹੀ ਪੰਜਾਬੀ ਸਮਝਦੇ ਹਾਂ, ਵੀ ਜਿਹੜਾ ਸ਼ਰਾਬ ਨਹੀਂ ਪੀਂਦਾ ਪੰਜਾਬੀ ਨਹੀਂ। ਹਾਂ, ਹਾਲਾਂਕਿ ਸਾਡਾ ਇਤਿਹਾਸ ਇਹ ਨਹੀਂ, ਸ਼ਰਾਬ ਪੀਣ ਵਾਲਾ ਪੰਜਾਬੀ ਨਹੀਂ ਸੀ। ਜਿਵੇਂ ਦੁੱਧ ਦੀ ਗੱਲ ਕੀਤੀ, ਦੁੱਧ ਦਹੀਂ ਦੇ ਛੱਲੇ ਪੀਣ ਵਾਲੇ ਨੂੰ ਪੰਜਾਬੀ ਕਿਹਾ ਜਾਂਦਾ ਸੀ। ਬਿਲਕੁਲ। ਥੋੜਾ ਜਿਹਾ ਖਾਣ ਪੀਣ ਦੀ ਵੀ ਗੱਲ ਨਹੀਂ, ਦੇਖੋ ਉਹੀ ਗੱਲ ਆ ਗਈ ਨਾ, ਜਿਹੜਾ ਦਾਰੂ ਵਾਲਾ ਸਿਸਟਮ ਹੈ ਨਾ, ਇਹ ਸਾਡੀ ਕਲਚਰ ਦੇ ਵਿੱਚ ਪਤਾ ਵਧਿਆ ਕਦੋਂ? ਇਹ ਉਦੋਂ ਹੀ ਵਧਿਆ ਜਦੋਂ ਕੋਈ ਪਿੰਡਾਂ 'ਚ ਮੇਲੇ ਲੱਗਦੇ ਸੀਗੇ, ਜਦੋਂ ਕੋਈ ਕਲਾਕਾਰ ਆਉਂਦੇ ਸੀਗੇ ਤਾਂ ਉਦੋਂ ਫਿਰ ਕੁੱਕੜ ਬਣਦੇ ਸੀਗੇ ਅਤੇ ਮਹਿਮਾਨ ਨਵਾਜ਼ੀ ਕੀਤੀ ਜਾਂਦੀ ਸੀ, ਲਿਆਓ ਜੀ ਦਾਰੂ ਘਰ ਦੀ ਕੱਢਦੇ ਸੀ, ਠੇਕੇ ਤਾਂ ਬਹੁਤ ਘੱਟ ਹੁੰਦੇ ਸੀਗੇ। ਲੇਕਿਨ ਬਦਕਿਸਮਤੀ ਇਹ ਵੀ ਹੈ ਕਿ ਦੇਖੋ, ਮੈਂ ਨਾਂ ਨਹੀਂ ਲੈਣਾ ਚਾਹੂੰਗਾ, ਸਾਡੇ ਸਿੱਖ ਪਰੰਪਰਾ ਦੇ ਵਿੱਚ ਇੱਕ ਐਸੇ ਲੋਕ ਨੇ, ਇੱਕ ਐਸਾ ਕਹਿ ਲਓ ਤੁਸੀਂ ਉਹਨੂੰ ਇੱਕ ਧਰਮ ਹੀ ਕਹਿ ਦਿੰਦੇ ਆਪਾਂ, ਉਹਦੇ ਵਿੱਚ ਲੇਡੀਜ਼ ਦਾਰੂ ਕੱਢਦੀਆਂ, ਲੇਡੀਜ਼ ਦਾਰੂ ਲੈ ਕੇ ਉੱਥੇ ਪੂਜਣ ਜਾਂਦੀਆਂ, ਉੱਥੇ ਦਾਰੂ ਚੜ੍ਹਦੀ ਹੈ। ਉੱਥੇ ਜਿਨ੍ਹਾਂ ਦੇ ਅੰਮ੍ਰਿਤ ਛਕੇ ਆ, ਜਿਨ੍ਹਾਂ ਦੇ ਦਾੜੇ ਰੱਖੇ ਆ, ਉਹ ਲੋਕ ਵੀ ਦਾਰੂ ਲੈ ਕੇ ਜਾਂਦੇ, ਉੱਥੇ ਸਾਰੇ ਲੋਕ ਦਾਰੂ ਪ੍ਰਸ਼ਾਦ ਦੇ ਤੌਰ 'ਤੇ ਚੜ੍ਹਦੀ ਹੈ, ਜਗ੍ਹਾ 'ਤੇ ਚੜ੍ਹਦੀ ਹੈ। ਔਰ ਉਸ ਤੋਂ ਬਾਅਦ ਜਦੋਂ ਸ਼ਾਮ ਨੂੰ 5 ਵਜੇ ਤੋਂ ਬਾਅਦ ਤੁਸੀਂ ਜਾ ਕੇ ਦੇਖੋਗੇ ਤੇ ਉਹਨਾਂ ਦੀ ਵੀਡੀਓ ਵੀ YouTube 'ਤੇ ਪਏ ਹੋਣਗੇ ਕਿ ਅੱਧੀ ਦੁਨੀਆ ਜਿਹੜੀ ਹੈ ਜਨਤਾ ਉਹ ਡਿੱਗੀ ਪਈ ਹੈ ਉੱਥੇ ਸਾਰੀ। ਕੀ ਕਰ ਲਓਗੇ ਤੁਸੀਂ? ਸਾਡਾ ਸਮਾਜ ਦੇ ਵਿੱਚ ਕੁਰੀਤੀਆਂ ਇੰਨੀਆਂ ਜ਼ਿਆਦਾ ਹੈਗੀਆਂ, ਧਰਮ ਸਾਡੇ ਇੰਨੇ ਬਣ ਗਏ, ਬਾਬੇ ਇੰਨੇ ਆ ਗਏ, ਇੰਨੇ ਮਤਲਬ ਇੰਨੇ ਕੁ ਨਾਂ ਜਿਹੜੇ ਵੰਡੇ ਗਏ ਕਿ ਇਹ ਬਾਬਾ ਆ ਜੀ। ਹਰੇਕ ਵਿਹੜੇ 'ਚ ਕੋਈ ਨਾ ਕੋਈ ਬਾਬਾ ਵੜਿਆ ਜੀ, ਜੰਮਣ ਤੋਂ ਲੈ ਕੇ ਮਰਨ ਖਰੀਦਣ ਤੋਂ ਵੇਚਣ ਤੱਕ ਬਾਬੇ ਦੀ ਪੁੱਛੇ ਹਰੇਕ ਵਿਹੜੇ 'ਚ। ਔਰ ਉਹਨਾਂ ਲੋਕਾਂ ਨੂੰ ਕੋਈ ਬੰਦਾ ਰੋਕਦਾ ਨਹੀਂ, ਕਿਉਂਕਿ ਰੋਕਣਗੇ ਤਾਂ ਉਹ ਬੰਦੇ ਗਲ ਪੈ ਜਾਣਗੇ ਤੁਹਾਡੇ। ਸਰਕਾਰੀ ਦਰਬਾਰੇ ਸਾਨੂੰ ਇਹ ਵੀ ਹੈਗਾ ਕਿ ਹਰ ਬੰਦਾ ਆਪਣੇ ਧਰਮ ਦੀ ਪਾਲਣਾ ਕਰਦਾ, ਤੁਸੀਂ ਵਿੱਚ ਬੋਲ ਨਹੀਂ ਸਕਦੇ। ਲੇਕਿਨ ਕੀ ਉਹ ਚੰਗੀ ਗੱਲ ਹੈ ਕਿ ਜਦੋਂ ਅਸੀਂ ਸਾਡੀਆਂ ਮਾਤਾਵਾਂ ਭੈਣਾਂ ਦਾਰੂ ਲੈ ਕੇ ਜਾਣ ਮੱਥਾ ਟੇਕਣ ਅਤੇ ਉੱਥੇ ਅਸੀਂ ਕਿਸੇ ਮੰਦਿਰ ਗੁਰਦੁਆਰੇ 'ਚ ਜੋ ਵੀ ਇੱਕ ਧਰਮ ਹੈ ਉੱਥੇ ਜਾ ਕੇ ਅਸੀਂ ਦਾਰੂ ਚੜ੍ਹਾ ਕੇ ਆ ਕੇ? ਧਰਮ ਤੇ ਕੋਈ ਵੀ ਨਸ਼ੇ ਦੀ ਇਜਾਜ਼ਤ ਨਹੀਂ ਦਿੰਦਾ, ਪਰ ਵੇਖੋ ਨਸ਼ੇ ਨੂੰ ਆਪਾਂ ਆਧਾਰ ਬਣਾ ਕੇ ਆਪਾਂ ਉੱਥੇ ਜਾ ਰਹੇ, ਉੱਥੇ ਵਰਤਾ ਰਹੇ ਹਾਂ। ਇਹਦੇ ਇੱਕ ਕੁਰੀਤੀ ਸਮਾਜ ਦੀ ਬੜੀ ਵੱਡੀ ਹੈ, ਸਮਾਜ ਦੀ ਕੁਰੀਤੀ। ਇਹਦੇ ਸਰਕਾਰਾਂ ਨੂੰ ਵੀ ਮਤਲਬ ਇਹਦੇ ਤੇ ਠੱਲ ਪਾਉਣ ਦੀ ਲੋੜ ਹੈ, ਪਰ ਸਰਕਾਰਾਂ ਵੀ ਵੇਖੋ ਆਪਣੀਆਂ ਵੋਟਾਂ। ਵੋਟ ਬੈਂਕ ਹੈ ਜੀ ਇਹ, ਜਿਹੜੇ ਧਾਰਮਿਕ ਸਥਾਨ ਜਿਹੜੇ ਜ਼ਿਆਦਾ ਜਿਹੜੇ ਹੁੰਦੇ ਬਣੇ ਹੋਏ ਜਿਹੜੇ ਬਾਬਿਆਂ ਦੇ ਆ ਜਿਹੜੇ, ਇਹ ਤਕਰੀਬਨ ਸਾਰੇ ਸਪਾਂਸਰਡ ਹੁੰਦੇ ਆ ਗਵਰਨਮੈਂਟ ਵਾਲੀਆਂ। ਗਵਰਨਮੈਂਟ ਨੇ ਜਾ ਕੇ ਉਹ ਇੱਕ ਮੱਥਾ ਟੇਕਣਾ, ਇੱਕ ਬੰਦੇ ਨੇ ਜਾ ਕੇ, ਇੱਕ ਬੰਦੇ ਨੂੰ ਮੱਥਾ ਟੇਕਣ ਦੀ ਲੋੜ ਹੈ, ਇੱਕ ਨੂੰ ਮੱਥਾ ਟੇਕ ਦਿਓ। ਕਿਸੇ ਦਾ ਲੱਖ ਹੈ, ਕਿਸੇ ਦਾ 2 ਲੱਖ ਹੈ, ਕਿਸੇ ਦਾ 10 ਲੱਖ ਹੈ, ਉਹ ਸਾਰੀ ਵੋਟ ਤੁਹਾਡੀ ਹੈ। ਸੋ ਸਪਾਂਸਰਡ ਹੁੰਦੇ ਨਾ ਸਾਰੇ। ਸਿੱਧੂ ਸਾਹਿਬ ਗੱਲਾਂ ਤੇ ਬਹੁਤ ਨੇ, ਪਰ ਸਮੇਂ ਦੀਆਂ ਘੜੀਆਂ ਇਸ ਗੱਲ ਦੀ ਇਜਾਜ਼ਤ ਨਹੀਂ ਦਿੰਦੇ। ਤੁਸੀਂ ਬੜੀ ਸਾਫ਼ ਸੁਥਰੀ ਗਾਇਕੀ ਦੁਨੀਆ ਦੇ ਅੱਗੇ ਰੱਖੀਏ, ਦੁਨੀਆ ਦੀ ਕਚਹਿਰੀ 'ਚ ਰੱਖੀਏ, ਔਰ ਦੁਨੀਆ ਤੁਹਾਨੂੰ ਬਹੁਤ ਪਸੰਦ ਕਰਦੀ ਏ। ਇਹ ਕਿਹੜਾ ਪਿਛਲੇ ਦਿਨਾਂ ਦੇ ਵਿੱਚ ਤੁਸੀਂ 35 ਦੇ ਗੀਤ ਗਾਇਆ, ਜਿਹਦੇ 'ਚ ਗੁਰੂਆਂ ਦੀ ਬਾਣੀ ਦਾ ਵੀ ਜ਼ਿਕਰ ਕੀਤਾ ਹੈ। ਕੇਵਲ 2-4 ਤੁਕਾਂ ਕਰਕੇ ਆਪਾਂ ਆਪਣੇ ਵਿਸ਼ੇ ਦੀ ਸਮਾਪਤੀ ਕਰੀਏ ਜੀ। ਊੜਾ ਐੜਾ ਈੜੀ ਸੱਸਾ ਹਾ ਪੜ੍ਹ ਲੈ, ਊੜਾ ਐੜਾ ਈੜੀ ਸੱਸਾ ਹਾ ਪੜ੍ਹ ਲੈ, ਓ ਗੁਰੂਆਂ ਦੀ ਬਾਣੀ ਦਾ ਤੂੰ ਲੜ ਫੜ ਲੈ, ਹਾਂ ਨਾਨਕ ਦੀ ਬਾਣੀ ਦਾ ਤੂੰ ਲੜ ਫੜ ਲੈ। ਊੜਾ ਐੜਾ ਈੜੀ ਸੱਸਾ ਹਾ ਪੜ੍ਹ ਲੈ, ਹਾ ਪੜ੍ਹ ਲੈ, ਓ ਨਾਨਕ ਦੀ ਬਾਣੀ ਦਾ ਤੂੰ ਲੜ ਫੜ ਲੈ। ਵਾਹ ਜੀ ਵਾਹ। ਵੇਖੋ ਜੀ, ਇਹਨਾਂ ਨੇ ਕਿਹਾ ਵੀ ਜੇ ਤੁਸੀਂ ਊੜੇ ਐੜੇ ਨਾਲ 35 ਅੱਖਰੀ ਦੇ ਨਾਲ ਗੁਰਮੁਖੀ ਨਾਲ ਜੁੜੋਗੇ ਤੇ ਗੁਰਬਾਣੀ ਦਾ ਲੜ ਵੀ ਫੜਿਆ ਜਾ ਸਕਦਾ। ਜੇ ਇਹਦੇ ਨਾਲ ਟੁੱਟ ਗਏ ਤੇ ਸਮਝ ਲਓ ਵੀ ਗੁਰਬਾਣੀ ਦਾ ਲੜ ਤੁਹਾਡੇ ਹੱਥ ਦੇ ਵਿੱਚੋਂ ਛੁੱਟ ਗਿਆ, ਕਿਉਂਕਿ ਗੁਰਬਾਣੀ ਦਾ ਫੈਸਲਾ ਹੈ, ਜੈਤਨ ਬਾਣੀ ਵਿਸਰ ਜਾਏ ਜਿਉ ਪੱਕਾ ਰੋਗੀ ਬਿਲਲਾਏ। ਜੇ ਪੰਜਾਬੀ ਨਾਲੋਂ ਟੁੱਟਾਂਗੇ ਤੇ ਸਮਝ ਲਓ ਪੰਜਾਬੀਅਤ ਨਾਲੋਂ ਟੁੱਟ ਗਏ, ਆਪਣੇ ਵਿਰਸੇ ਨਾਲੋਂ, ਆਪਣੀ ਸੱਭਿਅਤਾ ਨਾਲੋਂ ਟੁੱਟ ਗਏ। ਅੱਜ ਸਾਨੂੰ ਊੜੇ ਤੇ ਜੂੜੇ ਦੀ ਸੰਭਾਲ ਕਰਨ ਦੀ ਲੋੜ ਹੈ, ਕਿਉਂਕਿ ਸਿੱਖੀ ਬਹੁਤੀ ਦੂਰ ਨਹੀਂ। ਇਹਨਾਂ ਨੇ ਕਿਹਾ ਵੀ ਨਾਨਕ ਦੀ ਬਾਣੀ ਜੇ ਫੜੀ ਜਾਏ, ਉਹਦਾ ਪੱਲਾ ਫੜ ਲਵਾਂਗੇ ਤੇ ਡੇਰਿਆਂ ਦਾ ਵੀ ਨਾਸ ਹੋ ਜਾਏਗਾ, ਸਮਾਜ ਦਾ ਸੁਧਾਰ ਆਪਣੇ ਆਪ ਹੋ ਜਾਏਗਾ। ਜੋ ਗੱਲਾਂ ਗੁਰੂ ਸਾਹਿਬ ਨੇ ਕਹੀਆਂ ਨੇ ਉਹਨਾਂ ਤੇ ਪਹਿਰਾ ਦੇਣ ਦੀ ਲੋੜ ਹੈ। ਸੋ ਸਿੱਧੂ ਸਾਹਿਬ, ਤੁਹਾਡਾ ਇੱਥੇ ਪਹੁੰਚਣ ਤੇ ਜੀ ਆਇਆਂ ਨੂੰ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।